ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਖਾਸ ਮੁਲਾਕਾਤ ਹੋਣ ਵਾਲੀ ਹੈ। ਕਈ ਮਹੀਨਿਆਂ ਤੋਂ ਮੈਂ ਪਲਾਨ ਕਰ ਰਹੀ ਸੀ ਕਿ ਇਹ ਮੁਲਾਕਾਤ ਕੀਤੀ ਜਾਣੀ ਚਾਹੀਦੀ ਹੈ। ਜਦੋਂ ਦੀ ਮੈਂ ਇੰਡੀਆ ਤੋਂ ਖਾਸ ਕਰਕੇ ਵਾਪਸ ਆਈ ਹਾਂ ਉਦੋਂ ਦਾ ਮੇਰਾ ਮਨ ਸੀ, ਪਰ ਇਸ ਮੁਲਾਕਾਤ ਦਾ ਸਬੱਬ ਜਿਹੜਾ ਅੱਜ ਹੀ ਬਣ ਸਕਿਆ। ਸੋ ਅੱਜ ਇਸ ਮੁਲਾਕਾਤ ਦੇ ਵਿੱਚ ਕੀ ਹੋਣ ਜਾ ਰਿਹਾ ਹੈ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਬਾਤਾਂ, ਅਤੇ ਜਿਹੜੀ ਖਾਸ ਤੌਰ 'ਤੇ ਅੱਜ ਅਸੀਂ ਫੋਕਸ ਕਰਨਾ ਹੈ ਉਹ ਇੱਕ ਨਾਵਲ ਹੈ, ਇੱਕ ਕਿਤਾਬ ਹੈ, ਮੈਲੀ ਮਿੱਟੀ ਜਿਸ ਦਾ ਨਾਮ ਹੈ। ਮੈਂ ਅੱਜ ਆਪਣੇ ਸੁਣਨ ਵਾਲਿਆਂ ਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਕਿ ਵੀ ਕੋਸ਼ਿਸ਼ ਹੁੰਦੀ ਹੈ ਕਿ ਹਰ ਮਹੀਨੇ ਕੁਝ ਕਿਤਾਬਾਂ ਦਾ ਜ਼ਿਕਰ ਕੀਤਾ ਜਾਵੇ, ਕੁਝ ਰਾਈਟਰਸ ਦੇ ਨਾਲ ਗੱਲਬਾਤ ਕੀਤੀ ਜਾਵੇ, ਕੁਝ ਰਿਵਿਊਜ਼ ਕੀਤੇ ਜਾਣ, ਕੁਝ ਸਾਡੇ ਸੁਣਨ ਵਾਲਿਆਂ ਦੇ ਲਈ ਇਹੋ ਜਿਹਾ ਪੇਸ਼ ਕੀਤਾ ਜਾਵੇ ਜਿਹੜਾ ਉਹਨਾਂ ਨੂੰ ਪੜ੍ਹਨ ਦੇ ਲਈ ਪ੍ਰੇਰੇ, ਅਤੇ ਕੁਝ ਇਹੋ ਜਿਹਾ ਪੜ੍ਹਨ ਦੇ ਲਈ ਪ੍ਰੇਰੇ ਜਿਹਦੇ ਵਿੱਚੋਂ ਕੁਝ ਨਾ ਕੁਝ ਉਹਨਾਂ ਨੂੰ ਦਿਸੇ ਜ਼ਰੂਰ, ਚਾਹੇ ਕੁਝ ਸਿੱਖਣ ਦੇ ਲਈ ਹੈ, ਕੋਈ ਕਿਸੇ ਤਰ੍ਹਾਂ ਦੀ ਡਾਇਰੈਕਸ਼ਨ ਹੈ, ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਜਾਂ ਨਵਾਂ ਦ੍ਰਿਸ਼ਟੀਕੋਣ ਜ਼ਰੂਰ ਦੇਖਣ ਨੂੰ ਮਿਲੇ। ਅੱਜ ਜਦੋਂ ਮੈਂ ਜਿਹੜੀ ਕਿਤਾਬ ਤੁਹਾਡੇ ਲਈ ਚੁਣ ਕੇ ਆਈ ਹਾਂ, ਚੁਣ ਕੇ ਲਿਆਂਦੀ ਹੈ, ਉਸ ਕਿਤਾਬ ਦਾ ਨਾਮ ਹੈ ਮੈਲੀ ਮਿੱਟੀ। ਇਹ ਇੱਕ ਨਾਵਲ ਹੈ ਅਤੇ ਇਸ ਨਾਵਲ ਦੇ ਜਿਹੜੇ ਰਚਨਾਕਾਰ ਨੇ ਹਰਵਿੰਦਰ ਪੰਡਾਲ, ਇਹ ਕਵਿਤਾਵਾਂ ਲਿਖਦੇ ਰਹੇ ਆ। ਕਵਿਤਾਵਾਂ ਦੀਆਂ ਇਹਨਾਂ ਦੀਆਂ ਕਈ ਕਿਤਾਬਾਂ ਆਈਆਂ ਜਿਨ੍ਹਾਂ ਦੇ ਵਿੱਚ ਖੁਦਕੁਸ਼ੀ ਇੱਕ ਚੁੱਪ ਦੀ, ਬਾਰੀ ਕੋਹੀ ਦੀਵਾ, ਬੁੱਧ ਬੇਹੋਸ਼ ਹੈ, ਚਰਾਗਾਹਾਂ ਤੋਂ ਪਾਰ। ਇਹ ਕਵਿਤਾ ਲਿਖਣ ਦੇ ਨਾਲ ਨਾਲ ਆਲੋਚਨਾ ਵੀ ਕਾਫੀ ਕਰਦੇ ਰਹੇ ਨੇ ਅਤੇ ਇੱਕ ਕਾਲਜ ਦੇ ਵਿੱਚ, ਇੱਕ ਇੰਸਟੀਚਿਊਟ ਦੇ ਵਿੱਚ ਇਹ ਅੰਗਰੇਜ਼ੀ ਦਾ ਅਧਿਆਪਨ ਕਰਦੇ ਨੇ, ਪਰ ਲਿਖਦੇ ਪੰਜਾਬੀ ਦੇ ਵਿੱਚ ਨੇ। ਅਨੁਵਾਦ ਵੀ ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਦਾ ਕੀਤਾ ਦੂਸਰੀਆਂ ਭਾਸ਼ਾਵਾਂ ਤੋਂ। ਜੀਵਨੀ ਲਿਖੀ ਹੈ ਇੱਕ ਕਾਰਲ ਮਾਰਕਸ, ਵਿਅਕਤੀ, ਯੁੱਗ ਅਤੇ ਸਿਧਾਂਤ, ਅਤੇ ਸਫ਼ਰਨਾਮਾ ਇਹਨਾਂ ਦਾ ਸਫਰੀਆ ਹੈ। ਇਸ ਤੋਂ ਇਲਾਵਾ ਕਈ ਹੋਰ ਰਚਨਾਵਾਂ ਨੇ ਜਿਹੜੀਆਂ ਇਹਨਾਂ ਨੇ ਸਹਿ ਸੰਪਾਦਿਤ ਕੀਤੀਆਂ ਨੇ, ਪਰ ਇਹ ਇਹਨਾਂ ਦਾ ਪਹਿਲਾ ਨਾਵਲ ਹੈ ਮੈਲੀ ਮਿੱਟੀ। ਮੈਲੀ ਮਿੱਟੀ ਦਾ ਮੈਂ ਜ਼ਿਕਰ ਕਰਨ ਤੋਂ ਪਹਿਲਾਂ ਜਦੋਂ ਮੈਂ ਸਵਾਗਤ ਕਰ ਰਹੀ ਹਾਂ ਇਸ ਵੇਲੇ ਹਰਵਿੰਦਰ ਪੰਡਾਲ ਹੋਣਾ ਦਾ, ਸ਼ੁਰੂਆਤ ਕਰਨਾ ਚਾਹੁੰਦੀ ਹਾਂ ਹਰਵਿੰਦਰ ਪੰਡਾਲ ਹੋਣਾ ਦੀ ਇੱਕ ਕਵਿਤਾ ਦੇ ਨਾਲ ਜਿਸ ਦਾ ਟਾਈਟਲ ਹੈ ਮੈਂ ਪਰਤ ਆਉਂਦਾ ਹਾਂ। ਮੈਂ ਘੁੰਮਦਾ ਹਾਂ ਅਵਾਰਾ ਗਰਦ ਹਵਾ ਵਾਂਗ, ਸ਼ਾਂਤ ਪਾਣੀਆਂ ਦੀਆਂ ਝੀਲਾਂ 'ਚ ਵੱਜਦੇ ਚੱਪੂਆਂ ਨੂੰ ਸੁਣਦਾ, ਹਰਿਆਲੇ ਬਿਰਖਾਂ ਦੀਆਂ ਨੱਕਾਂ 'ਤੇ ਟਿਕੇ ਤਰੇਲ ਤੁਪਕਿਆਂ ਨੂੰ ਸਹਿਲਾਉਂਦਾ। ਮੈਂ ਘੁੰਮਦਾ ਹਾਂ ਉੱਚੇ ਖੜ੍ਹੇ ਪਰਬਤਾਂ ਦੇ ਦਰਮਿਆਨ, ਜਿਉਂਦੇ ਜਾਗਦੇ ਰਿਸ਼ੀ, ਵਿਆਸ, ਵਸ਼ਿਸ਼ਟ, ਵਿਸ਼ਵਾਮਿੱਤਰ, ਵੇਖਦਾ ਢਲਾਨਾਂ 'ਤੇ ਚੜ੍ਹਦੀਆਂ ਭੇਡਾਂ ਬੱਕਰੀਆਂ, ਕੁਦਰਤ ਦੀ ਅਥਾਹ ਬਰਕਤ। ਇੱਕ ਦਰਸ਼ਕ ਜਿਹਾ ਬਣ ਘੁੰਮਦਾ ਮੈਂ ਥੱਕ ਜਾਂਦਾ ਹਾਂ ਅਤੇ ਪਰਤ ਆਉਂਦਾ ਹਾਂ ਆਪਣੇ ਘਰ, ਜਿਵੇਂ ਪਾਣੀ ਬੱਦਲਾਂ ਤੋਂ ਵਿਛੜ ਮੁੜ ਧਰਤੀ ਦਾ ਮੁੱਖ ਆਣ ਚੁੰਮੇ। ਮੈਂ ਨਿਕਲਦਾ ਹਾਂ ਆਪਣੇ ਘਰੋਂ, ਹਰ ਕਦਮ 'ਚ ਇੱਕ ਨਵਾਂ ਕੁਰੂਕਸ਼ੇਤਰ ਹੁੰਦਾ ਹੈ, ਆਪਣੇ ਵਿਚਾਰਾਂ ਦੇ ਅਸਤਰ ਸ਼ਸਤਰ ਸਜਾਉਂਦਾ। ਮੈਂ ਕੌਰਵਾਂ ਅਤੇ ਪਾਂਡਵਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹਾਂ। ਗੀਤਾ ਗਿਆਨ ਹਰ ਵਾਰ ਨਵੇਂ ਅਰਥਾਂ ਨਾਲ ਮੇਰੇ ਸਾਹਮਣੇ ਖੁੱਲ੍ਹਦਾ। ਮੈਂ ਕਦੇ ਕੌਰਵ ਬਣ ਜਾਂਦਾ, ਕਦੇ ਪਾਂਡਵ, ਪਰ ਹਰ ਵਾਰ ਅਭਿਮਨਿਊ ਵਾਂਗ ਖੁਦ ਨੂੰ ਬੇਅੰਤ ਚੱਕਰਵਿਊਹਾਂ 'ਚ ਘਿਰਿਆ ਵੇਖਦਾ। ਇਹਨਾਂ ਚੱਕਰਵਿਊਹਾਂ 'ਚ ਫਸਿਆ ਹਾਰਿਆ ਮੈਂ ਪਰਤ ਆਉਂਦਾ ਹਾਂ ਆਪਣੇ ਘਰ, ਜਿਵੇਂ ਦੁਰਯੋਧਨ ਪਰਤਿਆ ਸੀ ਵਰਦਾਨ ਲੈਣ ਮਾਂ ਗੰਧਾਰੀ ਕੋਲੋਂ। ਘਰ ਮੈਨੂੰ ਆਪਣੀ ਬੁੱਕਲ 'ਚ ਲੈਂਦਾ ਹੈ, ਮੇਰੇ ਜ਼ਖਮਾਂ ਲਈ ਮਲਮ ਬਣਦਾ, ਥੱਕੇ ਅੰਗਾਂ ਨੂੰ ਘੁੱਟਦਾ ਸਹਿਲਾਉਂਦਾ। ਮੈਂ ਘਰ 'ਚ ਕੂਕ ਸੌਂ ਜਾਂਦਾ ਹਾਂ, ਸੁੱਤਾ ਹੀ ਰਹਿੰਦਾ ਹਾਂ। ਸੁਪਨੇ 'ਚ ਘਰ ਸੁੱਤਾ ਪਿਆ ਕੁੰਭਕਰਨ ਬਣ ਜਾਂਦਾ, ਜੋ ਜਦੋਂ ਵੀ ਜਾਗਦਾ ਹਰ ਵਾਰ ਮੈਨੂੰ ਹੀ ਮੇਰੀਆਂ ਤਮਾਮ ਸੰਵੇਦਨਾਵਾਂ ਸਮੇਤ ਹਜ਼ਮ ਕਰ ਜਾਂਦਾ ਹੈ। ਘਰ ਨੀਂਦ ਕੁੰਭਕਰਨ ਸ਼ਬਦ ਕਿਸੇ ਆਦ ਮੰਤਰ ਵਾਂਗ ਮੇਰੇ ਕੰਨਾਂ 'ਚ ਗੂੰਜਦੇ ਅਤੇ ਮਸਤਕ ਦੀ ਕਿਸੇ ਦੁਬਿਧਾ ਨੂੰ ਬੁੱਧ ਬਣਾ ਜਾਂਦੇ। ਇਸ ਵਾਰ ਮੈਂ ਪਰਤ ਆਉਂਦਾ ਹਾਂ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਇਹਨਾਂ ਸ਼ਬਦਾਂ ਦੀ ਮੁਕਤੀ ਲਈ। ਹਰਵਿੰਦਰ ਪੰਡਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਨਵਜੋਤ ਜੀ ਤੁਹਾਡੀ। ਤੁਸੀਂ ਮੈਨੂੰ ਕੈਨੇਡਾ 'ਚ ਖਾਸ ਤੌਰ ਤੇ ਵਸਦੇ ਜਿਹੜੇ ਪਾਠਕ ਨੇ ਉਹਨਾਂ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਹੋ। ਸ਼ੇਰੇ ਪੰਜਾਬ ਰੇਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਅੱਜ ਮੈਂ ਖਾਸ ਕਰਕੇ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ, ਮੈਨੂੰ ਪਤਾ ਕਿ ਤੁਸੀਂ ਬਹੁਤ ਵਧੀਆ ਕਵੀ ਹੋ, ਤੁਸੀਂ ਆਲੋਚਕ ਹੋ,
ਪਰ ਕਿਉਂਕਿ ਤੁਹਾਡਾ ਇਹ ਜਿਹੜਾ ਪਹਿਲਾ ਨਾਵਲ ਹੈ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਂ ਤੁਹਾਡੀਆਂ ਕਵਿਤਾਵਾਂ ਜਾਂ ਤੁਹਾਡੀਆਂ ਆਲੋਚਨਾਵਾਂ ਇਹ ਸਾਰਾ ਕੁਝ ਨਹੀਂ ਪੜ੍ਹਿਆ, ਪਰ ਪਹਿਲੀ ਵਾਰੀ ਤੁਹਾਡੀ ਇਹ ਰਚਨਾ ਪੜ੍ਹੀ ਤੇ ਮੇਰੇ ਦਿਲ ਦੇ ਬਹੁਤ ਕਰੀਬ ਹੋ ਗਈ। ਮੈਂ ਇੱਥੇ ਆਪਣੇ ਸੁਣਨ ਵਾਲਿਆਂ ਨਾਲ ਵੀ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਇੰਡੀਆ ਨੂੰ ਜਿਸ ਵੇਲੇ ਮੈਂ ਇਸ ਵਾਰੀ ਗਈ ਤਾਂ ਮੈਂ ਫਲਾਈਟ ਦੇ ਦੌਰਾਨ ਇਹ ਨਾਵਲ ਮੈਲੀ ਮਿੱਟੀ ਪੜ੍ਹਿਆ ਅਤੇ ਮੈਨੂੰ ਲੱਗਾ ਕਿ ਸਾਡੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ। ਕੁਝ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਅਗਾਂਹ ਚੱਲ ਕੇ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇਹੀ ਹਰਵਿੰਦਰ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਕਿ ਕਵਿਤਾ ਲਿਖਦੇ ਅਤੇ ਬਹੁਤ ਸਾਰੀਆਂ ਸਮੀਖਿਆਵਾਂ ਕਰਦੇ ਅਤੇ ਹੋਰ ਕਈ ਚੀਜ਼ਾਂ ਤੁਸੀਂ ਆਪਣੇ ਪਾਠਕਾਂ ਦੇ ਲਈ ਪੇਸ਼ ਕਰਦੇ ਇੱਕ ਕਵਿਤਾ ਲਿਖਣ ਵਾਲੇ ਨੂੰ ਨਾਵਲ ਲਿਖਣ ਦੀ ਕੀ ਲੋੜ ਪੈ ਗਈ? ਮੈਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਸਮਾਂ ਹੈ ਜੀ, ਇਹਦੇ ਵਿੱਚ ਕਵਿਤਾ ਲਿਖਣ ਵਾਲੇ ਨੂੰ ਨਾਵਲ ਲਿਖਣਾ ਚਾਹੀਦਾ ਹੈ। ਈਵਨ ਕਵਿਤਾ ਹੀ ਨਹੀਂ, ਕਹਾਣੀ ਲਿਖਣ ਵਾਲੇ ਨੂੰ ਵੀ ਨਾਵਲ ਲਿਖਣਾ ਚਾਹੀਦਾ ਹੈ। ਜਿਹਦੇ ਕੋਲ ਵਾਰਤਕ ਲਿਖਣ ਦੀ ਸਮਰੱਥਾ ਹੈ ਉਸ ਨੂੰ ਵੀ ਨਾਵਲ ਲਿਖਣਾ ਚਾਹੀਦਾ ਹੈ, ਕਿਉਂਕਿ ਅੱਜ ਦਾ ਸਮਾਂ ਜਿਹੜਾ ਹੈ ਉਹ ਬਹੁਤ ਸਾਦਾ ਸਿੰਪਲ ਸਮਾਂ ਨਹੀਂ ਹੈ, ਬਹੁਤ ਗੁੰਝਲਦਾਰ ਹੈ। ਸਾਡਾ ਜੀਵਨ ਬਹੁਤ ਗੁੰਝਲਦਾਰ ਹੈ, ਇੰਨਾ ਗੁੰਝਲਦਾਰ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਕਵਿਤਾ ਇੱਕ ਬਹੁਤ ਮਾਸੂਮ ਵਿਦਾ ਹੈ ਜਿਹੜੀ ਇਸ ਅੱਜ ਦੇ ਜੀਵਨ ਦੀਆਂ ਸਾਰੀਆਂ ਗੁੰਝਲਾਂ ਨੂੰ, ਅੱਜ ਦਾ ਮਨੁੱਖ ਜਿਵੇਂ ਸੋਚ ਰਿਹਾ ਹੈ, ਅੱਜ ਦਾ ਮਨੁੱਖ ਜਿਵੇਂ ਬਣਿਆ ਹੈ, ਅੱਜ ਦਾ ਮਨੁੱਖ ਜਿਵੇਂ ਬਣ ਰਿਹਾ ਹੈ, ਉਹਨੂੰ ਸ਼ਾਇਦ ਕਵਿਤਾ ਜਿਹੀ ਵਿਦਾ ਦੇ ਵਿੱਚ ਪੂਰੇ ਤਰ੍ਹਾਂ ਨਾਲ ਪੜ੍ਹਿਆ ਨਹੀਂ ਜਾ ਸਕਦਾ। ਮੈਂ ਇਸ ਲਈ ਵੀ ਕਹਿ ਕਿਉਂਕਿ ਮੈਂ ਆਪਣੀ ਜਿਹੜਾ ਮੇਰਾ ਸਾਹਿਤਕ ਸਫ਼ਰ ਹੈ ਉਹ ਮੈਂ ਕਵਿਤਾ ਤੋਂ ਸ਼ੁਰੂ ਕੀਤਾ ਹੈ ਜੀ, ਔਰ ਤਕਰੀਬਨ ਹਰੇਕ ਲੇਖਕ ਜਿਹੜਾ ਅਸਲ ਚੋਂ ਕਵਿਤਾ ਤੋਂ ਹੀ ਸ਼ੁਰੂ ਕਰਦਾ ਹੈ। ਇੱਕ ਉਮਰ ਦੇ ਵਿੱਚ ਸਾਰੇ ਹੀ ਕਵਿਤਾ ਲਿਖਦੇ ਨੇ, ਸੋ ਮੈਂ ਵੀ ਸ਼ੁਰੂ ਦੇ ਵਿੱਚ ਕਵਿਤਾ ਲਿਖੀ ਔਰ ਕਵਿਤਾ ਲਿਖਦਿਆਂ ਮੈਨੂੰ ਯਾਦ ਹੈ ਮੇਰੀ ਇੱਕ ਕਿਤਾਬ ਛਪੀ ਸੀ, ਜਲੰਧਰ ਮੈਂ ਪੜ੍ਹਦਾ ਹੁੰਦਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ, ਅਕੈਡੈਮਿਕ ਹਲਕਿਆਂ ਦੇ ਵਿੱਚ ਉੱਤਰ ਆਧੁਨਿਕਤਾਵਾਦ ਦਾ ਬਹੁਤ ਰਾਮ ਰੌਲਾ ਸ਼ੁਰੂ ਹੋਇਆ ਸੀ ਤੇ ਇਤਿਹਾਸ ਦੀ ਮੌਤ ਦੀਆਂ ਗੱਲਾਂ ਹੋਣ ਲੱਗ ਪਈਆਂ, ਮਨੁੱਖ ਦੀ ਮੌਤ ਦੀਆਂ ਗੱਲਾਂ ਹੋਣ ਲੱਗ ਪਈਆਂ। ਔਰ ਅਸੀਂ ਦੋਸਤ ਜੋ ਜਲੰਧਰ ਸਾਂ, ਖਾਸ ਤੌਰ ਤੇ ਮੇਰੀ ਸਾਂਝ ਸ਼ਬਦੀਸ਼ ਦੇ ਨਾਲ ਸੀ, ਬਹੁਤ ਮੇਰਾ ਦੋਸਤ ਹੈ ਉਹ, ਅਸੀਂ ਆਪਸ ਦੇ ਵਿੱਚ ਡਿਸਕਸ ਕਰਦੇ ਹੁੰਦੇ ਸਾਂ ਕਿ ਜੇਕਰ ਇਤਿਹਾਸ ਦੀ ਮੌਤ ਹੋ ਗਈ ਹੈ ਤਾਂ ਹੋ ਸਕਦਾ ਕਿ ਯੂਰਪ ਵਾਲੇ ਇਹ ਚੀਜ਼ ਕਹਿ ਸਕਦੇ ਨੇ, ਕਿਉਂਕਿ ਉੱਥੇ ਬਹੁਤ ਸਾਰੀਆਂ ਸਹੂਲਤਾਂ ਮਨੁੱਖ ਨੂੰ ਜਿਉਂਦੇ ਰਹਿਣ ਦੇ ਲਈ, ਆਪਣੀ ਜ਼ਿੰਦਗੀ ਜਿਉਣ ਦੇ ਲਈ ਮਿਲੀਆਂ ਹੋਈਆਂ। ਲੇਕਿਨ ਜਿਸ ਤਰ੍ਹਾਂ ਦੀ ਹਾਲਤ ਭਾਰਤ ਵਰਗੇ ਪਛੜੇ ਮੁਲਕ ਦੀ ਹੈ, ਜਿਹਦੇ ਵਿੱਚ ਅਜੇ ਵੀ ਆਬਾਦੀ ਦਾ ਇੰਨਾ ਵੱਡਾ ਹਿੱਸਾ, ਉਹਨਾਂ ਨੂੰ ਜੀਵਨ ਜਿਉਣ ਲਈ ਜਿਹੜੀਆਂ ਕੁਝ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਕੋਲ ਉਹ ਵੀ ਨਹੀਂ ਹੈ। ਉਸ ਵੇਲੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਤਿਹਾਸ ਖਤਮ ਹੋ ਗਿਆ, ਇਹਦਾ ਮਤਲਬ ਇਹ ਹੈ ਕਿ ਇਸ ਤੋਂ ਅਗਾਂਹ ਸਾਡਾ ਸਮਾਜ ਕਿਤੇ ਨਹੀਂ ਜਾਣਾ, ਅਸੀਂ ਕਿਤੇ ਨਹੀਂ ਜਾਣਾ, ਅਸੀਂ ਇਸੇ ਤਰ੍ਹਾਂ ਹੀ ਜਿਉਣਾ, ਤਾਂ ਇਹ ਸਾਡੇ ਲਈ ਬੜੀ ਖਤਰਨਾਕ ਗੱਲ ਹੈ। ਸਾਡੇ ਸਮਾਜ ਲਈ, ਭਾਰਤ ਵਰਗੇ ਮੁਲਕ ਦੇ ਸਮਾਜ ਲਈ ਇਹ ਬੜੀ ਖਤਰਨਾਕ ਗੱਲ ਹੈ। ਉਹਦੇ ਵਿੱਚ ਅਸੀਂ ਆਪਸ ਵਿੱਚ ਡਿਸਕਸ ਕੀਤਾ ਕਿ ਕੀ ਇਕੱਲੀ ਕਵਿਤਾ ਲਿਖ ਕੇ ਅਸੀਂ ਕੋਈ ਬਹੁਤ ਸਾਰਥਕ ਦਖਲਅੰਦਾਜ਼ੀ ਕਰ ਸਕਦੇ ਹਾਂ? ਅੱਛਾ। ਤੇ ਸਾਨੂੰ ਲੱਗਿਆ ਕਿ ਸ਼ਾਇਦ ਨਹੀਂ, ਕਿਉਂਕਿ ਕਵਿਤਾ ਜਿਹੜੀ ਹੈ ਨਾ ਉਹਦੇ ਚ ਸਬਜੈਕਟਿਵਿਟੀ, ਅੰਤਰਮੁਖਤਾ ਬਹੁਤ ਹੁੰਦੀ ਹੈ। ਕਵਿਤਾ ਜਿਹੜੀ ਹੈ ਉਹ ਬੰਦੇ ਦੇ ਮੈਂ ਦੇ ਨਾਲ ਜੁੜੀ ਹੁੰਦੀ ਹੈ। ਬੰਦਾ ਆਪਣੇ ਨਿੱਜ ਦੇ ਪੱਧਰ ਉੱਤੇ ਜੋ ਮਹਿਸੂਸ ਕਰਦਾ ਹੈ ਉਹ ਜ਼ਿਆਦਾਤਰ ਕਵਿਤਾ ਦੇ ਵਿੱਚ ਉਹਨੂੰ ਪੇਸ਼ ਕਰਦਾ ਹੈ। ਹਾਂ, ਉਸ ਨਿੱਜ ਦੇ ਨਾਲ ਸਮਾਜਿਕ ਸਰੋਕਾਰ ਵੀ ਜੁੜੇ ਹੁੰਦੇ ਨੇ ਬਿਨਾਂ ਸ਼ੱਕ, ਪਰ ਉਹ ਨਿੱਜ ਉਹਦਾ ਇਕੱਲੇ ਦਾ ਨਹੀਂ ਹੁੰਦਾ, ਉਹ ਨਿੱਜ ਸਮਾਜ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਹੁੰਦਾ ਹੈ। ਇਹਦਾ ਉਹ ਵੀ ਸਾਰਥਕ ਹੁੰਦਾ ਹੈ। ਪਰ ਸ਼ਾਇਦ ਵਰਤਾਰੇ ਇੰਨੇ ਵਿਰਾਟ ਹੋ ਗਏ ਨੇ ਕਿ ਅਸੀਂ ਸਿਰਫ ਤੇ ਸਿਰਫ ਆਪਣੇ ਨਿੱਜ ਦੇ ਰਾਹੀਂ ਉਹਨਾਂ ਨੂੰ ਸਮਝ ਨਹੀਂ ਸਕਦੇ। ਉਹਦੇ ਵਿੱਚੋਂ ਸਾਨੂੰ ਲੱਗਿਆ ਕਿ ਸਾਨੂੰ ਵਿਚਾਰਾਂ ਦੇ ਖੇਤਰ ਦੇ ਵਿੱਚ ਵੀ ਦਖਲਅੰਦਾਜ਼ੀ ਕਰਨੀ ਚਾਹੀਦੀ ਜੀ। ਤਾਂ ਵਿਚਾਰਾਂ ਦੇ ਖੇਤਰ ਵਿੱਚ ਦਖਲਅੰਦਾਜ਼ੀ ਕਰਨ ਦੀ ਸੋਚ ਨੂੰ ਲੈ ਕੇ ਅਸੀਂ ਆਲੋਚਨਾ ਦੇ ਖੇਤਰ ਦੇ ਵਿੱਚ ਆਏ, ਚਿੰਤਨ ਦੇ ਖੇਤਰ ਦੇ ਵਿੱਚ ਆਏ ਔਰ ਆਲੋਚਨਾ ਕਵਿਤਾ ਦੇ ਬਾਰੇ, ਕਹਾਣੀ ਬਾਰੇ, ਨਾਵਲ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਉਹਦੇ ਵਿੱਚੋਂ ਹੀ ਫਿਰ ਅੱਗੇ ਦੇਸ਼ ਭਗਤ ਯਾਦਗਾਰ ਹਾਲ ਨਾਲ, ਕਿਉਂਕਿ ਮੈਂ ਜੁੜਿਆ ਹੋਇਆ ਸੀ, ਤਾਂ ਉੱਥੇ ਨਾਲ ਜੁੜ ਕੇ ਮੈਨੂੰ ਇਤਿਹਾਸ ਦੇ ਉੱਪਰ ਕੰਮ ਕਰਨ ਦਾ ਮੌਕਾ ਵੀ ਮਿਲਿਆ ਔਰ ਇਤਿਹਾਸ ਬਾਰੇ ਕੁਝ ਕੰਮ ਕੀਤਾ। ਪਰ ਫਿਰ ਉਸ ਤੋਂ ਬਾਅਦ ਇਹ ਲੱਗਿਆ ਕਿ ਜੇ ਸਾਹਿਤ ਦੇ ਖੇਤਰ 'ਚ ਕੰਮ ਕਰਨਾ ਹੈ ਤਾਂ ਫਿਰ ਕਵਿਤਾ ਤੋਂ ਅੱਗੇ ਕਿੱਥੇ ਜਾਣਾ। ਤਾਂ ਵਾਰਤਕ ਲਿਖੀ, ਸਫ਼ਰਨਾਮਾ ਲਿਖਿਆ, ਉਸ ਤੋਂ ਬਿਨਾਂ ਹੋਰ ਵਾਰਤਕ ਦੀਆਂ ਚੀਜ਼ਾਂ ਲਿਖੀਆਂ। ਲੇਕਿਨ ਅੱਜ ਤੋਂ 15 ਕੁ ਸਾਲ ਪਹਿਲਾਂ ਮੈਨੂੰ ਲੱਗਿਆ ਕਿ ਨਾਵਲ ਵੀ ਲਿਖਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਸਮੇਂ ਦਾ ਜਿਹੜਾ ਮਹਾਕਾਵ ਜਿਹਨੂੰ ਕਿਹਾ ਜਾਂਦਾ ਹੈ ਉਹ ਨਾਵਲ ਹੈ। ਔਰ ਨਾਵਲ ਵਿੱਚ ਤੁਸੀਂ ਜ਼ਿੰਦਗੀ ਦੇ ਜਿੰਨੇ ਪਾਸਾਰ ਫੜ ਸਕਦੇ ਹੋ, ਜ਼ਿੰਦਗੀ ਦੀਆਂ ਜਿੰਨੀਆਂ ਗੁੰਝਲਾਂ ਫੜ ਸਕਦੇ ਹੋ,
ਉਹ ਕਿਸੇ ਵੀ ਹੋਰ ਵਿਧਾ ਦੇ ਵਿੱਚ ਨਹੀਂ ਫੜੀਆਂ ਜਾ ਸਕਦੀਆਂ। ਸੋ ਇਸ ਕਰਕੇ 15 ਸਾਲ ਪਹਿਲਾਂ ਇਹ ਜਿਹੜੇ ਨਾਵਲ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਨਾ, ਅਸਲ ਦੇ ਵਿੱਚ ਇਹ ਮੇਰਾ ਛਪਿਆ ਹੋਇਆ ਪਹਿਲਾ ਨਾਵਲ ਹੈ। ਲੇਕਿਨ ਇਸ ਤੋਂ ਪਹਿਲਾਂ ਤਕਰੀਬਨ ਮੈਨੂੰ ਲੱਗਦਾ ਕਿ 14-15 ਸਾਲ ਪਹਿਲਾਂ ਮੈਂ ਇੱਕ ਹੋਰ ਨਾਵਲ ਲਿਖਿਆ ਸੀ। ਉਹ ਮੈਂ ਨਾਵਲ ਲਿਖਿਆ, ਉਹ ਨਾਵਲ ਲਿਖਿਆ, ਆਪਣੇ ਦੋਸਤਾਂ ਨੂੰ ਪੜ੍ਹਾਇਆ ਤੇ ਦੋਸਤਾਂ ਨੇ ਕੁਝ ਰਾਵਾਂ ਦਿੱਤੀਆਂ, ਜਿਸ ਤਰ੍ਹਾਂ ਦੀਆਂ ਰਾਵਾਂ ਬਣੀਆਂ ਉਹਦੇ ਵਿੱਚੋਂ ਮੈਨੂੰ ਲੱਗਿਆ ਕਿ ਨਹੀਂ, ਮੈਨੂੰ ਅਜੇ ਇਹ ਨਾਵਲ ਛਪਾਉਣਾ ਨਹੀਂ ਚਾਹੀਦਾ, ਕਿਉਂਕਿ ਸ਼ਾਇਦ ਅਜੇ ਨਾਵਲ ਦੀ ਵਿਧਾ ਉੱਤੇ ਮੇਰੀ ਪਕੜ ਨਹੀਂ ਹੈ ਉਸ ਤਰ੍ਹਾਂ। ਮੈਂ ਉਹ ਨਾਵਲ ਰੱਦ ਕਰ ਦਿੱਤਾ, ਰੱਖ ਦਿੱਤਾ ਪਾਸੇ। ਪਰ ਉਸ ਤੋਂ ਬਾਅਦ ਮੈਂ ਸੁਚੇਤ ਹੋ ਕੇ ਨਾਵਲ ਪੜ੍ਹਿਆ। ਨਾਵਲ ਪਹਿਲਾਂ ਵੀ ਪੜ੍ਹਦਾ ਸੀ ਮੈਂ, ਪਾਠਕ ਬਹੁਤ ਵਧੀਆ ਹੈ, ਮੈਂ ਕਹਿ ਸਕਦਾ, ਮੈਂ ਬਹੁਤ ਕਿਤਾਬਾਂ ਪੜ੍ਹਦਾ, ਬਹੁਤ ਛੋਟੀ ਉਮਰ ਤੋਂ ਹੀ ਬਹੁਤ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀ। ਲੇਕਿਨ ਉਸ ਤੋਂ ਬਾਅਦ ਮੈਂ ਸੁਚੇਤ ਹੋ ਕੇ ਨਾਵਲ ਪੜ੍ਹਿਆ, ਔਰ ਸੁਚੇਤ ਹੋ ਕੇ ਖਾਸ ਤੌਰ ਤੇ ਵਿਸ਼ਵ ਦੇ ਵਿੱਚ ਜੋ ਨਾਵਲ ਲਿਖਿਆ ਜਾ ਰਿਹਾ, ਸਿਰਫ ਇੰਗਲਿਸ਼ ਦਾ ਨਹੀਂ, ਇੰਗਲਿਸ਼ ਤੋਂ ਬਿਨਾਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਜਿਹੜੇ ਨਾਵਲ ਲਿਖੇ ਗਏ ਨੇ ਉਹ ਨਾਵਲ ਪੜ੍ਹੇ। ਔਰ ਉਹ ਨਾਵਲ ਪੜ੍ਹਦਿਆਂ ਮੈਨੂੰ ਜਦੋਂ ਲੱਗਿਆ ਕਿ ਹਾਂ ਹੁਣ ਮੇਰੀ ਥੋੜੀ ਪਕੜ ਹੈ, ਹੁਣ ਮੈਨੂੰ ਲੱਗਦਾ ਕਿ ਜੇ ਮੈਂ ਪੰਜਾਬੀ ਵਿੱਚ ਨਾਵਲ ਦੀ ਵਿਧਾ ਵਿੱਚ ਕੋਈ ਵੱਖਰਾ ਕੰਮ ਕਰ ਸਕਦਾ ਤਾਂ ਹੁਣ ਮੈਂ ਕਰ ਸਕਦਾ। ਸੋ ਇਸ ਲਈ ਮੈਂ ਇਹ ਮੈਲੀ ਮਿੱਟੀ ਨਾਵਲ ਲਿਖਿਆ, ਔਰ ਇਹ ਮੈਲੀ ਮਿੱਟੀ ਨਾਵਲ ਅਸਲ 'ਚ ਕਰੋਨਾ ਦੇ ਸਮੇਂ ਦੇ ਵਿੱਚ ਲਿਖਿਆ ਗਿਆ। ਕੋਵਿਡ ਦੇ ਟਾਈਮ ਜਦੋਂ ਸਾਰਾ ਕੁਝ ਬੰਦ ਹੋ ਗਿਆ, ਸਾਰਾ ਕੁਝ ਸਭ ਲੋਕ ਘਰਾਂ ਦੇ ਵਿੱਚ ਬੰਦ ਹੋ ਗਏ, ਤਾਂ ਉਸ ਵੇਲੇ ਮੇਰੇ ਕੋਲ ਸਮਾਂ ਸੀ ਤੇ ਕਿ ਮੈਂ ਇਸ ਉੱਤੇ ਕੰਮ ਕਰ ਸਕਦਾ ਸੀ। ਸੋ ਇਹ ਨਾਵਲ ਮੈਨੂੰ ਲੱਗਦਾ ਸੀ ਕਿ ਮੈਂ ਘੱਟੋ ਘੱਟ 3 ਜਾਂ 4 ਸਾਲ ਮੈਨੂੰ ਲੱਗਣਗੇ ਇਹ ਨਾਵਲ ਲਿਖਣ ਦੇ ਉੱਤੇ। ਲੇਕਿਨ 3-4 ਸਾਲ ਦੇ ਵਿੱਚ ਜਿਹੜਾ ਕੰਮ ਕਰਨਾ ਸੀ, ਕਿਉਂਕਿ ਕਰੋਨਾ ਕਾਰਨ ਪੂਰੇ ਦਾ ਪੂਰਾ ਸਮਾਂ ਮੇਰੇ ਕੋਲ ਸੀ, ਸਾਰਾ ਦਿਨ ਮੇਰੇ ਕੋਲ ਹੁੰਦਾ ਸੀ, ਸਾਰਾ ਸਮਾਂ ਸੀ। ਸੋ ਤਕਰੀਬਨ 1 ਸਾਲ ਦੇ ਵਿੱਚ ਮੈਂ ਇਹ ਮੁਕੰਮਲ ਕੀਤਾ, ਔਰ ਇਸ ਲਈ ਇਹ ਛਪਿਆ। ਔਰ ਜਿਹੜੀ ਨਾਵਲ ਵੱਲ ਆਉਣ ਦੀ ਗੱਲ ਹੈ ਨਾ, ਇਹਦੇ ਬਾਰੇ ਅਸੀਂ ਗੱਲ ਕਰਦੇ ਰਹਿੰਦੇ। ਇੱਕ ਵਾਰ ਮੇਰੀ ਗੁਰਬਚਨ ਹੋਰਾਂ ਨਾਲ ਗੱਲ ਹੋਈ, ਪੰਜਾਬੀ ਦੇ ਬੜੇ ਮਸ਼ਹੂਰ ਆਲੋਚਕ ਨੇ, ਆਪਣੀ ਤਰ੍ਹਾਂ ਦੇ ਵਾਰਤਕਾਰ ਨੇ, ਵੱਖਰੀ ਸੁਰ ਦੇ। ਅਸੀਂ ਇੱਕ ਵਾਰ ਗੱਲ ਕਰ ਰਹੇ ਸਾਂ ਤੇ ਅਸੀਂ ਕਵਿਤਾ ਬਾਰੇ ਗੱਲ ਕਰ ਰਹੇ ਸਾਂ। ਉਹ ਕਹਿੰਦੇ ਕਿ ਕਵਿਤਾ ਅੱਜ ਦੇ ਸਮੇਂ 'ਚ ਬਹੁਤੀ ਮਹੱਤਵਪੂਰਨ ਚੀਜ਼ ਨਹੀਂ ਹੈ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਹਦਾ ਮਤਲਬ ਕਵੀ ਨਾ ਹੋਵੇ, ਕਿ ਕਵੀ ਨੂੰ ਹੋਣਾ ਨਹੀਂ ਚਾਹੀਦਾ? ਉਹ ਕਹਿੰਦੇ ਨਹੀਂ, ਕਵੀ ਹੋਵੇ ਪਰ ਉਹ ਕਵਿਤਾ ਨਾ ਲਿਖੇ, ਉਹ ਕਵੀ ਹੋਰ ਵਿਧਾਵਾਂ ਦੇ ਵਿੱਚ ਕੰਮ ਕਰੇ। ਤੇ ਜਿਵੇਂ ਮੈਨੂੰ ਕਹਿੰਦੇ, ਜਿਵੇਂ ਤੂੰ ਨਾਵਲ ਲਿਖਿਆ, ਇਹ ਕੰਮ ਸਾਰਥਕ ਹੈ। ਇੱਕ ਕਵੀ ਨੂੰ ਨਾਵਲ ਲਿਖਣਾ ਚਾਹੀਦਾ, ਤੇ ਇਸ ਲਈ ਉਹਨਾਂ ਮੈਨੂੰ ਕਿਹਾ ਕਿ ਮੈਨੂੰ ਇਹ ਗੱਲ ਚੰਗੀ ਲੱਗੀ ਆ ਕਿ ਤੂੰ ਨਾਵਲ ਲਿਖਿਆ। ਔਰ ਮੈਨੂੰ ਲੱਗਿਆ ਕਿ ਕਵਿਤਾ ਤੋਂ ਨਾਵਲ ਵੱਲ ਆ ਕੇ ਮੈਂ ਕੋਈ ਗਲਤੀ ਨਹੀਂ ਕੀਤੀ। ਮੈਨੂੰ ਯਾਦ ਹੈ ਤੁਹਾਨੂੰ ਲੱਗਦਾ ਕਿ ਇਹ ਕਾਈਂਡ ਆਫ ਇਹ ਸਫ਼ਰ ਹੈਗਾ ਕਿ ਕਵਿਤਾ ਤੋਂ ਸ਼ੁਰੂਆਤ ਕਰਕੇ ਨਾਵਲ ਤੱਕ ਪਹੁੰਚਣਾ ਚਾਹੀਦਾ। ਇਜ਼ ਦੈਟ ਰਾਈਟ? ਬਿਲਕੁਲ। ਇੱਕ ਵਾਰ ਰਜਿੰਦਰ ਬਿਮਲ ਹੋਰੀ ਨੇ ਜਲੰਧਰ ਦੇ ਵਿੱਚ ਖਾਸ ਤੌਰ ਕਿਤਾਬਾਂ ਦੇ ਪ੍ਰਕਾਸ਼ਨ ਦੇ ਵਿੱਚ, ਕਿਤਾਬਾਂ ਨੂੰ ਪ੍ਰਚਾਰਨ ਪ੍ਰਸਾਰਨ ਦੇ ਵਿੱਚ ਉਹਨਾਂ ਦਾ ਬੜਾ ਯੋਗਦਾਨ ਹੈ। ਇੱਕ ਵਾਰ ਉਹ ਮੈਨੂੰ ਕਹਿੰਦੇ ਕਿ ਯਾਰ ਇਹ ਨਹੀਂ ਮੈਨੂੰ ਗੱਲ ਸਮਝ ਲੱਗਦੀ ਕਿ ਕੀ ਇੱਕ ਰਚਨਾਕਾਰ ਨੂੰ ਇਹ ਨਹੀਂ ਸਮਝ ਲੱਗਦੀ ਕਿ ਉਹਨੇ ਕਿਹੜੀ ਵਿਧਾ ਵਿੱਚ ਕੰਮ ਕਰਨਾ ਹੈ। ਕਦੀ ਉਹ ਕੁਝ ਲਿਖਣ ਲੱਗ ਪੈਂਦਾ, ਕਦੀ ਉਹ ਕੁਝ ਲਿਖਣ ਲੱਗ ਪੈਂਦਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਚੀਜ਼ ਨੂੰ ਹੋਰ ਤਰੀਕੇ ਨਾਲ ਦੇਖਦਾ, ਖਾਸ ਤੌਰ ਤੇ ਜਦੋਂ ਮੈਂ ਆਪਣੇ ਬਾਰੇ ਸੋਚਦਾ ਤਾਂ ਮੈਨੂੰ ਲੱਗਦਾ ਕਿ ਮੇਰੇ ਲਈ ਇਹ ਆਪਣੀ ਰਚਨਾਕਾਰੀ ਦੀ ਤਲਾਸ਼ ਹੈ। ਮੈਨੂੰ ਲੱਗਦਾ ਕਿ ਜੇ ਮੈਂ ਕਵਿਤਾ ਲਿਖ ਰਿਹਾ ਤਾਂ ਕੀ ਮੈਂ ਕੋਈ ਹੋਰ ਚੀਜ਼ ਨਹੀਂ ਲਿਖ ਸਕਦਾ? ਕੀ ਮੈਂ ਵਾਰਤਕ ਨਹੀਂ ਲਿਖ ਸਕਦਾ? ਜੇ ਮੈਨੂੰ ਲੱਗਦਾ ਮੈਂ ਵਾਰਤਕ ਲਿਖ ਸਕਦਾ ਤਾਂ ਮੈਂ ਵਾਰਤਕ ਲਿਖਦਾ। ਜੇ ਮੈਨੂੰ ਲੱਗਦਾ ਕਿ ਮੈਂ ਆਹ ਕਿਤਾਬ ਪੜ੍ਹੀ ਹੈ, ਇਹ ਕਿਤਾਬ ਮੈਨੂੰ ਉਤੇਜਿਤ ਕਰ ਰਹੀ ਹੈ, ਮੈਂ ਇਹਦੇ ਬਾਰੇ ਕੁਝ ਲਿਖਣਾ, ਤਾਂ ਮੈਂ ਕੋਈ ਆਲੋਚਨਾਤਮਕ ਲੇਖ ਲਿਖ ਲੈਂਦਾ। ਔਰ ਇਸੇ ਤਰ੍ਹਾਂ ਆਪਣੀ ਰਚਨਾਕਾਰੀ ਨੂੰ, ਆਪਣੀ ਸਿਰਜਣਾਤਮਕਤਾ ਦੀ ਤਲਾਸ਼ ਕਰਦਿਆਂ ਹੀ ਮੈਂ ਅਸਲ ਦੇ ਵਿੱਚ ਨਾਵਲ ਵੱਲ ਵੀ ਮੁੜਿਆ ਤੇ ਨਾਵਲ ਵੀ ਲਿਖਿਆ। ਤੇ ਹੁਣ ਮੈਨੂੰ ਲੱਗਦਾ ਕਿ ਅਗਲੇ ਆਉਣ ਵਾਲੇ ਸਮੇਂ 'ਚ ਤਾਂ ਮੈਂ ਆਪਣੇ ਆਪ ਨਾਲ ਇਹੀ ਵਾਅਦਾ ਕੀਤਾ ਕਿ ਮੈਂ ਆਉਣ ਵਾਲੇ ਸਮੇਂ 'ਚ ਨਾਵਲ ਲਿਖਿਆ ਕਰਾਂਗਾ। ਮੇਰੀ ਪਹਿਲ ਜਿਹੜੀ ਹੈ ਉਹ ਨਾਵਲ ਨੂੰ ਹੋਏਗੀ। ਕਵਿਤਾ ਇੱਕ ਭਾਵਨਾਤਮਕ ਹੁੰਗਾਰਾ ਹੁੰਦੀ ਹੈ, ਇਸ ਕਰਕੇ ਕਵਿਤਾ ਵੀ ਲਿਖੀ ਜਾਣੀ ਹੈ। ਔਰ ਜਦੋਂ ਕਿਤੇ ਤੁਸੀਂ ਉਸ ਤਰ੍ਹਾਂ ਦੇ ਭਾਵਨਾਤਮਕ ਆਵੇਸ਼ ਨੂੰ ਮਹਿਸੂਸ ਕਰਦੇ ਹੋ, ਜਿਹੜਾ ਤੁਰੰਤ ਤੁਸੀਂ ਮਹਿਸੂਸ ਕਰਦੇ ਹੋ, ਉਹਨੂੰ ਤੁਰੰਤ ਤੁਸੀਂ ਪੰਨਿਆਂ ਦੇ ਉੱਤੇ ਵੀ ਉਤਾਰ ਦਿੰਦੇ ਹੋ, ਉਹਦੇ ਵਿੱਚੋਂ ਕਵਿਤਾ ਲਿਖੀ। ਲੇਕਿਨ ਉਹਦੇ ਮੁਕਾਬਲੇ ਵਿੱਚ ਨਾਵਲ ਲਿਖਣ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹੈ, ਔਰ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਉਤਰਨਾ ਵੀ ਪੈਂਦਾ ਹੈ, ਆਪਣੇ ਆਲੇ ਦੁਆਲੇ ਦੇ ਨਾਲ ਜੁੜਨਾ ਵੀ ਪੈਂਦਾ ਹੈ, ਆਪਣੀ ਰਹਿਤਲ ਨੂੰ ਸਮਝਣਾ ਪੈਂਦਾ। ਜੀ ਹਰਵਿੰਦਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਰਜਿੰਦਰ ਬਿਮਲ ਹੋਣਾ ਦਾ, ਉਹਨਾਂ ਦਾ ਇੱਕ ਸੁਨੇਹਾ ਹੈ ਇਸ ਨਾਵਲ ਬਾਰੇ
ਉਹ ਮੈਂ ਸਾਡੀ ਸੁਣਨ ਵਾਲਿਆਂ ਦੇ ਨਾਲ ਵੀ ਸਾਂਝਾ ਕਰਨਾ ਚਾਹੁੰਦੀ ਹਾਂ ਤੇ ਤੁਹਾਡੇ ਨਾਲ ਵੀ ਸਾਂਝਾ ਕਰਨਾ ਚਾਹੁੰਦੀ ਹਾਂ। ਰਜਿੰਦਰ ਬਿਮਲ ਲਿਖ ਰਹੇ ਨੇ ਇਸ ਸੁਨੇਹੇ ਦੇ ਵਿੱਚ, ਕਹਿੰਦੇ ਕਿ ਸਾਡੇ ਪੰਜਾਬੀ ਨਾਵਲ ਦੇ ਹੋਰਨਾਂ ਭਾਸ਼ਾਵਾਂ ਤੋਂ ਪਛੜੇ ਰਹਿਣ ਦਾ ਵੱਡਾ ਕਾਰਨ ਵਰ੍ਹਿਆਂ ਤੋਂ ਲਕੀਰੀ ਬਿਰਤਾਂਤ ਨੂੰ ਵਾਰ-ਵਾਰ ਲਿਖੇ ਜਾਣਾ ਹੈ। ਇਸ ਵਿੱਚ ਵਿਸ਼ਿਆਂ ਦੀ ਭਿੰਨਤਾ, ਕੋਈ ਵੱਖਰਾ ਵਿਸ਼ਾ, ਵੱਖਰਾ ਵਿਜ਼ਨ, ਨਵੇਂ ਤਜਰਬਿਆਂ ਦਾ ਨਾ ਹੋਣਾ ਹੈ। ਲੇਖਕ ਜਿਵੇਂ ਸਰਬ ਵਿਆਪੀ ਤੇ ਸਰਬ ਗਿਆਤਾ ਹੋਣ ਕਰਕੇ ਜੋ ਬਿਰਤਾਂਤ ਪਰੋਸੀ ਜਾ ਰਿਹਾ ਹੈ, ਪਾਠਕ ਉਸ ਨੂੰ ਮੂਰਖ ਬਣ ਕੇ ਸੁਣਦਾ ਜਾ ਰਿਹਾ ਹੈ। ਉਸ ਵਿੱਚ ਪਾਠਕ ਦੀ ਕੋਈ ਸ਼ਮੂਲੀਅਤ ਨਹੀਂ ਹੈ। ਅੱਗੇ ਲਿਖ ਰਹੇ ਨੇ, ਕਹਿੰਦੇ ਪਿਛਲੇ ਕੁਝ ਵਰ੍ਹਿਆਂ ਤੋਂ ਕੁਝ ਲੇਖਕਾਂ ਨੇ ਇਸ ਲਕੀਰੀ ਬਿਰਤਾਂਤ ਨੂੰ ਤੋੜਦਿਆਂ ਕੁਝ ਨਵੇਂ ਦਿਸਦੇ ਤਲਾਸ਼ੇ ਹਨ। ਇਹਨਾਂ ਲੇਖਕਾਂ ਵਿੱਚ ਡਾਕਟਰ ਪਰਮਜੀਤ ਜੱਜ ਤੇ ਹਰਵਿੰਦਰ ਪੰਡਾਲ ਦੇ ਨਾਮ ਆਉਂਦੇ ਹਨ। ਮੈਲੀ ਮਿੱਟੀ ਬਾਰੇ ਲਿਖ ਰਹੇ ਨੇ, ਕਹਿੰਦੇ ਮੈਲੀ ਮਿੱਟੀ ਹਰਵਿੰਦਰ ਪੰਡਾਲ ਦਾ ਦੂਜਾ ਨਾਵਲ ਹੈ ਜੋ ਵੱਖਰਾ ਬਿਰਤਾਂਤ ਚੇਤਨਾ ਪ੍ਰਵਾਹ ਦੀ ਸ਼ੈਲੀ ਵਿੱਚੋਂ ਲੈ ਕੇ ਆਇਆ ਹੈ, ਜੋ ਆਪਣੇ ਸਮੇਂ ਦੀਆਂ ਸੱਭਿਆਚਾਰਕ, ਰਾਜਨੀਤਿਕ ਤੇ ਸਮਾਜਿਕ ਚੇਤਨਾ ਲਹਿਰਾਂ ਨੂੰ ਉਭਾਰਦਾ ਹੈ। ਇੱਕ ਥਾਂ ਤੇ ਕਹਿੰਦੇ ਇਸ ਦਾ ਮੁੱਖ ਪਾਤਰ ਖੁਸ਼ਵੰਤ ਬੇਟ ਦੇ ਇਲਾਕੇ ਦਾ ਬਸ਼ਿੰਦਾ ਹੈ, ਜੋ ਇਸ ਮਿੱਟੀ ਵਿੱਚ ਜੰਮਿਆ ਮੌਲਿਆ ਹੈ। ਬੇਸ਼ੱਕ ਇਹ ਦਰਿਆ ਆਪਣੇ ਕਲ-ਕਲ ਵਹਿੰਦੇ ਰਹਿਣ ਦੇ ਖਾਸੀ ਨੂੰ ਗਵਾ ਚੁੱਕਾ ਹੈ। ਇਸ ਦਾ ਪਾਣੀ ਬੇਹਾ ਤੇ ਮੈਲਾ ਹੋ ਗਿਆ ਹੈ, ਪਰ ਇਸ ਦੀ ਸਦੀਵੀ ਮਹਿਕ ਪਾਠਕ ਤੱਕ ਪਹੁੰਚਦੀ ਹੈ। ਅਖੀਰ 'ਚ ਲਿਖ ਰਹੇ ਨੇ, ਕਹਿੰਦੇ ਇਹ ਨਾਵਲ ਪਾਠਕ ਨੂੰ ਨਿਤਾਣਾ ਨਹੀਂ ਸਮਝਦਾ, ਬਲਕਿ ਉਸ ਨੂੰ ਆਪਣੇ ਨਾਲ ਲੈ ਕੇ ਤੁਰਦਾ ਹੈ ਤੇ ਪਾਠਕ ਨਾਵਲਕਾਰ ਦੇ ਨਾਲ ਤੁਰਦਾ ਨਵਾਂ ਬਿਰਤਾਂਤ ਸਿਰਜਦਾ ਹੈ ਆਪਣੇ ਇਸ ਰਾਹੀਂ। ਤੇ ਇਸ ਨਾਵਲ ਦੀ ਇੱਕ ਪਾਤਰ ਮੁੱਖ ਪਾਤਰ ਨੂੰ ਪੁੱਛਦੀ ਹੈ, ਮੈਨੂੰ ਤੁਹਾਡੇ ਦਰਿਆਈ ਲੋਕਾਂ ਦੀ ਪਛਾਣ ਆ ਜਾਂਦੀ ਹੈ। ਤੁਸੀਂ ਤੁਰਦਿਆਂ ਏਦਾਂ ਪੈਰ ਟਿਕਾ ਕੇ ਰੱਖਦੇ ਹੋ ਜਿੱਦਾਂ ਥੱਲੇ ਚਿੱਕੜ ਹੋਇਆ ਹੋਵੇ। ਤੇ ਮੁੱਖ ਪਾਤਰ ਦਾ ਕਹਿਣਾ ਸੀ, ਅਸੀਂ ਚੀਕਣੀ ਮਿੱਟੀ ਵਾਲੇ ਇਲਾਕੇ ਵਿੱਚ ਜੰਮੇ ਹਾਂ, ਇਸ ਲਈ ਏਦਾਂ ਹੀ ਤੁਰਦੇ ਹਾਂ। ਜੇ ਕਿਤੇ ਬਰਸਾਤਾਂ ਵਿੱਚ ਤੂੰ ਸਾਡੇ ਇਲਾਕੇ ਵਿੱਚ ਆ ਜਾਏ ਤਾਂ ਤਿਲਕ ਤਿਲਕ ਕੇ ਡਿੱਗਦੀ ਫਿਰੇ। ਇਹ ਰਜਿੰਦਰ ਬਿਮਲ ਹੁਣਾਂ ਨੇ ਲਿਖ ਕੇ ਭੇਜਿਆ। ਸ਼ੁਕਰੀਆ ਇਹਨਾਂ ਦਾ ਬਹੁਤ ਬਹੁਤ। ਕੋਈ ਗੱਲ ਤੁਸੀਂ ਕਹਿਣਾ ਚਾਹੋ ਇਸ ਸਿਲਸਿਲੇ 'ਚ? ਰਜਿੰਦਰ ਬਿਮਲ ਜੀ ਅਸਲ 'ਚ ਬਹੁਤ ਵੱਡੇ ਪਾਠਕ ਨੇ ਜੀ। ਉਹ ਸਿਰਫ ਕਿਤਾਬਾਂ ਦਾ ਪ੍ਰਚਾਰ ਪ੍ਰਸਾਰ ਹੀ ਨਹੀਂ ਕਰਦੇ, ਬਲਕਿ ਉਹ ਪੜ੍ਹਦੇ ਵੀ ਬਹੁਤ ਨੇ। ਔਰ ਇੱਥੋਂ ਤੱਕ ਪੰਜਾਬੀ ਦੇ ਇਤਿਹਾਸ ਵਿੱਚ ਮੈਨੂੰ ਲੱਗਦਾ ਕਿ ਕੋਈ ਕਿਤਾਬ, ਕੋਈ ਲੇਖਕ, ਕਿਸੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ, ਪੁਖਤਾ ਜਾਣਕਾਰੀ ਲੈਣੀ ਹੋਵੇ ਤਾਂ ਰਜਿੰਦਰ ਬਿਮਲ ਹੋਰੀ ਜਿਹੜੇ ਨੇ ਉਹ ਇੱਕ ਸਰੋਤ ਹੁੰਦੇ ਨੇ। ਇਸ ਲਈ ਉਹਨਾਂ ਦੀ ਕੋਈ ਗੱਲ ਨੂੰ ਮੈਂ ਮਹੱਤਵ ਦਿੰਦਾ, ਔਰ ਗੱਲ ਉਹ ਬਿਲਕੁਲ ਠੀਕ ਕਰ ਰਹੇ ਨੇ। ਮੈਂ ਖੁਦ ਵੀ ਇਹੀ ਸਮਝਦਾ ਕਿ ਪੰਜਾਬੀ ਨਾਵਲ ਬਹੁਤ ਸਮੇਂ ਤੋਂ ਇੱਕ ਲਕੀਰੀ ਕਿਸਮ ਦੇ ਬਿਰਤਾਂਤ ਨਾਲ ਹੀ ਜੁੜਿਆ ਰਿਹਾ ਜੀ। ਮੈਂ ਅਕੈਡੈਮਿਕ ਭਾਸ਼ਾ ਨਹੀਂ ਵਰਤਾਂਗਾ। ਜੇ ਅਕੈਡੈਮਿਕ ਭਾਸ਼ਾ ਵਰਤਣੀ ਹੋਵੇ ਤਾਂ ਮੈਂ ਯਥਾਰਥਵਾਦ ਤੇ ਸਮਾਜਵਾਦੀ ਯਥਾਰਥਵਾਦ ਵਰਗੇ ਸ਼ਬਦ ਬੋਲਾਂਗਾ, ਪਰ ਮੈਂ ਉਹ ਨਹੀਂ ਬੋਲਾਂਗਾ ਆਮ ਲੋਕਾਂ ਨਾਲ, ਕਿਉਂਕਿ ਅਸੀਂ ਆਮ ਪਾਠਕਾਂ ਦੇ ਨਾਲ ਗੱਲ ਕਰ ਰਹੇ ਹਾਂ। ਸਿਰਫ ਇਹ ਉਹਨੂੰ ਸਾਫ਼ ਸ਼ਬਦਾਂ ਦੇ, ਸਪਸ਼ਟ ਸ਼ਬਦਾਂ 'ਚ, ਸੌਖੇ ਸ਼ਬਦਾਂ ਵਿੱਚ ਮੈਂ ਇਹ ਕਹਾਂਗਾ ਕਿ ਇਸ ਤੋਂ ਪਹਿਲਾਂ ਬਹੁਤ ਪੰਜਾਬੀ ਦਾ ਜਿਹੜਾ ਵਧੇਰੇ ਨਾਵਲ ਹੈ ਨਾ, ਉਹ ਸਿਰਫ ਘਟਨਾਵਾਂ ਦੇ ਰਾਹੀਂ ਅੱਗੇ ਵੱਧਦਾ ਹੈ। ਘਟਨਾਵਾਂ, ਇੱਕ ਘਟਨਾ, ਉਸ ਤੋਂ ਬਾਅਦ ਦੂਸਰੀ ਘਟਨਾ, ਉਸ ਤੋਂ ਬਾਅਦ ਤੀਸਰੀ ਘਟਨਾ, ਉਸ ਤੋਂ ਬਾਅਦ ਚੌਥੀ ਘਟਨਾ, ਇਸ ਤਰ੍ਹਾਂ ਸ਼ੁਰੂ ਤੋਂ ਲੈ ਕੇ ਆਖਰੀ ਕਾਂਡ ਤੱਕ ਘਟਨਾਵਾਂ ਦਾ ਵੇਰਵਾ ਹੀ ਨਾਵਲਕਾਰ ਦੇਈ ਜਾਂਦਾ ਹੈ। ਕਿਉਂਕਿ ਪੰਜਾਬੀ ਨਾਵਲ ਜਿਹੜੇ ਨੇ, ਪੰਜਾਬੀ ਨਾਵਲਕਾਰ ਜਿਹੜੇ ਨੇ, ਉਹਨਾਂ ਨੇ ਜਿਹੜੇ ਸੋਵੀਅਤ ਯੂਨੀਅਨ ਤੋਂ ਛਪ ਕੇ ਆਉਂਦੇ ਸਨ ਅਨੁਵਾਦਿਤ ਨਾਵਲ, ਉਹਨਾਂ ਨੂੰ ਪੜ੍ਹ ਕੇ ਉਹਨਾਂ ਨੇ ਸਿੱਖਿਆ ਸੀ, ਉਹਨਾਂ ਤੋਂ ਪ੍ਰੇਰਨਾ ਲਈ ਸੀ, ਔਰ ਉਹਦੇ ਵਿੱਚ ਇਸੇ ਤਰ੍ਹਾਂ ਦਾ ਹੀ ਬਿਰਤਾਂਤ ਸੀ, ਇਸੇ ਤਰ੍ਹਾਂ ਦੀ ਕਹਾਣੀ ਕਹੀ ਜਾਂਦੀ ਸੀ। ਇਸ ਕਰਕੇ ਪੰਜਾਬੀ ਵਿੱਚ ਵੀ ਨਾਵਲਕਾਰਾਂ ਨੂੰ ਇਸੇ ਤਰ੍ਹਾਂ ਦੀ ਕਹਾਣੀ ਕਹਿਣ ਦੀ ਆਦਤ ਪੈ ਗਈ, ਪਾਠਕਾਂ ਨੂੰ ਵੀ ਉਸੇ ਤਰ੍ਹਾਂ ਦੀ ਕਹਾਣੀ ਪੜ੍ਹਨ ਦੀ ਵੀ ਆਦਤ ਪੈ ਗਈ। ਲੇਕਿਨ ਵਿਕਟ ਦੇ ਵਿੱਚ, ਇਸ ਤੋਂ ਬਿਰਤਾਂਤ ਦੇ ਵਿੱਚ ਇਸ ਤੋਂ ਵੱਖਰੇ ਬੜੇ ਤਜਰਬੇ ਹੋਏ ਨੇ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਜੇਕਰ ਹੁਣ ਪੰਜਾਬੀ ਨਾਵਲ ਨੇ ਅੱਗੇ ਪੁਲਾਂਘ ਪੁੱਟਣੀ ਹੈ ਤਾਂ ਉਹਨਾਂ ਨੂੰ ਉਸ ਪਾਸੇ ਜਾਣਾ ਪਏਗਾ, ਕਿਉਂਕਿ ਅੱਜ ਦਾ ਜਿਹੜਾ ਸੱਚ ਹੈ, ਅੱਜ ਦੀ ਜੋ ਸੱਚਾਈ ਹੈ ਜੀਵਨ ਦੀ, ਉਹ ਇੰਨੀ ਗੁੰਝਲਦਾਰ ਹੈ ਕਿ ਤੁਸੀਂ ਉਹਦੇ ਬਾਰੇ ਕੋਈ ਵੀ ਫਾਈਨਲ, ਕੋਈ ਵੀ ਅੰਤਮ ਨਿਰਣਾ ਪੇਸ਼ ਨਹੀਂ ਕਰ ਸਕਦੇ ਕਿ ਇਸ ਚੀਜ਼, ਇਸ ਘਟਨਾ, ਇਸ ਪਾਤਰ ਬਾਰੇ ਆਹੀ ਅੰਤਮ ਸੱਚ ਹੈ। ਤੁਸੀਂ ਉਸ ਸੱਚ ਨੂੰ ਇਸ ਤਰੀਕੇ ਨਾਲ ਹੀ ਪੇਸ਼ ਕਰ ਸਕਦੇ ਹੋ ਜਿਹਦੇ ਵਿੱਚੋਂ ਪਾਠਕ, ਜਿਵੇਂ ਇਸ਼ਾਰਾ ਬਿਮਲ ਜੀ ਨੇ ਵੀ ਕੀਤਾ, ਕਿ ਪਾਠਕ ਵੀ ਆਪ ਵੀ ਅੰਦਾਜ਼ਾ ਲਗਾਵੇ, ਆਪ ਵੀ ਆਪਣੀ ਸੂਝ ਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰੇ ਕਿ ਇਸ ਸੱਚ ਦੇ ਪਿੱਛੇ ਕਿਹੜੀ ਚੀਜ਼ ਲੁਕੀ ਹੋਈ ਹੈ।
ਦੁਨੀਆ ਦੇ ਨਾਵਲ ਦੇ ਵਿੱਚ ਤੁਸੀਂ ਮਾਰਕੇਜ਼ ਵਰਗੇ ਜਿਹੜੇ ਨਾਵਲਕਾਰ ਨੇ, ਈਵਨ ਸਲਮਾਨ ਰਸ਼ਦੀ ਵਰਗੇ ਜਿਹੜੇ ਨਾਵਲਕਾਰ ਨੇ, ਉਹਨਾਂ ਦੇ ਨਾਵਲਾਂ ਨੂੰ ਜਦੋਂ ਅਸੀਂ ਪੜ੍ਹਦੇ ਆ ਤਾਂ ਉਹ ਜਿਹਨੂੰ ਜਾਦੂਈ ਅਸਲ ਚ ਯਥਾਰਥਵਾਦ ਕਹਿੰਦੇ ਆ, ਤਲਿਸਮੀ ਯਥਾਰਥਵਾਦ ਹੈ, ਜਿਹਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਬੜੀਆਂ ਕਹਿ ਲਓ ਕਿ ਤਿਲਕਵੀਆਂ ਨੇ। ਤੁਸੀਂ ਬਹੁਤ ਪੱਕੀਆਂ ਠੱਕੀਆਂ ਧਾਰਨਾਵਾਂ, ਪੱਕੇ ਠੱਕੇ ਵਿਚਾਰ ਜਿਹੜੇ ਨੇ ਉਹ ਪਾਠਕਾਂ ਨੂੰ ਉਸ ਨਾਵਲ ਤੋਂ ਨਹੀਂ ਮਿਲਦੇ। ਔਰ ਮੇਰੇ ਇਸ ਨਾਵਲ ਦੇ ਵਿੱਚ ਵੀ ਮੈਂ ਚੇਤ ਹੋ ਕੇ ਇਹ ਵਿਧੀ ਅਸਲ ਚ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ, ਚੇਤਨਾ ਪ੍ਰਵਾਹ ਤੇ ਜਾਦੂਈ ਯਥਾਰਥਵਾਦ ਦੀ, ਜਿਹਦੇ ਵਿੱਚ ਕੀ ਹੈ ਕਿ ਜੇਕਰ ਮੈਂ ਪਾਠਕਾਂ ਨੂੰ ਦੱਸਣਾ ਚਾਹਾਂ ਕਿ ਜੇਕਰ ਤੁਸੀਂ ਇੱਕ ਕਹਾਣੀ ਦੇਖਣੀ ਹੋਵੇ, ਲਕੀਰੀ ਘਟਨਾ ਦੇਖਣੀ ਹੋਵੇ, ਤਾਂ ਸਿਰਫ ਇੰਨੀ ਹੈ ਕਿ ਪ੍ਰੋਫੈਸਰ ਖੁਸ਼ਵੰਤ ਹੈ, ਉਹਦੇ ਨਾਲ ਕੁਝ ਵਾਪਰ ਜਾਂਦਾ ਤੇ ਉਹਨੂੰ ਤਾਪ ਚੜ ਜਾਂਦਾ। ਉਹ ਤਾਪ ਨਾਲ 3-4 ਦਿਨ ਲੇਟਿਆ ਰਹਿੰਦਾ। ਫਿਰ ਉਸਦੀ ਪਤਨੀ ਉਹਨੂੰ ਉਠਾਉਂਦੀ ਹੈ ਕਿ ਤੂੰ ਚੱਲ ਬਾਹਰ ਜਾ ਕੇ ਘੁੰਮ ਫਿਰ ਕੇ ਆ, ਫਿਰ ਤੂੰ ਠੀਕ ਹੋਏਗਾ। ਉਹ ਬਾਹਰ ਸ਼ਹਿਰ ਦੇ ਵਿੱਚ ਘੁੰਮਣ ਜਾਂਦਾ ਹੈ, ਔਰ ਸ਼ਹਿਰ ਦੇ ਵਿੱਚ ਘੁੰਮਦਿਆਂ ਸ਼ਹਿਰ ਨੂੰ ਆਸੇ-ਪਾਸਿਓਂ ਦੇਖਦਾ ਹੈ। ਫਿਰ ਉਸ ਤੋਂ ਬਾਅਦ ਉਹ ਆਪਣੇ ਇੱਕ ਦੋਸਤ ਦੇ ਘਰ ਜਾਂਦਾ ਹੈ, ਉੱਥੇ ਇੱਕ ਛੋਟੀ ਜਿਹੀ ਮਹਿਫਿਲ ਲੱਗਦੀ ਹੈ, ਔਰ ਉਸ ਮਹਿਫਿਲ ਤੋਂ ਬਾਅਦ ਉਹ ਘਰ ਆ ਜਾਂਦਾ ਹੈ। ਲੇਕਿਨ ਇਹਦੇ ਦਰਮਿਆਨ ਪਿਛਲੇ 5 ਦਹਾਕਿਆਂ ਦਾ ਜਿਹੜਾ ਪੰਜਾਬ ਹੈ, ਮੈਂ ਉਸ 5 ਦਹਾਕਿਆਂ ਦੇ ਪੰਜਾਬ ਨੂੰ ਇਹਨਾਂ ਘਟਨਾਵਾਂ ਦੇ ਦਰਮਿਆਨ, ਇਸ ਥੋੜੇ ਜਿਹੇ ਸਮੇਂ ਦੇ ਦਰਮਿਆਨ ਚੇਤਨਾ ਪ੍ਰਵਾਹ ਦੀ ਤਕਨੀਕ ਨਾਲ, ਤਲਿਸਮੀ ਯਥਾਰਥਵਾਦ ਦੀ ਤਕਨੀਕ ਦੇ ਨਾਲ, ਉਹਨਾਂ 5 ਦਹਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਵਾਪਰਿਆ, ਅਸਲ 'ਚ ਮੈਂ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਮੈਂ ਇਹਦੀ ਟੈਗਲਾਈਨ ਹੈ ਮੇਰੇ ਨਾਵਲ ਦੀ, ਪਿਘਲਦੇ ਜੰਮਦੇ ਵੇਲਿਆਂ ਦੀ ਬਾਤ। ਬਿਲਕੁਲ। ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਜਿਹੜੇ ਲੋਕ ਸਨ, ਪੰਜਾਬ ਦੇ ਬਾਸ਼ਿੰਦੇ ਸਨ, ਉਹ ਕੁਦਰਤ ਦੇ ਨਾਲ ਇੱਕ-ਮਿਕ ਹੁੰਦੇ ਸਨ। ਕੁਦਰਤ ਤੋਂ ਹੀ ਉਹਨਾਂ ਨੂੰ ਸਭ ਕੁਝ ਮਿਲਦਾ ਸੀ, ਕੁਦਰਤ ਉੱਤੇ ਹੀ ਉਹਨਾਂ ਦਾ ਆਸਰਾ ਹੁੰਦਾ ਸੀ। ਲੇਕਿਨ ਫੇਰ ਜਦੋਂ ਹਰੀ ਕ੍ਰਾਂਤੀ ਆਈ, ਜਦੋਂ ਪੰਜਾਬ ਦੀ ਖੇਤੀਬਾੜੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਪੂੰਜੀਵਾਦੀ ਲੀਹਾਂ ਉੱਤੇ ਹੋਣੀ ਸ਼ੁਰੂ ਹੋ ਗਈ, ਉਸ ਤੋਂ ਬਾਅਦ ਪੰਜਾਬ ਦੇ ਬੰਦੇ ਦਾ ਕੁਦਰਤ ਦੇ ਨਾਲ ਜਿਹੜਾ ਤਾਲਮੇਲ ਸੀ ਉਹ ਟੁੱਟ ਗਿਆ। ਔਰ ਕੁਦਰਤ ਦੇ ਨਾਲ ਤਾਲਮੇਲ ਟੁੱਟਣ ਦੇ ਨਾਲ ਜੋ ਸਮਾਜ ਵਿੱਚ ਵਾਪਰਿਆ, ਜੋ ਰਿਸ਼ਤਿਆਂ ਦੇ ਵਿੱਚ ਵਾਪਰਿਆ, ਉਹ ਸਾਰਾ ਕੁਝ ਇਹਦੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਨਾਂ ਹੀ ਦਹਾਕਿਆਂ ਦੇ ਦਰਮਿਆਨ ਉਹ ਦਹਾਕੇ ਵੀ ਨੇ ਜਦੋਂ ਪੰਜਾਬ ਨੇ ਬਹੁਤ ਵੱਡਾ ਦੁਖਾਂਤ ਜਿਹੜਾ ਹੈ ਉਹ ਹੰਢਾਇਆ। ਜਦੋਂ ਇੱਕ ਪਾਸੇ ਦਹਿਸ਼ਤਗਰਦਾਂ ਦੀਆਂ ਗੋਲੀਆਂ ਸਨ, ਦੂਸਰੇ ਪਾਸੇ ਸਰਕਾਰ ਦੀਆਂ ਗੋਲੀਆਂ ਸਨ, ਔਰ ਲੋਕ ਇਹਨਾਂ ਦੋਨਾਂ ਦੇ ਦਰਮਿਆਨ ਪਿਸ ਰਹੇ ਸਨ। ਔਰ ਸਾਡੀ ਪੀੜ੍ਹੀ ਉਹ ਪੀੜ੍ਹੀ ਹੈ ਜਿਹੜੀ ਅਸਲ ਦੇ ਵਿੱਚ ਉਦੋਂ ਜਵਾਨ ਹੋ ਰਹੀ ਸੀ ਜਦੋਂ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ। ਔਰ ਇਸ ਦੇ ਤੁਰੰਤ ਬਾਅਦ ਅਸੀਂ ਦੇਖਦੇ ਹਾਂ ਕਿ ਗਲੋਬਲਾਈਜੇਸ਼ਨ ਆ ਜਾਂਦੀ ਹੈ ਮਨਮੋਹਨ ਸਿੰਘ ਹੋਰਾਂ ਦੇ ਟਾਈਮ ਤੋਂ, ਔਰ ਉਹਦੇ ਨਾਲ ਇੱਕਦਮ ਖਪਤ ਸੱਭਿਆਚਾਰ ਆ ਜਾਂਦਾ ਹੈ। ਲੋਕਾਂ ਦੇ ਸੋਚਣ ਸਮਝਣ ਦਾ ਸਾਰਾ ਤਰੀਕਾ ਹੀ ਬਦਲ ਜਾਂਦਾ ਹੈ, ਲੋਕਾਂ ਦੇ ਮਹਿਸੂਸ ਕਰਨ ਦਾ ਤਰੀਕਾ ਬਦਲ ਜਾਂਦਾ ਹੈ। ਔਰ ਮੈਂ ਅਸਲ ਦੇ ਵਿੱਚ ਇਸ ਬ੍ਰਿਤਾਂਤ ਦੇ ਰਾਹੀਂ ਇਹੀ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹਾ ਕੀ ਵਾਪਰਿਆ ਕਿ ਅਸੀਂ ਜਿਹੜੇ ਕੁਦਰਤ ਦੇ ਨਾਲ ਇੰਨੇ ਜੁੜੇ ਹੋਏ ਸਾਂ, ਉਹ ਕੁਦਰਤ ਨਾਲੋਂ ਇੰਨੇ ਟੁੱਟ ਗਏ ਕਿ ਸਾਡਾ ਆਪਣੇ ਆਪ ਦੇ ਵਿੱਚ ਵੀ ਵਿਸ਼ਵਾਸ ਨਹੀਂ ਰਿਹਾ, ਸਾਡੇ ਆਪਣੇ ਰਿਸ਼ਤਿਆਂ ਦੇ ਵਿੱਚ ਵੀ ਵਿਸ਼ਵਾਸ ਨਹੀਂ ਰਿਹਾ। ਤਾਂ ਇਹ ਅਸਲ 'ਚ ਉਹ ਜਿਹੜੇ ਸਮੇਂ ਪਿਘਲ ਗਏ, ਔਰ ਉਸ ਤੋਂ ਬਾਅਦ ਹੁਣ ਵਾਲੇ ਜਿਹੜੇ ਸਮੇਂ ਜੰਮ ਰਹੇ ਹੈ, ਜਿਹੜੇ ਕਿ ਖਪਤ ਸੱਭਿਆਚਾਰ ਵਾਲੇ ਸਮੇਂ ਨੇ, ਜਦੋਂ ਅਸੀਂ ਹਰ ਚੀਜ਼ ਦੇ ਵਿੱਚ, ਹਰ ਥਾਂ ਦੇ ਉੱਤੇ ਅਸੀਂ ਪੂੰਜੀ ਨੂੰ ਦੇਖਦੇ ਹਾਂ। ਪੂੰਜੀ ਸਾਡੇ ਘਰਾਂ ਤੱਕ, ਸਾਡੇ ਬੈਡਰੂਮਸ ਤੱਕ ਜਿਹੜੀ ਪੂੰਜੀ ਦੀ ਘੁਸਪੈਠ ਹੋ ਗਈ ਹੈ ਕਿ ਅਸੀਂ ਕਿੱਥੋਂ ਤੁਰ ਕੇ ਕਿੱਥੇ ਪਹੁੰਚੇ। ਮੈਂ ਅਸਲ ਦੇ ਵਿੱਚ ਇਸ ਨਾਵਲ ਦੇ ਵਿੱਚ ਇੱਕ ਕਹਾਣੀ ਰਾਹੀਂ ਔਰ ਜਿਹੜੀਆਂ ਉਹਨਾਂ ਸਾਰੀਆਂ ਘਟਨਾਵਾਂ ਨੂੰ, ਸਮਾਜ ਨੂੰ ਬਦਲਦਿਆਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ, ਉਹਨਾਂ ਘਟਨਾਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸਮਾਜ ਕਿਵੇਂ ਬਦਲਿਆ ਉਹਨੂੰ ਦੇਖਣ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਖਾਸ ਤੌਰ ਤੇ ਜਿਹੜੇ ਪਾਠਕ ਮੈਂ ਕਹਿ ਸਕਦਾ ਕਿ 80ਵੀਆਂ ਤੋਂ ਬਾਅਦ ਜੰਮੇ ਆ, ਉਹਨਾਂ ਨੂੰ ਨਹੀਂ ਪਤਾ ਕਿ 90ਵਿਆਂ ਤੋਂ ਪਹਿਲਾਂ ਦਾ ਪੰਜਾਬ ਕਿਸ ਤਰ੍ਹਾਂ ਦਾ ਪੰਜਾਬ। ਬਿਲਕੁਲ। ਮੈਂ ਜਦੋਂ ਇਸ ਨਾਵਲ ਨੂੰ ਪੜ੍ਹ ਰਹੀ ਸੀ, ਮੈਂ ਬਿਲਕੁਲ ਦੋਨੋਂ ਗੱਲਾਂ, ਜਿਸ ਤਰ੍ਹਾਂ ਬਿਮਲ ਜੀ ਕਹਿ ਕੇ ਗਏ ਆ ਕਿ ਨਾਵਲ ਪਾਠਕ ਨੂੰ ਨਾਲ ਲੈ ਕੇ ਤੁਰਦਾ, ਬਲੀਵ ਮੀ, ਮੈਂ ਕੋਈ ਲੰਬੀਆਂ ਕਹਾਣੀਆਂ ਜਾਂ ਜਿਹੜੇ ਨਾਵਲ ਹੈ ਉਹ ਪੜ੍ਹਨ ਦੀ ਸ਼ੌਕੀਨ ਨਹੀਂ ਹੈਗੀ, ਪਰ ਫਿਰ ਵੀ ਜਦੋਂ ਮੈਂ ਇਹ ਨਾਵਲ ਸ਼ੁਰੂ ਕੀਤਾ, ਇਹ ਮੈਨੂੰ ਛੱਡ ਨਹੀਂ ਸਕਿਆ, ਵਾਕਈ ਨਾਲ ਲੈ ਕੇ ਤੁਰ ਰਿਹਾ ਸੀ। ਇੱਕ ਤਾਂ ਇਹ ਹੈ ਕਿ ਇਹ ਸਾਡੇ ਸਮੇਂ ਦੀ ਕਹਾਣੀ ਆ। ਜੇ ਅਸੀਂ ਪਿਛਲੇ 50 ਸਾਲ ਪਿੱਛੇ ਝਾਤੀ ਮਾਰ ਕੇ ਦੇਖ ਲਈਏ, ਜੋ ਕੁਝ ਡਿਵੈਲਪਮੈਂਟਸ ਅਸੀਂ ਹੁੰਦੀਆਂ ਦੇਖੀਆਂ, ਜਿਹੋ ਜਿਹੇ ਪਿੰਡ ਦੇਖੇ ਆ, ਜਿਹੋ ਜਿਹੇ ਸ਼ਹਿਰ ਦੇਖੇ ਆ, ਹੁਣ ਪ੍ਰਵਾਸ ਜਿਹੜਾ ਉਹ ਸ਼ੁਰੂ ਹੋ ਗਿਆ, ਕਿਸ ਤਰੀਕੇ ਦੇ ਨਾਲ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਸਾਡੇ ਜਿਹੜੇ ਲੋਕ ਵੰਡੇ ਹੋਏ ਨੇ, ਉਹਨਾਂ ਦੇ ਪਿੱਛੇ ਕੀ ਕੰਮ ਕਰ ਰਿਹਾ ਹੈ, ਇਹ ਸਾਰਾ ਕੁਝ ਉਹਦੇ ਵਿੱਚੋਂ ਬੜਾ ਸਪਸ਼ਟ ਤੌਰ 'ਤੇ ਦਿਸ ਰਿਹਾ। ਇਸ ਕਰਕੇ ਮੈਨੂੰ ਵੀ ਇਹ ਕਾਫੀ ਜ਼ਿਆਦਾ ਇੰਟਰਸਟਿੰਗ ਲੱਗਾ। ਤੁਸੀਂ ਇਹਦਾ ਟਾਈਟਲ ਰੱਖਿਆ ਮੈਲੀ ਮਿੱਟੀ। ਮੈਂ ਥੋੜ੍ਹਾ ਜਿਹਾ ਟਾਈਟਲ ਵੱਲ ਹੀ ਦੁਬਾਰਾ ਆਉਣਾ ਚਾਹੁੰਦੀ ਹਾਂ। ਆਮ ਕਰਕੇ ਪੰਜਾਬ ਦੇ ਲੋਕ ਨੇ, ਲੇਖਕ ਨੇ, ਪਾਣੀ ਬਾਰੇ ਗੱਲ ਬਹੁਤ ਕਰਦੇ ਆ ਜਦੋਂ ਵੀ ਗੱਲ ਹੁੰਦੀ ਹੈ। ਮੈਂ ਤੁਹਾਡੀ ਇੱਕ ਹੋਰ ਕਿਤਾਬ ਦਾ ਟਾਈਟਲ ਦੇਖਿਆ, ਉਹਦੇ ਵਿੱਚ ਵੀ ਮਿੱਟੀ ਦਾ ਹੀ ਜ਼ਿਕਰ ਆਉਂਦਾ, ਪੰਜਾਬੀਆਂ ਦੀ ਮਰਨ ਮਿੱਟੀ। ਜਿਹੜੀ ਮਿੱਟੀ ਹੈ ਉਹ ਤੁਹਾਨੂੰ ਇੰਨੀ ਖਿੱਚ ਕਿਉਂ ਪਾ ਰਹੀ ਹੈ?
ਜਦ ਕਿ ਬਹੁਤੀ ਵਾਰੀ ਇਹ ਦੇਖਿਆ ਜਾਂਦਾ ਕਿ ਜਦ ਵੀ ਪੰਜਾਬ ਦੀ ਗੱਲ ਹੁੰਦੀ ਹੈ ਪਹਿਲਾਂ ਆਬ ਦੀ ਗੱਲ ਹੁੰਦੀ ਹੈ, ਪਾਣੀ ਦੀ ਗੱਲ ਹੁੰਦੀ ਹੈ। ਮਿੱਟੀ ਕਿਵੇਂ ਚੁਣਿਆ ਤੁਸੀਂ? ਸ਼ਾਇਦ ਜੇ ਮੈਂ ਪਹਿਲਾਂ ਇਹਦੇ ਬਾਰੇ ਸੋਚਿਆ ਨਹੀਂ ਅਸਲ ਦੇ ਵਿੱਚ, ਪਰ ਮੈਨੂੰ ਹੁਣੇ ਮੈਨੂੰ ਇਹ ਲੱਗ ਰਿਹਾ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਣੀ ਦੀ ਆਬ ਦੀ ਗੱਲ ਕਿਉਂ ਨਹੀਂ ਤੇ ਮਿੱਟੀ ਦੀ ਗੱਲ ਕਿਉਂ ਹੈ। ਮੈਨੂੰ ਲੱਗਦਾ ਕਿ ਮੈਂ ਬੇਟ ਦੇ ਇਲਾਕੇ 'ਚ ਜੰਮਿਆ ਪਲਿਆ। ਸਾਡਾ ਬੇਟ ਦਾ ਇਲਾਕਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ। ਇਹ ਵੱਖਰੀ ਗੱਲ ਹੈ ਕਿ ਜਦੋਂ ਅਸੀਂ ਜੰਮੇ, ਅਸੀਂ ਵੱਡੇ ਹੋ ਰਹੇ, ਜੰਮਣ ਤੋਂ ਸਾਡੇ ਤੋਂ ਪਹਿਲਾਂ ਹੀ ਤੁਸੀਬਨ ਬਣ ਗਿਆ ਸੀ, ਜਿਹਦੇ ਕਰਕੇ ਹੜ੍ਹ ਆਉਣੇ ਜਿਹੜੇ ਸੀ ਉਹ ਬੰਦ ਹੋ ਗਏ ਸੀ। ਲੇਕਿਨ ਉਹ ਹੜ੍ਹ ਜਿਹੜੇ ਆਉਂਦੇ ਸੀ ਹਰ ਸਾਲ ਹੀ, ਉਹਦੇ ਨਾਲ ਲੋਕਾਂ ਦੇ ਜੀਵਨ ਉੱਤੇ ਕੀ ਅਸਰ ਪੈਂਦਾ ਸੀ ਉਹ ਅਸੀਂ ਆਪਣੇ ਵੱਡਿਆਂ ਕੋਲੋਂ ਸੁਣਦੇ ਸਾਂ। ਔਰ ਪਾਣੀ ਦਾ ਹਾਲ ਇਹ ਸੀ ਕਿ ਸਾਡੇ ਇਲਾਕੇ 'ਚ ਉਦੋਂ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਇੱਥੇ ਕਈ ਦੇ ਨਾਲ ਮਿੱਟੀ ਪੁੱਟਣੀ ਸ਼ੁਰੂ ਕਰ ਦਿਓ ਤੇ ਥੱਲੋਂ ਪਾਣੀ ਨਿਕਲ ਆਉਂਦਾ। ਇਸ ਕਰਕੇ ਮੈਨੂੰ ਲੱਗਦਾ ਕਿ ਪਾਣੀ ਦੀ ਕਮੀ ਦਾ ਉਸ ਤਰ੍ਹਾਂ ਦਾ ਜਿਹੜਾ ਸੰਕਟ ਹੈ ਉਹ ਅਸੀਂ ਦੇਖਿਆ ਨਹੀਂ। ਈਵਨ ਘਰਾਂ ਦੇ ਨਲਕੇ ਲੱਗੇ ਹੁੰਦੇ ਸੀ, ਉਹਦੇ ਵਿੱਚੋਂ ਇੰਨਾ ਮਿੱਠਾ ਪਾਣੀ ਨਿਕਲਦਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਮੈਨੂੰ ਅਜੇ ਵੀ ਉਹ ਸਵਾਦ ਯਾਦ ਹੈ। ਹਾਲਾਂਕਿ ਹੁਣ ਅਸੀਂ ਆਪਣੇ ਇਲਾਕੇ ਵਿੱਚ ਉਹ ਪਾਣੀ ਨਹੀਂ ਪੀ ਸਕਦੇ ਨਲਕੇ ਦਾ, ਲੇਕਿਨ ਉਹਨਾਂ ਦਿਨਾਂ ਵਿੱਚ ਉਹੀ ਪਾਣੀ ਬਹੁਤ ਮਿੱਠਾ ਪਾਣੀ ਸੀ। ਇਸ ਲਈ ਪਾਣੀ ਸ਼ਾਇਦ ਮੇਰੇ ਅਵਚੇਤਨ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਸੀ, ਲੇਕਿਨ ਮਿੱਟੀ ਸੀ, ਕਿਉਂਕਿ ਮਿੱਟੀ ਵਿੱਚ ਹੀ ਅਸੀਂ ਉਦੋਂ ਮਿੱਟੀ ਵਿੱਚ ਹੀ ਖੇਡਦੇ ਹੁੰਦੇ ਸਾਂ। ਉਸ ਵੇਲੇ ਸਾਡੇ ਕੋਲ ਖੇਡਣ ਲਈ ਜਿਵੇਂ ਅੱਜ ਬੱਚਿਆਂ ਕੋਲ ਖਿਡੌਣੇ ਨੇ ਜਿਸ ਤਰ੍ਹਾਂ ਦੇ, ਉਹ ਤਾਂ ਹੁੰਦੇ ਨਹੀਂ ਸੀ। ਤਾਂ ਮਿੱਟੀ ਦੇ ਵਿੱਚ ਹੀ ਅਸੀਂ ਖੇਡਦੇ ਹੁੰਦੇ ਸੀ। ਜੀਵਨ ਸਾਡਾ ਮਿੱਟੀ ਨਾਲ ਜੁੜਿਆ ਹੁੰਦਾ ਸੀ, ਲੋਕ ਵੀ ਵੱਧ ਮਿੱਟੀ ਦੇ ਨਾਲ ਜੁੜੇ ਹੁੰਦੇ ਸਨ ਔਰ ਮਿੱਟੀ ਤੋਂ ਕੋਈ ਡਰਦਾ ਨਹੀਂ ਸੀ। ਮਿੱਟੀ ਨੂੰ ਕੋਈ ਵੀ ਇਹ ਨਹੀਂ ਸੀ ਸਮਝਦਾ ਕਿ ਜੇਕਰ ਮਿੱਟੀ ਨਾਲ ਸਾਡੇ ਹੱਥ ਲਿਬੜ ਗਿਆ ਤਾਂ ਉਹ ਗੰਦੇ ਹੋ ਗਏ। ਤਾਂ ਉਹ ਮਿੱਟੀ ਜਿਹੜੀ ਹੈ ਉਹ ਬੜੀ ਪਵਿੱਤਰ ਜਿਹੀ ਚੀਜ਼ ਸਾਡੇ ਲਈ ਹੁੰਦੀ ਸੀ ਉਦੋਂ। ਔਰ ਇੱਥੋਂ ਤੱਕ ਕਿ ਕੋਈ ਚੀਜ਼ ਥੱਲੇ ਡਿੱਗ ਜਾਂਦੀ ਸੀ ਤਾਂ ਉਹ ਵੀ ਇਹੀ ਹੁੰਦਾ ਸੀ ਕਿ ਉਹ ਥੱਲਿਓਂ ਚੁੱਕ ਕੇ ਖਾ ਲਓ ਤੁਸੀਂ, ਉਹਦਾ ਕੁਝ ਨਹੀਂ ਵਿਗੜਿਆ। ਅਸੀਂ ਇਸ ਤਰ੍ਹਾਂ ਦੇ ਸਾਰੇ ਕੁਝ ਦੇ ਵਿੱਚੋਂ ਅਵਚੇਤਨ ਬਣਿਆ। ਲੇਕਿਨ ਹੁਣ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਅਸੀਂ ਉਸੇ ਮਿੱਟੀ ਨੂੰ ਮੈਲੀ ਹੁੰਦਿਆਂ ਵੀ ਦੇਖਿਆ, ਕਿਉਂਕਿ ਪਿਛਲੇ ਦਹਾਕਿਆਂ ਦੇ ਵਿੱਚ ਜੋ ਕੁਝ ਵਾਪਰਿਆ, ਜਿਸ ਤਰੀਕੇ ਦੇ ਨਾਲ ਸਾਡੀ ਰਹਿਤਲ ਬਦਲੀ ਹੈ, ਜਿਸ ਤਰੀਕੇ ਦੇ ਨਾਲ ਸਾਡੇ ਰਿਸ਼ਤੇ ਬਦਲੇ ਨੇ, ਸੋਚਣ ਦੇ ਤਰੀਕੇ ਬਦਲੇ ਨੇ, ਉਹਦੇ ਵਿੱਚੋਂ ਲੱਗਿਆ ਮੈਨੂੰ ਕਿ ਸਾਡੀ ਮਿੱਟੀ ਉਹ ਜਿਹੜੀ ਪਾਕ ਪਵਿੱਤਰ ਹੁੰਦੀ ਸੀ ਉਹ ਹੁਣ ਮੈਲੀ ਹੋ ਰਹੀ ਹੈ। ਔਰ ਸ਼ਾਇਦ ਇਸੇ ਕਰਕੇ ਹੀ ਜਿਹੜੇ ਲੋਕ ਨੇ, ਜਿਹੜੇ ਨੌਜਵਾਨ ਨੇ, ਉਹਨਾਂ ਨੂੰ ਵੀ ਹੁਣ ਉਸ ਮਿੱਟੀ ਨਾਲ ਕੋਈ ਮੋਹ ਨਹੀਂ ਹੈ। ਔਰ ਇਸੇ ਕਰਕੇ ਇੱਕ ਵੱਡਾ ਵਰਤਾਰਾ ਖਾਸ ਤੌਰ ਤੇ ਸਾਡੇ ਦੁਆਬੇ ਦੇ ਵਿੱਚ ਇਹ ਹੈ ਕਿ ਉਹ 8ਵੀਂ 'ਚ ਜਦੋਂ ਬੱਚੇ ਪਹੁੰਚਦੇ ਨੇ ਤਾਂ ਉਹ ਅਸਲ ਵਿਦੇਸ਼ਾਂ ਦੇ ਸੁਪਨੇ ਲੈਣੇ ਸ਼ੁਰੂ ਕਰਦੇ ਨੇ। ਉਹ ਇਸ ਮਿੱਟੀ ਨੂੰ ਛੱਡਣ ਦੇ ਸੁਪਨੇ ਲੈਣੇ ਸ਼ੁਰੂ ਕਰਦੇ ਨੇ। ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਗਦਰੀ ਬਾਬਿਆਂ ਦੀ ਵਿਰਾਸਤ ਹੈ, ਜਿਹੜੇ ਕਿ ਅਮਰੀਕਾ ਤੇ ਕੈਨੇਡਾ ਦੀਆਂ ਧਰਤੀਆਂ ਤੋਂ ਵਾਪਸ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਇੱਥੇ ਆ ਗਏ। ਦੂਸਰੇ ਪਾਸੇ ਇਸ ਵੇਲੇ ਹੋੜ ਲੱਗੀ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਕਿ ਸਾਡੇ ਬੱਚੇ ਨੇ ਕਦੋਂ ਬਾਹਰ ਜਾਣਾ, ਅਸੀਂ ਕਦੋਂ ਬਾਹਰ ਜਾਣਾ, ਉਹਨਾਂ ਦੇ ਪਿੱਛੇ। ਔਰ ਜੇ ਕੋਈ ਬੱਚਾ ਇੱਥੇ ਰਹਿ ਜਾਂਦਾ, ਜੇ ਕੋਈ ਮਾਂ-ਬਾਪ ਜਿਹੜਾ ਹੈ ਉਹ ਨਹੀਂ ਭੇਜਦਾ, ਜਾਂ ਕੋਈ ਬੱਚਾ ਖੁਦ ਆਪਣੀ ਇੱਛਾ ਨਾਲ ਇੱਥੇ ਰਹਿ ਜਾਂਦਾ, ਤਾਂ ਸਾਰਿਆਂ ਨੂੰ ਲੱਗਦਾ ਕਿ ਇਹ ਪਛੜੇ ਹੋਏ ਨੇ, ਇਹ ਦੂਸਰਿਆਂ ਨਾਲੋਂ ਪਛੜ ਗਏ। ਤਾਂ ਸਮਾਜਿਕ ਵਿਕਾਸ ਜਾਂ ਸਮਾਜਿਕ ਤਰੱਕੀ ਇਸੇ ਵਿੱਚ ਹੀ ਹੁਣ ਸਮਝੀ ਜਾ ਰਹੀ ਹੈ ਕਿ ਸਾਡੇ ਬੱਚੇ ਵਿਦੇਸ਼ ਕਦੋਂ ਜਾਂਦੇ ਨੇ। ਤਾਂ ਮੈਨੂੰ ਲੱਗਦਾ ਸ਼ਾਇਦ ਇਸੇ ਲਈ ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੀ ਇੱਥੇ ਵਾਲੀ ਮਿੱਟੀ ਦੇ ਵਿੱਚ ਹੁਣ ਉਹ ਖੁਸ਼ਬੂ ਨਹੀਂ ਹੈ, ਉਹ ਉਪਜਾਇਕਤਾ ਨਹੀਂ ਹੈ, ਉਹ ਸਾਰਾ ਕੁਝ ਨਹੀਂ ਹੈ ਜੋ ਇੱਕ ਬੰਦੇ ਨੂੰ ਜਿਉਣ ਲਈ ਚਾਹੀਦਾ। ਇਸ ਲਈ ਉਹ ਇੱਥੇ ਇਸ ਮਿੱਟੀ ਨੂੰ ਦੁਬਾਰਾ ਤੋਂ ਉਸੇ ਤਰੀਕੇ ਨਾਲ ਉਪਜਾਊ ਬਣਾਉਣ ਦੀ ਬਜਾਏ ਉਹ ਇੱਥੋਂ ਪਲਾਇਨ ਕਰਨ ਨੂੰ ਪਹਿਲ ਦੇ ਰਿਹਾ। ਤਾਂ ਇਸ ਤਰ੍ਹਾਂ ਦੇ ਵਰਤਾਰੇ ਮੈਨੂੰ ਚੱਲ। ਬਿਲਕੁਲ, ਮੈਂ ਆਪਣੇ ਸੁਣਨ ਵਾਲਿਆਂ ਦੇ ਲਈ ਆ ਜਿਹੜੀ ਤੁਸੀਂ ਗੱਲ ਬਿਆਨ ਕਰਕੇ ਹਟੇ ਹੋ, ਜਿਸ ਢੰਗ ਦੇ ਨਾਲ ਨਾਵਲ ਦੇ ਵਿੱਚ ਲਿਖੀ ਹੋਈ ਹੈ, ਮੈਨੂੰ ਬਹੁਤ ਟੱਚ ਕੀਤੀ। ਸੁਣਨ ਵਾਲਿਆਂ ਦੇ ਲਈ ਇਹ ਜ਼ਰੂਰ ਮੈਂ ਥੋੜ੍ਹਾ ਜਿਹਾ ਹਿੱਸਾ ਪੜ੍ਹਨਾ ਚਾਹੁੰਦੀ ਹਾਂ, ਜਿਹਦੇ ਵਿੱਚ ਤੁਸੀਂ ਲਿਖਿਆ, ਕਹਿੰਦੇ ਮੈਂ ਅੱਜ ਇਹਨਾਂ ਦਿਨਾਂ ਦੀ ਬਾਤ ਦੇਖਣਾ ਚਾਹੁੰਦਾ। ਦਰਅਸਲ ਮੈਂ ਆਪਣੇ ਆਪ ਦੀ ਪਰਖ ਕਰਨਾ ਚਾਹੁੰਦਾ। ਆਪਾਂ ਜਿਸ ਧਰਤੀ 'ਤੇ ਰਹਿ ਰਹੇ ਹਾਂ ਉੱਥੋਂ ਜ਼ਿੰਦਗੀ ਉਜੜ ਕੇ ਕਿਤੇ ਹੋਰ ਜਾ ਵਸੀਏ, ਜਾਂ ਜੇ ਅਜੇ ਕਿਤੇ ਵਸੀ ਨਹੀਂ ਹੈ ਤਾਂ ਘੱਟੋ ਘੱਟ ਇੱਥੋਂ ਜ਼ਰੂਰ ਉੱਠਦੀ ਜਾ ਰਹੀ ਹੈ। ਜ਼ਿੰਦਗੀ ਦੇ ਕਾਫਲੇ ਬੇਗਾਨੀਆਂ ਧਰਤੀਆਂ ਉੱਤੇ ਰੋਲਣ ਲਈ ਤੁਰੇ ਜਾਂਦੇ, ਊਠਾਂ ਦੀ ਥਾਂ ਵੱਡੇ ਜਹਾਜ਼ਾਂ ਉੱਤੇ। ਜਿਵੇਂ ਕਹਿੰਦੇ ਹੁੰਦੇ ਸੀ, ਇੱਥੋਂ ਦਾ ਦਾਣਾ ਪਾਣੀ ਮੁੱਕ ਗਿਆ। ਕੋਈ ਸੋਚ ਸਕਦਾ ਹੈ ਇਹ ਉਹ ਧਰਤੀ ਹੈ ਜੋ ਸਿਰਫ ਅੰਨ ਉਪਜਾਉਂਦੀ ਸੀ। ਆਪਣੀ ਧਰਤੀ ਉੱਤੇ ਦਾਣਾ ਪਾਣੀ ਮੁੱਕ ਗਿਆ। ਇੱਕ ਸਿਆਣਾ ਕਹਿੰਦਾ, ਇਸ ਧਰਤੀ ਦੇ ਲੋਕਾਂ ਨੇ ਇੱਕ ਨੈਸ਼ ਗੱਲ ਕੀਤੀ ਜਿਸ ਦਾ ਨਤੀਜਾ ਹੁਣ ਭੁਗਤਣਾ ਪੈ ਰਿਹਾ। ਇਹ ਸੁਣਨ ਵਾਲਿਆਂ ਦੇ ਲਈ ਬਹੁਤ ਇੰਟਰਸਟਿੰਗ ਇਹ ਹੋਊਗਾ ਜਿਹੜੀ ਮੈਂ ਇਹ ਪਾਰਟ ਪੜ੍ਹਨ ਲੱਗੀ ਹਾਂ। ਜ਼ਰਾ ਧਿਆਨ ਨਾਲ ਸੁਣਨਾ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸਟੂਡੈਂਟਸ ਆਏ ਹੋਏ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ
ਵਰਕ ਪਰਮਿਟ ਤੇ ਲੋਕ ਆਏ ਹੋਏ ਆ ਜਾਂ ਕਈ ਹੋਰ ਤਰੀਕਿਆਂ ਦੇ ਨਾਲ ਆਏ ਹੋਏ ਆ। ਮਨ ਦੇ ਵਿੱਚ ਖਾਹਿਸ਼ ਤਾਂ ਇੱਕ ਬਿਹਤਰ ਜ਼ਿੰਦਗੀ ਦੀ ਸੀ, ਪਰ ਕੀ ਹੋ ਰਿਹਾ ਜੋ ਹਰਵਿੰਦਰ ਭੰਡਾਲ ਹੋਣਾ ਦੀ ਨਜ਼ਰ ਦੇ ਵਿੱਚ ਹੈ। ਕਹਿੰਦੇ ਅਖੇ ਕੋਈ ਘਰ ਬਣਾਉਣ ਲੱਗਾ, ਮਿਸਤਰੀ ਕਹਿੰਦਾ ਮੈਂ ਘਰ 'ਚ ਇੱਕ ਨਵੀਂ ਚੀਜ਼ ਬਣਾ ਕੇ ਦੇ ਜਾਊਂ। ਮਿਸਤਰੀ ਕਹਿੰਦਾ ਮੈਂ ਘਰ ਵਿੱਚ ਇੱਕ ਨਵੀਂ ਚੀਜ਼ ਬਣਾ ਕੇ ਜਾਊਂ। ਉਹਨੇ ਪਾਣੀ ਦੀ ਟੈਂਕੀ ਨੂੰ ਜਹਾਜ਼ ਬਣਾ ਦਿੱਤਾ। ਲੋਕਾਂ ਦੀਆਂ ਅੱਖਾਂ ਹੈਰਾਨੀ ਨਾਲ ਟੱਡੀਆਂ ਰਹਿ ਗਈਆਂ। ਹੌਲੀ ਹੌਲੀ ਦੂਜੇ ਘਰਾਂ ਦੀਆਂ ਛੱਤਾਂ ਉੱਤੇ ਵੀ ਜਹਾਜ਼ ਨਜ਼ਰ ਆਉਣ ਲੱਗੇ। ਕਹਿੰਦੇ ਜਿਵੇਂ ਟੂਣਾ ਹੋ ਗਿਆ ਹੋਵੇ। ਘਰਾਂ 'ਚ ਨਵੇਂ ਜੰਮਿਆਂ ਦੇ ਰਾਤ ਨੂੰ ਸੁਪਨਿਆਂ 'ਚ ਤੇ ਦਿਨੇ ਖਿਆਲਾਂ 'ਚ ਉਹੀ ਜਹਾਜ਼ ਉੱਡਣ ਲੱਗੇ। ਜਹਾਜ਼ਾਂ ਦੇ ਸੰਗਲ ਫੜ ਜਵਾਕ ਨਵੇਂ ਵਲੈਤਾਂ 'ਚ ਉਤਰਦੇ। ਇੱਕ ਛੱਤ ਤੋਂ ਜਹਾਜ਼ ਉੱਡਦਾ ਤਾਂ ਦੂਜੀ ਛੱਤ ਉੱਤੇ ਪ੍ਰਗਟ ਹੋ ਜਾਂਦਾ। ਜਿਸ ਘਰ ਦੀ ਛੱਤ ਉੱਤੇ ਜਹਾਜ਼ ਦਿਸਦਾ ਉਹ ਕੁਝ ਮਹੀਨਿਆਂ ਵਰ੍ਹਿਆਂ 'ਚ ਉੱਜੜ ਜਾਂਦਾ। ਹੁਣ ਇਸ ਤਰ੍ਹਾਂ ਦੇ ਉਜਾੜ ਬਿਆਬਾਨਾਂ ਦੀ ਕੋਈ ਬਾਤ ਨਹੀਂ ਹੁੰਦੀ, ਸਿਰਫ ਕੱਕਾ ਰੇਤਾ ਹੁੰਦਾ ਜਾਂ ਥੋੜ੍ਹਾਂ ਕਿੱਕਰਾਂ। ਹਰਵਿੰਦਰ ਭੰਡਾਲ ਜੀ, ਹੋਰ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ। ਸਾਡੇ ਕੁਝ ਸੁਣਨ ਵਾਲੇ ਵੀ ਜੇ ਸ਼ਾਮਿਲ ਹੋਣਾ ਚਾਹੁੰਦੇ ਨੇ 6042040600 ਤੇ ਕਾਲ ਕਰ ਸਕਦੇ ਨੇ 604-204-0600 ਤੇ। ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੁੰਦੀ ਹਾਂ, ਇੱਕ ਆਸਪੈਕਟ ਦੀ ਤੁਸੀਂ ਇਹ ਗੱਲ ਕੀਤੀ ਆ ਕਿਉਂਕਿ ਆਪਾਂ ਪੂਰੀ ਕਹਾਣੀ ਨਹੀਂ ਸੁਣਾ ਸਕਦੇ, ਨਾ ਮੈਂ ਕਹਾਣੀ ਸੁਣਾਉਣਾ ਚਾਹੁੰਦੀ ਹਾਂ। ਮੈਂ ਤਾਂ ਇਹ ਦੇਖਣਾ ਚਾਹੁੰਦੀ ਹਾਂ ਕਿ ਜਿਸ ਐਂਗਲ ਤੋਂ ਤੁਸੀਂ ਪਿਛਲੇ 50 ਸਾਲਾਂ ਨੂੰ ਦੇਖਿਆ, ਸਾਡੇ ਸੁਣਨ ਵਾਲੇ ਉਹਨਾਂ ਦਾ ਜ਼ਰੂਰ ਇੰਟਰਸਟ ਹੋਊਗਾ ਕਿ 50 ਸਾਲਾਂ ਪਿੱਛੇ ਅਸੀਂ ਝਾਤੀ ਮਾਰਨਾ ਚਾਹੀਏ ਤਾਂ ਕੀ ਕਵਰ ਕੀਤਾ ਗਿਆ ਇਸ ਨਾਵਲ ਦੇ ਵਿੱਚ। ਇੱਕ ਹਰੀ ਕ੍ਰਾਂਤੀ ਦਾ ਤੁਸੀਂ ਜ਼ਿਕਰ ਕੀਤਾ। ਅੱਜ ਕੱਲ੍ਹ ਵੀ ਹਰੀ ਕ੍ਰਾਂਤੀ ਦੀ ਬਹੁਤ ਵਾਰ ਗੱਲ ਹੋ ਰਹੀ ਹੈ ਕਿ ਹਰੀ ਕ੍ਰਾਂਤੀ ਨੇ ਪੰਜਾਬ ਦਾ ਨੁਕਸਾਨ ਕੀਤਾ ਜਾਂ ਹੁਣ ਜਿਹੜਾ ਫਸਲੀ ਚੱਕਰ ਹੈ ਉਹਨੂੰ ਬਦਲਿਆ ਜਾਣਾ ਚਾਹੀਦਾ ਵਗੈਰਾ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਜਿਹੜੇ ਵਿਸ਼ੇ ਤੁਸੀਂ ਟੱਚ ਕੀਤੇ ਨੇ, ਮੈਂ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਅਗਲੇ ਹਿੱਸੇ 'ਚ ਲੈਣਾ ਚਾਹੂੰਗੀ, ਪਰ ਜੇ ਸਿਰਫ ਖੇਤੀ ਦੇ ਪੱਖ ਤੋਂ ਤੁਸੀਂ ਗੱਲ ਕਰ ਸਕੋ। ਖੇਤੀ ਅਸਲ ਦੇ ਵਿੱਚ ਮੁੱਖ ਰੂਪ ਦੇ ਵਿੱਚ ਮੇਰੇ ਨਾਵਲ ਦਾ ਇਹ ਮੈਂ ਕਹਿ ਸਕਦਾ ਕਿ ਵਿਸ਼ਾ ਨਹੀਂ ਹੈ, ਕਿਉਂਕਿ ਨਾਵਲ ਦਾ ਵਿਸ਼ਾ ਮਨੁੱਖ ਹੁੰਦਾ ਹੈ, ਮਨੁੱਖ ਦਾ ਮਨ ਹੁੰਦਾ ਹੈ, ਕਿ ਬੰਦਾ ਹੁੰਦਾ ਹੈ ਕਿ ਬੰਦਾ ਜਿਹੜਾ ਹੈ ਉਹ ਕਿਵੇਂ ਬਦਲਦਾ ਹੈ, ਬੰਦੇ ਉੱਤੇ ਕਿਹੜੇ ਹਾਲਾਤ ਅਸਰ ਪਾਉਂਦੇ ਨੇ, ਕਿਵੇਂ ਹੁੰਦੇ ਨੇ। ਖੇਤੀ ਦੀ ਜਿਹੜੀ ਗੱਲ ਹੈ ਉਹ ਜਿਵੇਂ ਸਮਾਜ ਬਦਲਿਆ ਉਹਦੇ ਵਿੱਚ ਖੇਤੀ ਵਿੱਚ ਜਿਹੜੀਆਂ ਤਬਦੀਲੀਆਂ ਆਈਆਂ ਉਹਦਾ ਜ਼ਿਕਰ ਜ਼ਰੂਰ ਨਾਵਲ ਦੇ ਵਿੱਚ ਆਇਆ। ਖਾਸ ਤੌਰ ਤੇ ਜਿਵੇਂ ਜਦੋਂ ਹਰੀ ਕ੍ਰਾਂਤੀ ਨੂੰ ਇੱਕ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਸਾਡੇ ਪੰਜਾਬ ਦੇ ਵਿੱਚ, ਤਾਂ ਸਾਰੇ ਕੁਝ ਨੂੰ ਇੱਕ ਸਿਸਟਮੈਟਿਕ ਰੂਪ ਦੇਣ ਦੇ ਲਈ ਮੁਰੱਬੇਬੰਦੀ ਵਰਗੀਆਂ ਚੀਜ਼ਾਂ ਇੱਥੇ ਲੈ ਕੇ ਆਏ। ਔਰ ਮੁਰੱਬੇਬੰਦੀ ਦਾ ਨਤੀਜਾ ਇਹ ਨਿਕਲਿਆ ਕਿ ਸਾਡੇ ਪੰਜਾਬ ਦਾ ਵਾਤਾਵਰਣ ਜਿਹੜਾ ਹੈ ਉਹ ਉੱਜੜ ਗਿਆ। ਸਾਡੇ ਵਾਤਾਵਰਣ ਦਾ ਜਿਹੜਾ ਨੁਕਸਾਨ ਜਿਹੜਾ ਸ਼ੁਰੂ ਹੋਇਆ ਉਹ ਸਭ ਤੋਂ ਪਹਿਲਾਂ ਮੁਰੱਬੇਬੰਦੀ ਤੋਂ ਹੋਇਆ, ਕਿਉਂਕਿ ਮੁਰੱਬੇਬੰਦੀ ਵੇਲੇ ਕੀ ਹੋਇਆ ਕਿ ਕਿਸਾਨਾਂ ਨੇ ਇਹ ਦੇਖਿਆ ਕਿ ਸਾਡੇ ਜਿਹੜੇ ਖੇਤ ਇਸ ਵੇਲੇ ਨੇ, ਪਤਾ ਨਹੀਂ ਇਹ ਸਾਡੇ ਕੋਲ ਰਹਿਣੇ ਨੇ ਕਿ ਨਹੀਂ ਰਹਿਣੇ, ਸਾਨੂੰ ਕਿਤੇ ਹੋਰ ਟੋਟਾ ਮਿਲ ਜਾਣਾ ਹੈ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੀਤਾ ਕਿ ਆਪਣੇ ਖੇਤਾਂ ਵਿੱਚ ਲੱਗੇ ਹੋਏ ਰੁੱਖ ਜਿਹੜੇ ਨੇ ਉਹ ਵੱਢ ਕੇ ਤੇ ਵੇਚ ਦਿੱਤੇ, ਜਿਹਦੇ ਨਾਲ ਉਹ ਸਾਰਾ ਖੇਤਾਂ ਦਾ ਜਿਹੜਾ ਲੈਂਡਸਕੇਪ ਸੀ, ਜਿਹੜਾ ਹਰਿਆ ਭਰਿਆ ਸੀ ਸਾਰੇ ਦਾ ਸਾਰਾ ਬਿਲਕੁਲ ਹੀ ਰੁੱਖਾਂ ਤੋਂ ਵਿਹੂਣਾ ਹੋ ਗਿਆ। ਔਰ ਅੱਜ ਜਦੋਂ ਅਸੀਂ ਪੰਜਾਬ ਦੇ ਦਿਹਾਤ ਵਿੱਚ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਬਹੁਤ ਘੱਟ ਰੁੱਖ ਲੱਭਦੇ ਨੇ। ਦੂਰ ਤੱਕ ਤੁਹਾਨੂੰ ਫਸਲ ਤਾਂ ਦਿਸੇਗੀ, ਖੇਤ ਦਿਸਣਗੇ, ਲੇਕਿਨ ਰੁੱਖ ਤੁਹਾਨੂੰ ਬਹੁਤ ਹੀ ਟਾਵਾਂ ਨਜ਼ਰ ਆਏਗਾ। ਔਰ ਇਹਦੇ ਨਾਲ ਜਦੋਂ ਖੇਤੀ ਜਿਹੜੀ ਹੈ ਉਹ ਪੂੰਜੀ ਆਧਾਰਿਤ ਹੋ ਜਾਂਦੀ ਹੈ, ਜਦੋਂ ਖੇਤੀ ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਮੁਨਾਫਾ ਕਿਵੇਂ ਉਹਦੇ ਵਿੱਚੋਂ ਲੈਣਾ ਚਾਹੁੰਦੇ ਹਾਂ, ਤਾਂ ਉਹਦਾ ਅਸਰ ਇਹ ਹੁੰਦਾ ਕਿ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਹੋਰ ਲਾਲਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਸਾਡੇ ਮਨ ਦੇ ਵਿੱਚ ਹੋਰ ਜਾਇਦਾਦਾਂ ਬਣਾਉਣ ਦੇ, ਚੀਜ਼ਾਂ ਥਾਵਾਂ ਉੱਤੇ ਕਬਜ਼ੇ ਕਰਨ ਦੇ ਜਿਹੜੇ ਉਹ ਸਾਡੇ ਮਨ ਚ ਖੁਆਇਸ਼ਾਂ ਲਾਲਸਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਔਰ ਉਹਦੇ ਨਾਲ ਪਿੰਡ ਦਾ ਪੂਰਾ ਸਮਾਜਿਕ ਸਟਰਕਚਰ ਜਿਹੜਾ ਹੈ, ਸਮਾਜਿਕ ਢਾਂਚਾ ਕਿਵੇਂ ਬਿਖਰ ਜਾਂਦਾ ਹੈ, ਕਿਵੇਂ ਸਮਾਜ ਦੇ ਇਸ ਨਾਵਲ ਦੀ ਇੱਕ ਬਹੁਤ ਮੁੱਖ ਘਟਨਾ ਹੈ ਜਿਹਦੇ ਵਿੱਚ ਕਤਲ ਇਸੇ ਕਰਕੇ ਹੀ ਹੁੰਦਾ ਹੈ, ਕੁਝ ਜ਼ਮੀਨ ਦੇ ਝਗੜੇ ਉੱਤੇ, ਜ਼ਮੀਨ ਦੇ ਕਬਜ਼ੇ ਕਰਕੇ ਹੀ ਜਿਹੜਾ ਕਤਲ ਹੋ ਜਾਂਦਾ ਹੈ, ਜਿਹਦੇ ਵਿੱਚੋਂ ਹੋਰ ਅੱਗੇ ਕਤਲਾਂ ਦਾ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਹੈ। ਔਰ ਸਾਰਾ ਦੁਕਾਨ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ, ਹਰਪਾਲ ਦਾ ਕਤਲ ਤੱਕ ਉਹ ਸਾਰਾ ਸਿਲਸਿਲਾ ਚੱਲਦਾ ਹੈ। ਸੋ ਇਸ ਤਰ੍ਹਾਂ ਇਹ ਸਾਰੇ ਸਮਾਜਿਕ ਸਾਡੀ ਬਣਤਰ, ਸਾਡਾ ਢਾਂਚਾ ਜਿਹੜਾ ਹੈ ਇਹ ਟੁੱਟਿਆ ਹੀ ਇਸ ਲਈ ਕਿਉਂਕਿ ਸਾਡੀ ਖੇਤੀ ਦੇ ਵਿੱਚ ਜਿਹੜੇ ਰਿਸ਼ਤੇ ਬਦਲ ਗਏ। ਸਾਡੀ ਖੇਤੀ ਸਿਰਫ ਤੇ ਸਿਰਫ ਮੁਨਾਫੇ ਦੇ ਲਈ ਹੋ ਗਈ, ਪ੍ਰੋਫਿਟ ਦੇ ਲਈ ਹੋ ਗਈ। ਔਰ ਇਸੇ ਕਰਕੇ ਸਾਡਾ ਸਮਾਜ ਜਿਹੜਾ ਹੈ ਉਹਦੇ ਜਿਹੜੀਆਂ ਪੁਰਾਣੀਆਂ ਭਾਈਚਾਰਕ ਸਾਂਝਾਂ ਸਨ, ਜਿਹੜਾ ਆਪਸੀ ਪਿਆਰ ਮੁਹੱਬਤ ਸੀ, ਉਹ ਸਾਰਾ ਖਤਮ ਹੋ ਗਿਆ।
ਸੋ ਇਸ ਲਈ ਮੈਂ ਇੱਕ ਅਰਥ ਸ਼ਾਸਤਰੀ ਵਾਂਗ ਤਾਂ ਨਹੀਂ ਆਪਣੇ ਨਾਵਲ 'ਚ ਪੇਸ਼ ਕਰ ਸਕਦਾ। ਕੋਈ ਵੀ ਨਾਵਲਕਾਰ ਅਰਥ ਸ਼ਾਸਤਰੀ ਨਹੀਂ ਹੁੰਦਾ, ਕਿਉਂਕਿ ਬੁਨਿਆਦੀ ਤੌਰ ਤੇ ਅਸੀਂ ਇੱਕ ਸਮਾਜ ਵਿੱਚ ਰਹਿੰਦੇ ਬੰਦਿਆਂ ਨੂੰ ਪੇਸ਼ ਕਰਨਾ ਹੁੰਦਾ ਹੈ, ਬਦਲਦੇ ਸਮਾਜ ਨੂੰ ਪੇਸ਼ ਕਰਨਾ ਹੁੰਦਾ ਹੈ। ਤੋ ਉਹ ਇਸ ਤਰੀਕੇ ਦੇ ਨਾਲ ਹੀ ਉਹ ਖੇਤੀ ਤੇ ਖੇਤੀ ਨਾਲ ਜੁੜੀਆਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਣ। ਸਾਡੇ ਕੁਝ ਲਿਸਨਰ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ। ਹਰਵਿੰਦਰ ਪੰਡਾਲ ਜੀ, ਲੈ ਲਈਏ ਜੀ ਉਹਨਾਂ ਨੂੰ ਵੀ ਨਾਲ। ਹਾਂਜੀ 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 ਹਾਂਜੀ, ਜਰਨੈਲ ਸਿੰਘ ਜੀ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਹਰਵਿੰਦਰ, ਆਪ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਬਹੁਤ ਖੁਸ਼ੀ ਹੋਈ ਹੈ ਤੁਹਾਡੇ ਵਿਚਾਰ ਸੁਣ ਕੇ, ਜਿਹੜੀ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ, ਤੇ ਬਹੁਤ ਮਾਣ ਆ। ਮੈਂ ਜਰਨੈਲ ਸਿੰਘ ਸਰਦਾਰ, ਤੁਹਾਡੇ ਸਤਿਕਾਰਯੋਗ ਪਿਤਾ ਜੀ ਸਰਜੀਤ ਸਿੰਘ ਜੀ ਸਕੂਲ ਟੀਚਰ ਉਹਨਾਂ ਦੇ ਬੜੇ ਕਰੀਬ ਆ, ਤੇ ਹੁਣ ਇੱਥੇ ਮੈਂ ਵੈਨਕੂਵਰ 'ਚ ਤੁਹਾਨੂੰ ਸੁਣਿਆ, ਸਾਰਾ ਭਾਈਚਾਰਾ ਸੁਣ ਰਿਹਾ। ਬਹੁਤ ਤੁਹਾਡੇ ਤੇ ਮਾਣ ਹੈ। ਖੜੇ ਹੋ ਕੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ। ਨਵਜੋਤ ਹੁਣੀ ਵੀ ਬਹੁਤ ਇੱਥੇ ਸਾਡੇ ਸਮਾਜ ਦੀ ਸੇਵਾ ਕਰ ਰਹੇ ਆ। ਤੁਸੀਂ ਵੀ ਜੋ ਇਹ ਨਾਵਲ ਵਿੱਚ ਲਿਖਿਆ, ਉਹ ਤਕਰੀਬਨ ਸਾਡੀ ਜ਼ਿੰਦਗੀ ਤੇ ਪੂਰਾ ਜੋ ਬੇੜ ਦਾ ਏਰੀਆ 100% ਢੁਕਦਾ ਜੀ। ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਏਦਾਂ ਸਮਾਜ ਦੀ ਸੇਵਾ ਕਰਦੇ ਰਹੋ ਜੀ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ ਜੀ। ਤੋ ਇਹ ਤੇ ਤੁਸੀਂ ਫਾਦਰ ਮੇਰੇ ਦਾ ਵੀ ਨਾਮ ਲਿਆ ਤੇ ਤੁਸੀਂ ਜਾਣਦੇ ਹੋ, ਮੈਂ ਵੀ ਜਾਣਦਾ, ਮੈਨੂੰ ਲੱਗਦਾ ਮੈਂ ਤੁਹਾਨੂੰ ਜਾਣਦਾ ਹੈ। ਔਰ ਜਰਨੈਲ ਸਿੰਘ ਇਹਨਾਂ ਦਾ ਨਾਮ, ਜਰਨੈਲ ਸਿੰਘ ਪੰਡਾਲ, ਜਰਨੈਲ ਸਿੰਘ, ਕਰਨੈਲ ਸਿੰਘ ਤੇ ਮੱਕੜ ਸਿੰਘ, ਤਿੰਨ ਭਰਾ ਤੁਹਾਡੇ ਪਿੰਡੂ। ਹਾਂਜੀ 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 ਹਾਂਜੀ, ਬਿਲਕੁਲ 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 ਜੀ। ਅਸਲ 'ਚ ਇਹ ਸਾਰਾ ਨਾਵਲ ਦੀ ਪ੍ਰੇਰਨਾ ਅਸਲ 'ਚ ਆਪਣੇ ਪਿੰਡ ਤੋਂ ਹੀ ਮਿਲੀ ਹੋਈ ਹੈ, ਪੰਡਾਲ ਵੇਟ ਤੋਂ। ਇੱਕ ਤਰੀਕੇ ਨਾਲ ਉਸ ਪਿੰਡ ਦੇ ਜਿਹੜੇ ਮੇਰੇ ਆਪਣੇ ਅਨੁਭਵ, ਉੱਥੇ ਜੰਮਣ ਦੇ, ਉੱਥੇ ਵੱਡੇ ਹੋਣ ਦੇ, ਉੱਥੇ ਦਾ ਆਲਾ ਦੁਆਲਾ ਸਾਰਾ ਕੁਝ, ਬਹੁਤ ਕੁਝ ਉੱਥੋਂ ਆਪਣੇ ਪਿੰਡ ਦੇ ਵਿੱਚੋਂ ਹੀ ਲਿਆ। ਔਰ ਮੈਨੂੰ ਲੱਗਦਾ ਹਰੇਕ ਨਾਵਲਕਾਰ ਦੇ ਅਵਚੇਤਨ ਦੇ ਵਿੱਚ ਅਸਲ 'ਚ ਉਹਦਾ ਬਚਪਨ ਹੀ ਪਿਆ ਹੁੰਦਾ ਹੈ, ਜਿੱਥੋਂ ਉਹ ਵੱਡਾ ਹੋਇਆ ਹੁੰਦਾ ਹੈ। ਔਰ ਉਹੀ ਕਿਸੇ ਵੀ ਰਚਨਾ ਦਾ ਆਧਾਰ ਬਣਦਾ ਹੈ। ਉਹ ਜਿਹੜੀਆਂ ਯਾਦਾਂ ਉੱਥੇ ਉਹਨੂੰ ਮਿਲੀਆਂ ਹੁੰਦੀਆਂ, ਉਹਨੇ ਸੰਜੋਈਆਂ ਹੁੰਦੀਆਂ, ਜਿਵੇਂ ਉਹਨਾਂ ਨੇ ਉਹ ਬਦਲਿਆ ਦੇਖਿਆ ਹੁੰਦਾ ਉਸ ਧਰਤੀ ਨੂੰ, ਉਸ ਸਮਾਜ ਨੂੰ, ਉਹਦੇ ਵਿੱਚੋਂ ਹੀ ਮੈਂ ਇਹਨੂੰ ਪੇਸ਼ ਕੀਤਾ ਜੀ। ਬਹੁਤ 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 ਧੰਨਵਾਦ ਤੁਹਾਡਾ। ਅੱਛਾ, ਇੱਕ ਚੀਜ਼ ਮੈਂ ਹੋਰ ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ। ਜਿਹੜੇ ਇਸ ਨਾਵਲ ਦੇ ਵਿੱਚ ਪਾਤਰ ਨੇ, ਉਹਨਾਂ ਦੇ ਨਾਮ ਜਦੋਂ ਆਪਾਂ ਚੁਣਨੇ ਹੁੰਦੇ ਆ, ਇਹ ਵੀ ਬੜੀ ਮੇਰੇ ਖਿਆਲ ਇੰਟਰਸਟਿੰਗ ਗੱਲਬਾਤ ਹੁੰਦੀ ਹੈ। ਕਿੰਨੇ ਕੌਨਸ਼ੀਅਸ ਹੋ ਕੇ ਤੁਸੀਂ ਇਹਨਾਂ ਦੇ ਨਾਮ ਚੁਣੇ ਆ, ਜੇ ਇਹਦੇ ਬਾਰੇ ਵੀ ਦੱਸ ਸਕੋ ਤਾਂ। ਨਾਵਲ ਬਿਲਕੁਲ, ਇਹ ਨਾਮ ਚੁਣਨ ਲੱਗਿਆ ਕੌਨਸ਼ੀਅਸ ਤਾਂ ਹੋਣਾ ਹੀ ਪੈਂਦਾ, ਕਿਉਂਕਿ ਇੱਕ ਗੱਲ ਇਹ ਹੈ ਕਿ ਚਾਹੇ ਹਰੇਕ ਨਾਵਲ ਦੇ ਸ਼ੁਰੂ ਦੇ ਵਿੱਚ ਇੱਕ ਡਿਸਕਲੇਮਰ ਹੁੰਦਾ ਹੈ ਕਿ ਇਹਦਾ ਕਿਸੇ ਵੀ ਜਿਉਂਦੇ ਮਰੇ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਇਹ ਘਟਨਾਵਾਂ ਸਾਰੀਆਂ ਕਾਲਪਨਿਕ ਨੇ। ਪਰ ਇਹਦੇ ਬਾਵਜੂਦ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜ਼ਰੂਰ ਹੁੰਦੀਆਂ। ਜਿਵੇਂ ਮਾਰਕੇਜ਼ ਕਹਿੰਦਾ ਹੈ, ਉਹਦੇ ਨਾਵਲ ਬਹੁਤ ਅਜੀਬ ਕਿਸਮ ਦੇ ਸਾਰੇ ਕਹਾਣੀਆਂ ਹੁੰਦੀਆਂ ਨੇ, ਲੇਕਿਨ ਉਹ ਕਹਿੰਦਾ ਕਿ ਮੈਂ ਆਪਣੇ ਕਿਸੇ ਨਾਵਲ ਦੇ ਵਿੱਚ ਕਦੇ ਕੋਈ ਐਸੀ ਕਹਾਣੀ ਨਹੀਂ ਲਿਖੀ ਜਿਹੜੀ ਮੇਰੇ ਸਾਹਮਣੇ ਵਾਪਰੀ ਨਾ ਹੋ। ਅੱਛਾ, ਇਸ ਲਈ ਸੁਚੇਤ ਹੋਣਾ ਪੈਂਦਾ ਬਿਲਕੁਲ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਵੀ ਹੁੰਦੀਆਂ, ਜੇਕਰ ਤੁਸੀਂ ਉਹਨਾਂ ਦੇ ਨਾਮ ਜਾਂ ਉਸ ਤੋਂ ਅਸਲ ਵਿਅਕਤੀ ਦੀ ਪਛਾਣ ਹੁੰਦੀ ਹੋਵੇ, ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਕਿਸੇ ਦੀ ਪ੍ਰਾਈਵੇਸੀ, ਕਿਸੇ ਇਸ ਤਰੀਕੇ ਨਾਲ ਜਿਹੜਾ ਹੈ ਉਹਦੇ ਸਾਹਮਣੇ ਸੰਕਟ ਖੜਾ ਹੋ ਸਕਦਾ। ਦੂਸਰੀ ਗੱਲ ਇਹ ਹੈ ਕਿ ਨਾਮ ਨੂੰ ਦੇਖਦਿਆਂ ਤੁਹਾਨੂੰ ਸਮੇਂ ਨੂੰ ਦੇਖਣਾ ਪੈਂਦਾ, ਕਿਹੜੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਮ ਜਿਹੜੇ ਸਨ ਉਹ ਪ੍ਰਚਲਿਤ ਹੁੰਦੇ ਸਨ। ਨਾਵਾਂ ਦਾ ਵੀ ਆਪਣਾ ਇੱਕ ਇਤਿਹਾਸ ਹੈ। ਜਦੋਂ ਅਸੀਂ ਪੰਜਾਬ ਦੇ ਸਮਾਜ ਦੇਖਦੇ ਹਾਂ ਕਿ ਕਿਹੜੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਮ ਪ੍ਰਚਲਿਤ ਹੋਏ, ਸਾਹਮਣੇ ਆਏ, ਤਾਂ ਮੈਂ ਸੁਚੇਤ ਹੋ ਕੇ ਜਿਸ ਸਮੇਂ 'ਚ ਜਿਹੜਾ ਵਿਅਕਤੀ ਅਸਲ 'ਚ ਜਨਮ ਲੈ ਰਿਹਾ, ਉਸ ਵੇਲੇ ਲੋਕ ਆਪਣੇ ਬੱਚਿਆਂ ਦੇ ਜਿਸ ਤਰ੍ਹਾਂ ਦੇ ਨਾਮ ਰੱਖਦੇ ਹੁੰਦੇ ਸਨ, ਤਾਂ ਮੈਂ ਉਸੇ ਤਰ੍ਹਾਂ ਦੇ ਨਾਮ ਰੱਖਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਨਹੀਂ ਹੈ ਕਿ ਕਿਸੇ ਇੱਕ ਪਾਤਰ ਦਾ ਨਾਂ ਉਹੀ ਹੋ ਸਕਦਾ ਸੀ, ਉਹ ਕੋਈ ਹੋਰ ਨਹੀਂ ਸੀ ਹੋ ਸਕਦਾ। ਕਿ ਜੇ ਪਾਸ਼ੀ ਹੈ ਤੇ ਪਾਸ਼ੀ ਦਾ ਨਾਂ ਪਾਸ਼ੀ ਹੀ ਹੋ ਸਕਦਾ ਸੀ, ਪਾਸ਼ੀ ਦੀ ਥਾਂ ਤੇ ਕੋਈ ਹੋਰ ਇਹਦੇ ਨਾਲ ਰਲਿਆ ਮਿਲਿਆ ਨਾਂ ਨਹੀਂ ਸੀ ਹੋ ਸਕਦਾ, ਕੋਈ ਲਾਡੋ ਹੋ ਸਕਦਾ ਸੀ, ਇਸ ਤਰ੍ਹਾਂ ਦੇ ਨਾਮ ਜਿਹੜੇ ਉਸ ਵੇਲੇ ਚੱਲਦੇ ਸਨ। ਪਰ ਇੰਨਾ ਜ਼ਰੂਰ ਮੈਂ ਸੋਚ ਰਿਹਾ ਕਿ ਘੱਟੋ ਘੱਟ ਨਾਮ ਉਹਨਾਂ ਵੇਲਿਆਂ ਦੇ ਹੀ ਹੋਣ ਜਿਸ ਵੇਲੇ ਉਹ ਪਾਤਰ ਜਨਮ ਲੈ ਰਿਹਾ, ਕਿਉਂਕਿ ਨਾਮ ਤਾਂ ਜਨਮ ਵੇਲੇ ਰੱਖਿਆ ਜਾਂਦਾ। ਨਹੀਂ, ਮੇਰਾ ਸਵਾਲ ਥੋੜ੍ਹਾ ਇਹ ਸੀ ਕਿ ਕੀ ਜਿਹੜੇ ਕੁਝ ਪਾਤਰ ਇਹੋ ਜਿਹੇ ਵੀ ਹੈ ਜਿਨ੍ਹਾਂ ਦੇ ਖਾਸ ਕਰਕੇ ਨਾਮ ਉਸ ਤਰ੍ਹਾਂ ਦੇ ਰੱਖੇ ਗਏ ਆ ਜਿਹੜਾ ਕਿ ਉਹਨਾਂ ਦਾ ਮੀਨਿੰਗ ਆ, ਉਹਨਾਂ ਦੇ ਕੈਰੈਕਟਰ ਨੂੰ ਵੀ ਦਰਸਾ ਰਿਹਾ ਹੋਵੇ। ਜਿਵੇਂ ਸਰਗੀ ਨਾਮ ਹੈ, ਉਹਦੇ ਵਿੱਚ ਨਿਸ਼ਾਨ ਸਿੰਘ ਨਾਂ ਦਾ ਇੱਕ ਪਾਤਰ ਹੈਗਾ। ਤਿੰਨ ਤੁਸੀਂ ਜਿਹੜੇ ਗੂੜੇ ਦੋਸਤ ਆ, ਖੁਸ਼ਵੰਤ ਆ, ਸਤਪਾਲ, ਰਾਮਾ, ਉਹਨਾਂ ਦੀ ਤੁਸੀਂ ਗੱਲ ਕਰਦਿਆਂ ਹੋਇਆ ਇੱਕ ਬੜੀ ਖੂਬਸੂਰਤ ਗੱਲ ਲਿਖੀ ਹੈ, ਮੈਂ ਉਹ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰਦਾ।
ਕਹਿੰਦੇ ਸਤਪਾਲ ਰਾਮਾ ਤੇ ਉਹ ਸਕੂਲ ਵਿੱਚ ਗੂੜੇ ਮਿੱਤਰ ਸਨ। ਸਤਪਾਲ ਬ੍ਰਾਹਮਣਾ, ਰਾਮਾ ਮਜ਼ਬੀਆਂ ਦਾ ਮੁੰਡਾ ਸੀ। ਤਿੰਨੋਂ ਪੜ੍ਹਨ ਵਿੱਚ ਹੁਸ਼ਿਆਰ। ਨਵਿਆਂ ਸਮਿਆਂ ਦੇ ਨਵੇਂ ਵਰਣ ਜਨਰਲ, BC ਤੇ SC। ਮੈਨੂੰ ਬੜੀ ਇਹ ਵਧੀਆ ਗੱਲ ਲੱਗੀ ਕਿ ਨਵੇਂ ਸਮੇਂ ਦੇ ਨਵੇਂ ਵਰਣ, ਜਿਸ ਹਿਸਾਬ ਦੇ ਨਾਲ ਆਪਾਂ ਜਿਹੜਾ ਜਾਤ ਪਾਤ ਦਾ ਸਿਲਸਿਲਾ ਹੈ ਉਹ ਹਾਲੇ ਵੀ ਦੇਖਦੇ ਹਾਂ। ਜਿਹੜਾ ਤੁਸੀਂ ਇਹ 50 ਸਾਲਾਂ ਦਾ ਜ਼ਿਕਰ ਕੀਤਾ, ਇਹਦੇ ਵਿੱਚ ਜੇ ਨਾਵਲ ਦੇ ਵਿੱਚ ਜੋ ਤੁਸੀਂ ਪੇਸ਼ ਕੀਤਾ, ਜਦੋਂ ਹੁਣ ਪ੍ਰੈਕਟੀਕਲੀ ਵੀ ਤੁਸੀਂ ਇੱਕ ਵਿਅਕਤੀ ਦੇ ਤੌਰ 'ਤੇ ਵਿਚਰਦੇ ਹੋ, ਇੱਕ ਚੀਜ਼ ਇਹਦੇ ਵਿੱਚ ਪ੍ਰੋਜੈਕਟ ਕੀਤੀ ਗਈ ਹੈ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਹਰਵਿੰਦਰ ਜੀ, ਇਹ ਥੋੜ੍ਹਾ ਨਾਵਲ ਨਾਲੋਂ ਮੈਂ ਵੱਖਰਾ ਸਵਾਲ ਕਰ ਰਹੀ ਹਾਂ। ਜਾਤ ਪਾਤ ਦਾ ਮਸਲਾ ਹਾਲੇ ਇੱਥੇ ਵੀ ਆ ਕੇ ਲੋਕ ਡਿਸਕਸ ਕਰਦੇ ਆ, ਜਿੱਥੇ ਜਿਹੜੀ ਥਾਂ 'ਤੇ ਅਸੀਂ ਬੈਠੇ ਹਾਂ। ਸਾਡੇ ਗੀਤਾਂ ਦੇ ਵਿੱਚ ਬਹੁਤ ਉਭਾਰ ਕੇ ਪੇਸ਼ ਕੀਤੀ ਜਾ ਰਹੀ ਹੈ ਉਹ ਚੀਜ਼। ਬਹੁਤ ਵਾਰੀ ਨਿਰਾਸ਼ਾ ਹੁੰਦੀ ਇਸ ਚੀਜ਼ ਦੀ ਕਿ ਅਸੀਂ ਉਸ ਮੁਲਕ ਤੋਂ ਇਹ ਸਾਰਾ ਕੁਝ ਇੱਥੇ ਵੀ ਲੈ ਆਂਦਾ ਹੈਗਾ। ਤੁਹਾਡਾ ਪਰਸਨਲ ਤੌਰ 'ਤੇ, ਜ਼ਾਤੀ ਤੌਰ 'ਤੇ ਕੀ ਖਿਆਲ ਹੈ ਕਿ ਇਹ ਚੀਜ਼ਾਂ ਹੁਣ ਫਿੱਕੀਆਂ ਪੈ ਗਈਆਂ ਨੇ ਜਾਂ ਫਿੱਕੀਆਂ ਪੈਣੀਆਂ ਸ਼ੁਰੂ ਹੋ ਗਈਆਂ, ਜਾਂ ਕਿੰਨੀ ਦੇਰ ਤੱਕ ਇਹ ਰਹਿਣੀਆਂ ਨੇ ਹਾਲੇ? ਨਵਜੋਤ ਜੀ, ਅਸਲ 'ਚ ਜਾਤ ਜਿਹੜੀ ਹੈ ਨਾ, ਇਹ ਸਾਡੇ ਸਮਾਜ ਦਾ ਇੱਕ ਬੜਾ ਕਠੋਰ ਸੱਚ ਹੈ। ਔਰ ਕਠੋਰ ਸੱਚ ਵੀ ਹੈ ਤੇ ਬੜਾ ਸਖਤ ਸੱਚ ਹੈ। ਔਰ ਸਾਡੇ ਸਮਾਜ ਨੇ, ਅਸਲ ਦੇ ਵਿੱਚ ਸਾਡੇ ਸਮਾਜ ਦੀ ਇੱਕ ਬਹੁਤ ਬੁਨਿਆਦੀ ਬਣਤਰ ਹੀ ਇਹ ਕਾਸਟ ਹੈ, ਇਹ ਜਾਤੀ ਹੈ। ਤੇ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਸਾਡੀ ਕਿ ਹਾਲਾਂਕਿ ਸਾਡੇ ਕੋਲ ਸਿਧਾਂਤਕ ਤੌਰ ਦੇ ਉੱਤੇ ਅਸੀਂ ਜਿਸ ਫਲਸਫੇ ਤੋਂ ਸੇਧ ਲੈਂਦੇ ਹਾਂ, ਜਿਸ ਦਰਸ਼ਨ ਤੋਂ ਸੇਧ ਲੈਂਦੇ ਹਾਂ, ਉਹ ਜਾਤਾਂ ਪਾਤਾਂ ਨੂੰ ਬਿਲਕੁਲ ਵੀ ਰੈਕੋਗਨਾਈਜ਼ ਨਹੀਂ ਕਰਦਾ, ਉਹ ਫਲਸਫਾ, ਉਹ ਦਰਸ਼ਨ। ਲੇਕਿਨ ਅਮਲੀ ਤੌਰ ਦੇ ਉੱਤੇ ਅਜੇ ਤੱਕ ਵੀ ਸਾਡੇ ਸਟਰਕਚਰ ਦੇ ਵਿੱਚ, ਸਾਡੇ ਸਮਾਜਿਕ ਢਾਂਚੇ ਦੇ ਵਿੱਚ ਜਾਤਾਂ ਉਸੇ ਤਰ੍ਹਾਂ ਹੀ ਖੜੀਆਂ ਨੇ, ਔਰ ਜਾਤਾਂ ਦਾ ਦਾਅਵਾ ਵੀ ਉਸੇ ਤਰੀਕੇ ਨਾਲ ਹੀ ਖੜਾ ਹੈ। ਇਸ ਲਈ ਮੇਰੇ ਇਸ ਨਾਵਲ ਦੇ ਵਿੱਚ ਵੀ ਇੱਕ ਬੜੀ ਕੇਂਦਰੀ ਚੂਲ ਜਿਹੜੀ ਹੈ ਨਾ, ਉਹ ਇਹੀ ਹੈ ਕਿ ਇੱਕ ਪਿੰਡ ਦੀ ਜਿਹੜਾ ਸਮਾਜਿਕ ਢਾਂਚਾ ਹੈ, ਉਹਦੇ ਅੰਦਰ ਕਿਸ ਤਰ੍ਹਾਂ ਦੇ ਕਾਸਟ ਆਧਾਰਿਤ, ਜਾਤੀ ਆਧਾਰਿਤ ਜਿਹੜੀਆਂ ਨੇ ਉਹ ਬਣਤਰਾਂ ਪਈਆਂ ਨੇ। ਔਰ ਜਿਹੜੇ ਨਾਮ ਵੀ ਮੈਂ ਰੱਖੇ ਨੇ, ਅਸਲ 'ਚ ਉਹ ਵੀ ਇਸੇ ਤਰ੍ਹਾਂ ਹੀ ਨੇ ਕਿ ਕਿਉਂਕਿ ਹਰ ਕਾਸਟ ਦੇ ਆਪਣੀ ਇੱਕ, ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸਥਿਤੀ ਅਨੁਸਾਰ, ਆਰਥਿਕ ਸਥਿਤੀ ਅਨੁਸਾਰ ਉਹਨਾਂ ਦੇ ਆਪਣੇ ਨਾਮ ਹੁੰਦੇ ਨੇ। ਔਰ ਉਸੇ ਤਰ੍ਹਾਂ ਦੇ ਨਾਂ ਹੀ ਮੈਂ ਰੱਖਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਕੋਈ SC ਬੱਚਾ ਹੈ ਤਾਂ ਉਹਦੇ ਘਰ ਦੇ ਕਿਸ ਤਰ੍ਹਾਂ ਦੇ ਨਾਮ ਰੱਖਦੇ ਨੇ। ਕੋਈ ਬ੍ਰਾਹਮਣਾਂ ਦਾ ਮੁੰਡਾ ਹੈ, ਪਿੰਡ 'ਚ ਰਹਿਣ ਵਾਲਾ ਇੱਕ ਬ੍ਰਾਹਮਣ ਪਰਿਵਾਰ ਹੈ ਜਿਹੜਾ ਕਿਸਾਨੀ ਕਰਦਾ, ਉਹਨਾਂ ਦੇ ਬੱਚਿਆਂ ਦੇ ਨਾਮ ਕਿਸ ਤਰ੍ਹਾਂ ਦੇ ਰੱਖੇ ਜਾਂਦੇ ਸਨ। ਸੋ ਇਹ ਅਜੇ ਤੱਕ ਵਰਤਾਰਾ ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੌਜੂਦ ਹੈ, ਔਰ ਇਹਦੇ ਬਾਰੇ ਸਾਨੂੰ ਫਿਕਰ ਕਰਨੀ ਚਾਹੀਦੀ ਹੈ। ਕਿਉਂਕਿ ਇਹ ਵਰਤਾਰਾ ਅਸੀਂ ਦੇਖਦੇ ਹਾਂ ਕਿ ਜਦੋਂ ਵਿਦੇਸ਼ਾਂ 'ਚ ਵੀ ਸਾਡੇ ਪੰਜਾਬੀ ਚਲੇ ਜਾਂਦੇ ਨੇ, ਜਿੱਥੇ ਕਾਸਟ ਨਾਂ ਦੀ ਕੋਈ ਚੀਜ਼ ਨਹੀਂ ਹੈ, ਬੜੀ ਬਰਾਬਰੀ ਵਰਗ ਵਾਲਾ, ਘੱਟੋ ਘੱਟ ਸਮਾਜਿਕ ਤੌਰ ਤੇ ਅਸੀਂ ਬਰਾਬਰੀ ਵਾਲੇ ਸਮਾਜ ਵਿੱਚ ਚਲੇ ਜਾਂਦੇ ਹਾਂ, ਲੇਕਿਨ ਉੱਥੇ ਵੀ ਅਸੀਂ ਆਪਣੀ ਉਸ ਕਾਸਟ ਨੂੰ ਨਾਲ ਲੈ ਕੇ ਚਲੇ ਜਾਂਦੇ ਹਾਂ। ਔਰ ਸਾਡੇ ਸਮਾਜਿਕ ਵਿਕਾਸ, ਸਾਡੀ ਸਮਾਜਿਕ ਤਰੱਕੀ ਦੇ ਰਸਤੇ ਦੇ ਵਿੱਚ ਇਹ ਫੈਕਟਰ ਬਹੁਤ ਵੱਡੀ ਰੁਕਾਵਟ ਬਣਿਆ ਹੋਇਆ। ਔਰ ਸਾਨੂੰ ਚਾਹੀਦਾ ਘੱਟੋ ਘੱਟ ਸਾਡੇ ਸਮਾਜ ਦੇ ਜਿਹੜੇ ਧਾਰਮਿਕ ਲੀਡਰ ਨੇ, ਜਿਹੜੇ ਸਮਾਜਿਕ ਲੀਡਰ ਨੇ, ਸਿਆਸੀ ਲੀਡਰ ਨੇ, ਉਹਨਾਂ ਨੂੰ ਘੱਟੋ ਘੱਟ ਸਭ ਤੋਂ ਪਹਿਲਾਂ ਅੱਗੇ ਆ ਕੇ ਇਸ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਆਮ ਲੋਕ ਹੋਰ ਵੀ ਉਹਨਾਂ ਦੇ ਪਿੱਛੇ ਆਉਣਗੇ ਜ਼ਰੂਰ। ਇਹ ਬਹੁਤ ਚਿੰਤਾ ਵਾਲਾ ਵਰਤਾਰਾ ਜਿਹੜਾ ਅਜੇ ਵੀ ਮੌਜੂਦ। ਆਪਣੇ ਬਹੁਤ ਵਧੀਆ ਲੇਖਕ ਨੇ, ਕਹਾਣੀਕਾਰ ਨੇ, ਨਾਵਲਕਾਰ ਨੇ, ਉਹ ਵੀ ਆਲੋਚਨਾ ਵੀ ਕਰਦੇ ਨੇ, ਦੇਸਰਾਜ ਕਾਲੀ ਹੁਣੀ। ਉਹਨਾਂ ਨੇ ਤੁਹਾਡੇ ਨਾਵਲ ਦੇ ਸਿਲਸਿਲੇ ਦੇ ਵਿੱਚ ਇੱਕ ਸੁਨੇਹਾ ਸਾਨੂੰ ਭੇਜਿਆ। ਮੈਂ ਉਹ ਵੀ ਆਪਣੇ ਸੁਣਨ ਵਾਲੇ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਦੇਸਰਾਜ ਕਾਲੀ ਇਸ ਨਾਵਲ ਮੈਲੀ ਮਿੱਟੀ ਨੂੰ ਕਿਵੇਂ ਦੇਖਦੇ ਨੇ, ਕਿਵੇਂ ਪੜ੍ਹਦੇ ਨੇ। ਰਵਿੰਦਰ ਭੰਡਾਲ ਦਾ ਨਾਵਲ ਮੈਲੀ ਮਿੱਟੀ ਇਤਿਹਾਸ ਦੇ ਗੇੜ 'ਚੋਂ ਪੰਜਾਬ ਦੀ ਖੁਰਈ ਪਛਾਣ ਨੂੰ ਫੜਨ ਦਾ ਯਤਨ ਹੈ। ਰਵਿੰਦਰ ਭੰਡਾਲ ਦਾ ਨਾਵਲ ਮੈਲੀ ਮਿੱਟੀ ਧੁੰਦਲਾ ਹੁੰਦਾ ਹੈ। ਇਤਿਹਾਸ ਦੇ ਗੇੜ 'ਚੋਂ ਪੰਜਾਬ ਦੀ ਖੁਰਈ ਪਛਾਣ ਨੂੰ ਫੜਨ ਦਾ ਯਤਨ ਹੈ। ਰਵਿੰਦਰ ਭੰਡਾਲ ਦਾ ਨਾਵਲ ਮੈਲੀ ਮਿੱਟੀ ਇਤਿਹਾਸ ਦੇ ਗੇੜ 'ਚੋਂ ਪੰਜਾਬ ਦੀ ਖੁਰਈ ਪਛਾਣ ਨੂੰ ਫੜਨ ਦਾ ਯਤਨ ਹੈ। ਰਵਿੰਦਰ ਜੀ, ਇਹ ਦੇਸਰਾਜ ਕਾਲੀ ਹੁਣੀ ਇਹ ਜ਼ਿਕਰ ਕੀਤਾ ਕਿ ਮੈਲੀ ਮਿੱਟੀ ਕਿਸ ਤਰੀਕੇ ਦੇ ਨਾਲ ਉਹ ਦੇਖਦੇ ਹੈਗੇ ਆ। ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ, ਕਾਫੀ ਲੰਬੀ ਚੌੜੀ ਗੱਲਬਾਤ ਹੋਈ, ਪਰ ਜਿਹੜਾ ਇੱਕ ਛੋਟਾ ਜਿਹਾ ਸੁਨੇਹਾ ਉਹਨਾਂ ਦਾ ਹੋਰ ਸੀ, ਜਿਹੜਾ ਕਿ ਸ਼ਾਇਦ ਮੈਂ ਇਸ ਵੇਲੇ ਪਲੇ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ।
ਅੱਗੇ ਚੱਲ ਕੇ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਆਪਾਂ ਸ਼ਾਮਿਲ ਕਰ ਸਕੀਏ। ਕੁਝ ਗੱਲਾਂ ਹੋਰ ਕਰਨੀਆਂ। ਜਾਤ ਪਾਤ ਦਾ ਜਿਹੜਾ ਮਸਲਾ ਮੈਂ ਮਹਿਸੂਸ ਕੀਤਾ ਜਦੋਂ ਮੈਂ ਇਸ ਨਾਵਲ ਨੂੰ ਪੜ੍ਹਿਆ, ਤੁਸੀਂ ਇਸ ਗੱਲ ਨੂੰ ਖੁਦ ਵੀ ਐਡਮਿਟ ਕੀਤਾ ਕਿ ਇਹ ਬਹੁਤ ਨਾਲੋਂ ਨਾਲ ਥਾਂ ਥਾਂ ਤੇ ਚੱਲਦਾ ਆਉਂਦਾ। ਤਕਰੀਬਨ ਜਿਹੜਾ ਹਰ ਕਾਂਡ ਹੈਗਾ ਉਹਦੇ ਵਿੱਚ ਇਹਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਿਕਰ ਆ ਰਿਹਾ ਹੈਗਾ। ਤੁਸੀਂ ਇਹਦੇ ਵਿੱਚ ਔਰਤਾਂ ਦੇ ਇਸ਼ੂ ਵੀ ਸ਼ਾਮਿਲ ਕੀਤੇ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਔਰਤ ਦੀ ਜਿਹੜੀ ਸਥਿਤੀ ਹੈ ਉਹ ਕਿਹੋ ਜਿਹੀ ਹੈ। ਭਾਵੇਂ ਬਹੁਤ ਇਲੈਬੋਰੇਟਲੀ ਉਹਨੂੰ ਤੁਸੀਂ ਨਹੀਂ ਕੀਤਾ, ਪਰ ਇੰਨਾ ਕੁ ਜ਼ਰੂਰ ਇਸ਼ਾਰਾ ਮਿਲ ਰਿਹਾ ਕਿ ਔਰਤਾਂ ਦੀ ਸਥਿਤੀ ਥੋੜ੍ਹੀ ਜਿਹੀ ਬਿਹਤਰ ਹੋ ਰਹੀ ਹੈ। ਪਰ ਉਹ ਜਿਹੜਾ ਮੇਨ ਕੈਰੈਕਟਰ ਹੈ, ਜਿਸ ਦੀ ਆਪਣੀ ਪਤਨੀ ਵੀ ਹੈ, ਉਹਦੀ ਆਪਣੀ ਬੇਟੀ ਵੀ ਹੈ, ਅਤੇ ਉਹਨੂੰ ਬਹੁਤ ਖੁੱਲ੍ਹੇ ਵਿਚਾਰਾਂ ਵਾਲਾ ਦਿਖਾਇਆ ਜਾਂਦਾ। ਪਰ ਕਿਤੇ ਨਾ ਕਿਤੇ ਜਾ ਕੇ ਜਿਸ ਵੇਲੇ ਉਹਦੀ ਬੇਟੀ ਦਾ ਮਸਲਾ ਆਉਂਦਾ, ਉਹ ਸਟਰੈਸ ਦੇ ਵਿੱਚ ਵੀ ਆਉਂਦਾ, ਪਰੇਸ਼ਾਨੀ ਦੇ ਵਿੱਚ ਵੀ ਆਉਂਦਾ। ਉੱਥੋਂ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਇੱਕ ਬਾਪ ਹੋਣਾ, ਇੱਕ ਪਤੀ ਹੋਣਾ, ਇੱਕ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਜੇ ਤੁਸੀਂ ਦੋਸਤਾਨਾ ਸੰਬੰਧਾਂ ਦੇ ਵਿੱਚ ਹੈਗੇ ਆ, ਤੁਹਾਡਾ ਜਿਹੜਾ ਵਰਤਾਰਾ ਇੱਕੋ ਵਿਅਕਤੀ ਦਾ ਉਹ ਵੱਖਰਾ ਵੱਖਰਾ ਹੋ ਜਾਂਦਾ। ਸੋ ਔਰਤਾਂ ਦੇ ਇਸ਼ੂ ਵੀ ਇਹਦੇ ਵਿੱਚ ਤੁਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਮੈਂ ਇਹ ਵੀ ਦੇਖ ਰਹੀ ਹਾਂ ਉਹਦੇ ਵਿੱਚ ਪ੍ਰੋਫੈਸਰਸ, ਸਟੂਡੈਂਟਸ, ਯੂਨੀਅਨਸ, ਈਵਨ ਕਿ ਕਾਰਪੋਰੇਸ਼ਨਸ ਦਾ ਵੀ ਜ਼ਿਕਰ ਆਉਂਦਾ। ਇੱਕ ਹੋਰ ਜਿਹੜੀ ਚੀਜ਼ ਜਿਹੜੀ ਤੁਸੀਂ ਟੱਚ ਕੀਤੀ ਹੈ, ਮੈਂ ਸੁਣਨ ਵਾਲਿਆਂ ਦੀ ਜਾਣਕਾਰੀ ਦੇ ਲਈ ਇਹ ਗੱਲ ਕਰ ਰਹੀ ਹਾਂ, ਬਾਕੀ ਤੁਸੀਂ ਆਪਣਾ ਐਂਗਲ ਜਿਹੜਾ ਉਹ ਤੁਸੀਂ ਪੇਸ਼ ਕਰ ਸਕਦੇ ਹੋ। ਤੁਸੀਂ ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਨਵੇਂ ਟੀਵੀ ਆਏ ਆ, ਉੱਥੋਂ ਸ਼ੁਰੂ ਕਰਕੇ ਨਾਲ ਨਾਲ ਉੱਥੇ ਤੱਕ ਗੱਲ ਲੈ ਕੇ ਆਉਂਦੀ ਆ ਜਦੋਂ ਹੁਣ ਸਾਡੇ ਹੱਥਾਂ ਦੇ ਵਿੱਚ 24 ਘੰਟੇ ਜਿਹੜੇ ਸਾਡੇ ਸਮਾਰਟਫੋਨ ਹੈਗੇ ਆ। ਪਰ ਕਿਤੇ ਨਾ ਕਿਤੇ ਤੁਸੀਂ ਉਹ ਜਿਹੜੇ ਸਮਾਰਟਫੋਨ ਆ ਉਹਨਾਂ ਤੋਂ ਨਾਖੁਸ਼ ਵੀ ਪ੍ਰਤੀਤ ਹੋ ਰਹੇ ਹੋ। ਤੁਸੀਂ ਜ਼ਿਕਰ ਕੀਤਾ ਇਹਦੇ ਵਿੱਚ ਨੋਮੋਫੋਬੀਆ ਦਾ ਵੀ ਜ਼ਿਕਰ ਕੀਤਾ ਕਿ ਜਦੋਂ ਸਾਡੇ ਕੋਲ ਫੋਨ ਨਹੀਂ ਹੁੰਦਾ ਤੇ ਸਾਨੂੰ ਲੱਗਦਾ ਕਿ ਸਾਡੇ ਕੋਲ ਪਤਾ ਨਹੀਂ ਕੀ ਖੁੱਸ ਜਾਣਾ ਹੈਗਾ। ਉਹਦਾ ਨਾਮ ਤੁਸੀਂ ਹੱਥ ਯੰਤਰ ਰੱਖਿਆ ਹੈਗਾ। ਇੱਕ ਥਾਂ ਤੇ ਤੁਸੀਂ ਲਿਖ ਰਹੇ ਹੋ, ਕਹਿੰਦੇ ਕਿ ਉਹਨੂੰ ਅਚਾਨਕ ਘਬਰਾਹਟ ਮਹਿਸੂਸ ਹੋਣ ਲੱਗੀ। ਕੀ ਕਰੇ? ਉਹ ਕਵਿਤਾ ਨੂੰ ਫੋਨ ਕਰਕੇ ਸਕੂਟਰ ਤੇ ਲੈ ਜਾਣ ਲਈ ਕਹੇ, ਪਰ ਹੱਥ ਯੰਤਰ ਤਾਂ ਉਹ ਲੈ ਕੇ ਨਹੀਂ ਸੀ ਆਇਆ। ਉਹ ਅਕਸਰ ਉਸ ਹੱਥ ਯੰਤਰ ਨੂੰ ਲਿਆਉਣਾ ਭੁੱਲ ਜਾਂਦਾ ਹੈ ਜਿਸ ਉੱਤੇ ਹੁਣ ਸੱਭਿਅਤਾ ਖੜੀ ਹੈ। ਯਾਦ ਆਉਣ ਉੱਤੇ ਵੀ ਉਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਆਪਣਾ ਆਪ ਅਧੂਰਾ ਜਿਹਾ ਤਾਂ ਨਹੀਂ ਲੱਗਦਾ। ਇੱਦਾਂ ਜਿਵੇਂ ਉਹਦੀ ਜ਼ਿੰਦਗੀ 'ਚੋਂ ਕੋਈ ਚੀਜ਼ ਮਨਫੀ ਹੋਵੇ, ਜਿਵੇਂ ਉਹਨੂੰ ਲਾਲੀ ਤੋਂ ਦੂਰ ਰਹਿਣ ਦਾ ਅਹਿਸਾਸ ਹੁੰਦਾ ਹੈ। ਫਿਰ ਬਾਅਦ ਵਿੱਚ ਕਵਿਤਾ ਤੋਂ ਵੀ, ਜਿਵੇਂ ਅੱਜ ਉਸ ਯੰਤਰ ਉੱਤੇ ਆਪ ਰੱਬ ਨੇ ਉਸ ਨਾਲ ਗੱਲ ਕਰਨੀ ਹੋਵੇ, ਪਰ ਉਹ ਯੰਤਰ ਘਰ ਭੁੱਲ ਆਇਆ ਹੋਵੇ। ਉਸ ਦਾ ਨਾਂ ਪੂਰਿਆ ਜਾਣ ਵਾਲਾ ਨੁਕਸਾਨ ਹੋ ਜਾਣ ਦਾ ਡਰ। ਸੋ ਅੱਗੇ ਜਾ ਕੇ ਤੁਸੀਂ ਲਿਖ ਰਹੇ ਹੋ, ਕਿਤੇ ਹੁਣ ਉਹ ਜਾਣਬੁੱਝ ਕੇ ਕਦੇ-ਕਦੇ ਹੱਥ ਯੰਤਰ ਘਰ ਭੁੱਲਦਾ ਹੈ। ਉਹ ਇਹਦੀ ਗੁਲਾਮੀ ਤੋਂ ਮੁਕਤ ਹੋਣਾ ਚਾਹੁੰਦਾ ਹੈ। ਉਹਦੇ ਕਾਲਜ ਲਈ ਇਹ ਨੌਕਰਾਂ ਤੱਕ ਹੁਕਮ ਪੁੱਜਦੇ ਕਰਨ ਦਾ ਜ਼ਰੀਆ ਹੈ। ਭਾਰਦਵਾਜ ਨੇ ਦਫ਼ਤਰ ਦੇ ਸੁਪਰਡੈਂਟ ਨੂੰ ਕਹਿ ਕੇ ਕਾਲਜ ਦੇ ਸਾਰੇ ਕਰਮਚਾਰੀਆਂ ਦਾ ਇੱਕ ਗਰੁੱਪ ਬਣਾ ਲਿਆ ਹੈ। ਉਹ ਤੇ ਸੁਪਰਡੈਂਟ ਇਸ ਦੇ ਐਡਮਿਨ ਹਨ। ਹੁਣ ਹਰ ਹੁਕਮ ਇਸ ਗਰੁੱਪ ਰਾਹੀਂ ਹੀ ਸਾਂਝਾ ਹੁੰਦਾ ਹੈ। ਇਹ ਹੁਕਮ ਕਦੇ ਵੀ ਕਿਸੇ ਨੌਕਰ ਨੂੰ ਦਿੱਤਾ ਜਾ ਸਕਦਾ ਹੈ। ਘਰ ਪਹੁੰਚ ਕੇ ਵੀ ਨੌਕਰ ਕਾਲਜ ਦਾ ਨੌਕਰ ਹੀ ਰਹਿੰਦਾ ਹੈ। ਹਰ ਵੇਲੇ ਕਾਲਜ ਦੀ ਪਕੜ ਵਿੱਚ। ਤੁਹਾਡੇ ਕੋਲ ਆਜ਼ਾਦੀ ਦਾ ਪਲ ਵੀ ਨਹੀਂ ਹੈ ਜਦੋਂ ਤੁਸੀਂ ਸਿਰਫ ਆਪਣੇ ਆਪ ਕੋਲ ਹੋ ਸਕੋ, ਸਾਰੀਆਂ ਗੁਲਾਮੀਆਂ ਦੀ ਪਹੁੰਚ ਤੋਂ ਦੂਰ। ਇਹ ਬੜੀ ਖੂਬਸੂਰਤ ਚੀਜ਼ ਤੁਸੀਂ ਬਿਆਨ ਕੀਤੀ ਹੈ, ਜਿਹਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਅਸੀਂ ਕਈ WhatsApp ਗਰੁੱਪਸ ਦੇ ਮੈਂਬਰ ਬਣੇ ਹੋਏ ਹਾਂ, ਨਾ ਚਾਹੁੰਦੇ ਹੋਏ ਵੀ ਅਸੀਂ ਉਹਨਾਂ ਦੇ ਵਿੱਚ ਫਸੇ ਹੋਏ ਹਾਂ। ਖਾਸ ਕਰਕੇ ਕੰਮਾਂ ਵਾਲੀਆਂ ਥਾਵਾਂ ਵਾਲੇ ਜਿਹੜੇ ਗਰੁੱਪਸ ਨੇ, ਉਹਦਾ ਰਿਵਾਜ ਬਹੁਤ ਜ਼ਿਆਦਾ ਆਮ ਹੋ ਗਿਆ। ਇਹ ਬਹੁਤ ਵਧੀਆ ਚੀਜ਼ ਤੁਸੀਂ ਪਕੜੀ ਹੈ। ਥੋੜਾ ਜਿਹਾ ਜੇ ਇਹਦੇ ਬਾਰੇ ਹੋਰ ਗੱਲ ਕਰਨਾ ਚਾਹੋ। ਨਵਜੋਤ ਜੀ, ਸਾਡੀ ਪੀੜ੍ਹੀ, ਤੁਸੀਂ ਵੀ ਉਹਦੇ 'ਚ ਸ਼ਾਮਲ ਹੋ, ਅਸੀਂ ਇੱਕੋ ਪੀੜ੍ਹੀ ਦੇ ਹਾਂ। ਹਾਂਜੀ। ਸਾਡੀ ਪੀੜ੍ਹੀ ਉਹ ਹੈ ਜਿਨ੍ਹਾਂ ਨੇ ਇਸ ਯੰਤਰ ਦੇ ਇਜਾਦ ਹੋਣ ਤੋਂ ਪਹਿਲਾਂ ਦਾ ਸਮਾਂ ਵੀ ਦੇਖਿਆ ਹੋਇਆ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦੇ, ਸਗੋਂ ਲੈਂਡਲਾਈਨ ਵੀ ਸਾਡੇ ਦੇਖਦਿਆਂ ਹੀ ਕਾਮਨ ਹੋਏ। ਇਹ ਤਾਂ ਬਹੁਤ ਬਾਅਦ ਵਿੱਚ ਇਹ ਆਏ ਆ। ਔਰ ਉਦੋਂ ਅਸੀਂ ਪਿੰਡਾਂ ਤੋਂ ਪੜ੍ਹਨ ਆਉਂਦੇ ਹੁੰਦੇ ਸਾਂ, ਸਾਡੇ ਕੋਲ ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦੇ, ਤੇ ਬਹੁਤ ਵਾਰ ਕੀ ਹੁੰਦਾ ਸੀ ਕਿ ਕਿਸੇ ਕਾਰਨ ਅਸੀਂ ਸ਼ਹਿਰ 'ਚ ਹੀ ਰੁਕ ਜਾਣਾ, ਕਿਸੇ ਦੇ ਕੋਲ, ਕਿਸੇ ਰਿਸ਼ਤੇਦਾਰ ਕੋਲ, ਕਿਸੇ ਦੋਸਤ ਦੇ ਕੋਲ, ਤੇ ਘਰਦਿਆਂ ਨੂੰ ਕੋਈ ਚਿੰਤਾ ਨਹੀਂ ਸੀ ਹੁੰਦੀ। ਘਰ ਦੇ ਇਹੀ ਸੋਚ ਲੈਂਦੇ ਸੀ ਅੱਛਾ ਅੱਜ ਰੁਕ ਗਿਆ ਹੋਣਾ ਉੱਥੇ, ਕੋਈ ਨਹੀਂ ਕੱਲ ਨੂੰ ਆ ਜਾਏਗਾ। ਅੱਛਾ। ਲੇਕਿਨ ਹੁਣ ਅਸੀਂ ਦੇਖਦੇ ਹਾਂ ਉਸ ਵੇਲੇ ਇਹਨਾਂ ਡਰ ਨਹੀਂ ਸੀ, ਖੌਫ ਨਹੀਂ ਸੀ ਹੁੰਦਾ ਉਹਨਾਂ ਦੇ ਮਨ ਦੇ ਵਿੱਚ, ਇਨਸਿਕਿਉਰਿਟੀ ਨਹੀਂ ਸੀ।
ਇਹ ਟੈਕਨੀਕ ਨੇ ਠੀਕ ਹੈ ਸਾਨੂੰ ਕੁਝ ਕਨਵੀਨੀਅੰਸ ਦਿੱਤੀ ਹੈ, ਪਰ ਉਹਦੇ ਨਾਲ ਇਹਨੇ ਸਾਨੂੰ ਕੰਟਰੋਲ ਕੀਤਾ, ਸਾਡੇ ਮਨ ਨੂੰ ਕੰਟਰੋਲ ਕੀਤਾ, ਔਰ ਉਹਦੇ ਨਾਲ ਇੱਕ ਤਰ੍ਹਾਂ ਦੀ ਇਨਸਿਕਿਉਰਿਟੀ ਜਿਹੜੀ ਹੈ ਉਹ ਵੀ ਸਾਡੇ ਮਨਾਂ ਦੇ ਵਿੱਚ ਭਰ ਦਿੱਤੀ ਹੈ। ਅਸੀਂ ਹਰ ਵੇਲੇ ਜਿਹੜੇ ਸਰਪ੍ਰਸਤ ਲੋਕ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਸਾਡੇ ਹਰ ਛਿਣ ਦੀ ਜਾਣਕਾਰੀ ਉਹਨਾਂ ਕੋਲ ਹੋਣੀ ਚਾਹੀਦੀ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਖਤਰਨਾਕ ਚੀਜ਼ ਹੈ। ਮੈਂ ਦੇਖ ਰਿਹਾ ਸੀ ਇੱਕ ਐਡਵਰਟਾਈਜ਼ਮੈਂਟ ਕਿ ਇੱਕ ਐਪ ਆ ਰਹੀ ਹੈ ਜਿਹਦੇ ਵਿੱਚ ਤੁਸੀਂ ਆਪਣੀ ਸਾਰੀ ਫੈਮਿਲੀ ਦੇ ਨੰਬਰ ਉਸ ਐਪ ਦੇ ਵਿੱਚ ਤੁਸੀਂ ਕਰਦੇ ਹੋ ਤੇ ਉਸ ਤੋਂ ਬਾਅਦ ਉਹਨਾਂ ਦੀ ਲੋਕੇਸ਼ਨ ਜਿਹੜੀ ਹੈ ਹਰ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕੌਣ ਕਿੱਥੇ ਜਾ ਰਿਹਾ। ਬਿਲਕੁਲ। ਇਹਦਾ ਮਤਲਬ ਹੈ ਕਿ ਵਿਅਕਤੀਗਤ ਆਜ਼ਾਦੀ ਨਾਂ ਦੀ ਚੀਜ਼ ਤਾਂ ਫਿਰ ਕੁਝ ਰਹੇਗੀ ਨਹੀਂ ਤੁਹਾਡੇ ਕੋਲ। ਉਹ ਪੂਰੀ ਹੀ ਤੁਹਾਡੀ ਜਿਹੜੇ ਲੋਕ ਤੁਹਾਨੂੰ ਕੰਟਰੋਲ ਕਰ ਰਹੇ ਨੇ, ਜਿਹੜੇ ਕਿ ਡੋਮੀਨੈਂਟ ਪੋਜੀਸ਼ਨ ਦੇ ਉੱਤੇ ਨੇ, ਪਾਵਰ ਵਾਲੀ ਪੋਜੀਸ਼ਨ 'ਚ ਨੇ, ਉਹ ਤੁਸੀਂ ਤਾਂ ਹਰ ਵੇਲੇ ਉਹਨਾਂ ਦੇ ਕੰਟਰੋਲ 'ਚ ਰਹੋਗੇ, ਨਿਯੰਤਰਣ ਦੇ ਵਿੱਚ ਰਹੋਗੇ। ਔਰ ਮੈਂ ਸਰਕਾਰੀ ਨੌਕਰੀ ਕਰਦਾ ਹਾਂ ਔਰ ਮੈਨੂੰ ਪਤਾ ਹੈ ਕਿ ਹੁਣ ਜਦੋਂ ਆ ਸੋਸ਼ਲ ਮੀਡੀਆ, ਇਸ ਤੋਂ ਅੱਗੇ ਪਹਿਲਾਂ ਤਾਂ ਮੋਬਾਈਲ ਇਕੱਲਾ ਸੀ, ਹੁਣ ਸੋਸ਼ਲ ਮੀਡੀਆ ਆ ਗਿਆ। ਇਸ ਸੋਸ਼ਲ ਮੀਡੀਆ ਨੇ ਹੋਰ ਅੱਗੇ ਸਾਡਾ ਇੱਕ ਮਿੰਟ ਕਿਵੇਂ ਜਿਹੜਾ ਹੈ ਉਹ ਸਾਨੂੰ ਗੁਲਾਮ ਕਰ ਦਿੱਤਾ ਹੈ। ਅਸੀਂ ਇੱਕ ਮਿੰਟ ਵੀ ਆਪਣਾ ਫੋਨ ਬੰਦ ਨਹੀਂ ਕਰ ਸਕਦੇ। ਅਸੀਂ ਹਰ ਵੇਲੇ ਸਿਰਫ ਤੇ ਸਿਰਫ ਕੰਮ ਲਈ ਹਾਜ਼ਰ ਹੁੰਦੇ ਆ, ਔਰ ਜਿਹੜੀਆਂ ਚੀਜ਼ਾਂ ਨੇ ਸਾਡੇ ਮਨ ਨੂੰ ਪ੍ਰਫੁੱਲਤਾ ਦੇਣੀ ਹੈ, ਸਾਡੇ ਮਨ ਦੀ ਖੁਸ਼ੀ ਲਈ ਅਸੀਂ ਜੋ ਕਰਨਾ ਚਾਹੁੰਦੇ ਆ, ਉਹ ਅਸੀਂ ਕਦੇ ਵੀ ਨਹੀਂ, ਅਸੀਂ ਆਪਣੇ ਆਪ ਨੂੰ ਕਦੇ ਆਫ ਨਹੀਂ ਕਰ ਸਕਦੇ। ਵੱਡੀ ਗੱਲ ਪਤਾ ਕੀ ਗੱਲ ਆ, ਪਿੱਛੇ ਜੇ ਇੱਕ ਡਾਕੂਮੈਂਟਰੀ ਨੈਟਫਲਿਕਸ ਤੇ ਦੇਖਣ ਦਾ ਮੌਕਾ ਮਿਲਿਆ। ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਕਸਰ ਉਹਦੇ ਬਾਰੇ ਦੱਸਦੀ ਹੁੰਦੀ ਆ। ਅੱਜ ਫਿਰ ਜ਼ਿਕਰ ਕਰਨਾ ਚਾਹੁੰਦੀ ਤੁਹਾਡੀ ਇਹ ਗੱਲ ਸੁਣ ਕੇ, ਜੇ ਤੁਸੀਂ ਉਹ ਡਾਕੂਮੈਂਟਰੀ ਦੇਖੀ ਹੋਵੇ, ਸੋਸ਼ਲ ਡਿਲੇਮਾ ਜਿਹਦਾ ਨਾਮ ਹੈ, ਕਿ ਕਿਸ ਤਰ੍ਹਾਂ ਸਾਨੂੰ ਇਹ ਸੋਸ਼ਲ ਵੈਬਸਾਈਟਸ ਵਾਲੇ ਆ ਇਹ ਕੰਟਰੋਲ ਕਰ ਰਹੇ ਆ, ਰਿਮੋਟ ਕੰਟਰੋਲ ਅਸੀਂ ਕੀਤੇ ਜਾ ਰਹੇ ਆ। ਇਹ ਇਸ਼ੂ ਜਿਹੜਾ ਤੁਸੀਂ ਟੱਚ ਕੀਤਾ ਹੈ ਬਹੁਤ ਖੂਬਸੂਰਤ ਹੈ, ਵਿਚਾਰ ਕਰਨ ਵਾਲਾ। ਸਾਡੇ ਇੱਕ ਹੋਰ ਲਿਸਨਰ ਨੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਨਿਰਮਲ ਜੀ। ਹਾਂ, ਨਵਜੋਤ ਜੀ। ਹਾਂਜੀ। ਮੈਂ ਤੁਹਾਡੇ ਗੈਸਟ ਦਾ ਨਾਂ ਨਹੀਂ ਸਮਝ ਸਕੀ। ਹਰਵਿੰਦਰ ਪੰਡਾਲ। ਹਰਵਿੰਦਰ? ਹਾਂਜੀ। ਹਰਵਿੰਦਰ ਜੀ, ਤੁਸੀਂ ਕਿਹਾ ਵੀ ਜਿਹੜੀ ਪੰਜਾਬ ਦੀ ਧਰਤੀ ਆ ਉਹ ਪੈਸਟੀਸਾਈਡ, ਹਰਬਾਸਾਈਡ ਤੇ ਜਿਹੜੇ ਖਾਦਾਂ ਦੇ ਨਾਲ ਖਰਾਬ ਹੋ ਚੁੱਕੀ ਆ। ਜਦੋਂ 75 ਤੋਂ ਪਹਿਲਾਂ ਉਦੋਂ ਪਸ਼ੂ ਜਿੱਦਾਂ ਖੇਤਾਂ 'ਚ ਰੱਖਦੇ ਸੀਗੇ, ਜਦੋਂ ਫਸਲ ਨਹੀਂ ਸੀ ਹੁੰਦੀ, ਫਿਰ ਗਵਾਰਾ ਤੇ ਸਣ, ਤੁਹਾਨੂੰ ਪਤਾ ਹੀ ਹੋਣਾ, ਉਹ ਖੇਤਾਂ 'ਚ ਵਾਹੁੰਦੇ ਸੀਗੇ ਤੇ ਉਦੋਂ ਖਾਦਾਂ ਨਹੀਂ ਸੀ ਪਾਉਂਦੇ, ਨਾ ਹਰਬਾਸਾਈਡ ਦਾ ਕਦੇ ਨਾਂ ਸੁਣਿਆ ਸੀ, ਨਾ ਪੈਸਟੀਸਾਈਡ ਦਾ। ਕੀ ਤੁਹਾਡੇ ਖਿਆਲ ਇੱਕ ਆਸ ਹੈਗੀ ਆ ਵੀ ਜਿਹੜੀ ਪੰਜਾਬ ਦੀ ਧਰਤੀ ਹੈਗੀ ਆ, ਜਿਹੜੀ ਮਿੱਟੀ ਖੇਤਾਂ 'ਚ ਜਿੱਥੇ ਜਿਹਦਾ ਫੂਡ ਪੈਦਾ ਕਰਨਾ, ਉਹ ਮੁੜ ਕੇ ਉਦਾਂ ਦੀ ਬਣਾ ਹੋ ਸਕਦੀ ਆ? ਹਰਵਿੰਦਰ ਜੀ ਇਹ ਕਹਿ ਰਹੇ ਕਿ ਮੈਲੀ ਮਿੱਟੀ ਦੁਬਾਰਾ ਸਾਫ਼ ਹੋ ਸਕੇਗੀ ਕਦੇ? ਦੇਖੋ, ਮੈਂ ਕੋਈ ਇਸ ਚੀਜ਼ ਦਾ ਮਾਹਿਰ ਨਹੀਂ ਆ, ਮੈਂ ਤੇ ਨਾਵਲਕਾਰ ਹਾਂ ਅਸਲ ਦੇ ਵਿੱਚ। ਹਾਂ। ਤੇ ਇਸ ਕਰਕੇ ਨਾਵਲਕਾਰ ਵਜੋਂ ਮੈਂ ਇਹ ਗੱਲ ਕਹਿ ਸਕਦਾ ਕਿ ਹੋਪ ਜਿਹੜੀ ਹੈ ਨਾ ਉਹ ਨਹੀਂ ਸਾਨੂੰ ਕਦੇ ਛੱਡਣੀ। ਜੇ ਮਨੁੱਖ ਨੇ ਜਿਉਂਦੇ ਰਹਿਣਾ ਤੇ ਉਹਨਾਂ ਨੇ ਇੱਕ ਆਸ ਦੇ ਸਿਰ ਦੇ ਉੱਤੇ ਹੀ ਜਿਉਂਦੇ ਰਹਿਣਾ। ਇਸ ਲਈ ਸਾਨੂੰ ਇਸ ਹੋਪ ਜਿਹੜਾ ਆਪ ਨੂੰ ਬਚਾ ਕੇ ਰੱਖਣਾ ਪਏਗਾ, ਸਾਨੂੰ ਆਪਣੀ ਆਸ ਨੂੰ ਬਚਾ ਕੇ ਰੱਖਣਾ ਪਏਗਾ। ਕਿਉਂ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ। ਅਸੀਂ ਦੁਬਾਰਾ ਕੁਦਰਤ ਵੱਲ ਨੂੰ ਜਾ ਸਕਦੇ ਹਾਂ, ਲੇਕਿਨ ਉਸ ਕੁਦਰਤ ਵੱਲ ਨੂੰ ਜਾਇਆ ਕਿਵੇਂ ਜਾਵੇ, ਇਹ ਮੈਨੂੰ ਲੱਗਦਾ ਕਿ ਇਹ ਸਾਰਿਆਂ ਦੇ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜੀ ਵਿਵਸਥਾ ਜਿਹਦੇ ਵਿੱਚ ਸਿਰਫ ਤੇ ਸਿਰਫ ਪੂੰਜੀ ਪ੍ਰਦਾਨ ਹੋ ਗਈ ਹੈ, ਜਿਹਦੇ ਚ ਸਿਰਫ ਤੇ ਸਿਰਫ ਮੁਨਾਫਾ ਪ੍ਰਦਾਨ ਹੋ ਗਿਆ ਹੈ, ਅਸੀਂ ਇਸ ਵਿਵਸਥਾ ਦਾ ਬਦਲ ਜਿਹੜਾ ਹੈ ਉਹ ਕਿੱਥੇ ਲੱਭ ਸਕਦੇ ਹਾਂ, ਕਿਸ ਤਰ੍ਹਾਂ ਦੀ ਵਿਵਸਥਾ ਦੇ ਵਿੱਚ ਲੱਭ ਸਕਦੇ ਹਾਂ। ਔਰ ਜੇਕਰ ਮਨੁੱਖ ਜਿਹੜਾ ਉਹ ਬਹੁਤ ਸਿਰਜਣਾਤਮਕ ਪ੍ਰਾਣੀ ਹੈ, ਮਨੁੱਖ ਜਿਹੜਾ ਉਹ ਕਦੀ ਆਸ ਨਹੀਂ ਛੱਡਦਾ, ਸਾਨੂੰ ਵੀ ਨਹੀਂ ਛੱਡਣੀ ਚਾਹੀਦੀ, ਔਰ ਸਾਨੂੰ ਸੁਨਹਿਰੇ ਪੰਜਾਬ ਦੀ ਦੁਬਾਰਾ ਆਸ ਕਰਨੀ ਚਾਹੀਦੀ ਹੈ। ਬਿਲਕੁਲ ਸਾਡਾ ਪੰਜਾਬ ਦੁਬਾਰਾ ਕਦੇ ਪਹਿਲਾਂ ਵਰਗਾ ਹੋਏਗਾ। ਹਰਵਿੰਦਰ ਪੰਡਾਲ ਜੀ, ਮੈਂ ਜਿਹੜੇ ਕੁਝ ਸਾਡੇ ਨਾਮਵਰ ਲੇਖਕ ਨੇ ਜਿਨ੍ਹਾਂ ਨੇ ਤੁਹਾਡਾ ਇਹ ਨਾਵਲ ਪੜ੍ਹਿਆ, ਉਹਨਾਂ ਦਾ ਜਿਹੜੀ ਇੱਕ ਲੇਖਕ ਦੇ ਤੇ ਇੱਕ ਆਲੋਚਕ ਦੇ ਐਂਗਲ ਤੋਂ ਉਹਨਾਂ ਨੇ ਕਿਸ ਤਰ੍ਹਾਂ ਦੇਖਿਆ, ਮੈਂ ਉਹ ਵੀ ਆਪਣੇ ਸੁਣਨ ਵਾਲਿਆਂ ਦੇ ਜ਼ਰੂਰ ਉਹ ਚੀਜ਼ ਨਜ਼ਰ ਕਰਨਾ ਚਾਹੁੰਦੀ ਹਾਂ। ਪਹਿਲਾਂ ਮੈਂ ਕੋਸ਼ਿਸ਼ ਕੀਤੀ ਸੀ ਕਿ ਦੇਸਰਾਜ ਕਾਲੀ ਹੁਣਾਂ ਦਾ ਜਿਹੜਾ ਕਲਿੱਪ ਸਾਡੇ ਤੱਕ ਪਹੁੰਚਿਆ ਉਹਨੂੰ ਪਲੇ ਕਰ ਸਕੀਏ, ਠੀਕ ਤਰ੍ਹਾਂ ਪਲੇ ਨਹੀਂ ਸੀ ਹੋਇਆ। ਮੈਂ ਪਹਿਲਾਂ ਉਹ ਪਲੇ ਕਰਾਂਗੀ। ਦੇਸਰਾਜ ਕਾਲੀ ਹੁਣਾਂ ਬਾਰੇ ਦੱਸਦਿਆਂ ਇੱਕ ਵਾਰੀ ਫਿਰ ਕਿ ਉਹ ਖੁਦ ਇੱਕ ਕਹਾਣੀਕਾਰ ਨੇ, ਨਾਵਲਕਾਰ ਨੇ, ਆਲੋਚਕ ਨੇ ਤੇ ਚਿੰਤਕ ਨੇ। ਉਹਨਾਂ ਨੇ ਕਿਸ ਤਰ੍ਹਾਂ ਦੇਖਿਆ ਹੈ ਪੰਡਾਲ ਹੁਣਾਂ ਦੇ ਨਾਵਲ ਨੂੰ, ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਹਰਵਿੰਦਰ ਪੰਡਾਲ ਦਾ ਨਾਵਲ ਮੈਲੀ ਮਿੱਟੀ ਇਤਿਹਾਸ ਦੇ ਗੇੜ 'ਚੋਂ ਪੰਜਾਬ ਦੀ ਖੁਰਈ ਪਛਾਣ ਨੂੰ ਫੜਨ ਦਾ ਯਤਨ ਹੈ। ਪੰਜਾਬੀ ਮਨ ਧੁੰਦਲਾ ਹੁੰਦਾ ਹੈ, ਕਿਤੇ ਕਿਤੇ ਲਿਸ਼ਕੋਰ ਮਾਰਦਾ ਹੈ।
ਆਫਟਰ ਗ੍ਰੀਨ ਰੈਵੋਲੂਸ਼ਨ ਮੈਲਾ ਤਨ ਹੰਢਾਰਿਆ ਹੈ। ਤੇ ਇਸੇ ਤਰ੍ਹਾਂ ਭਗਵੰਤ ਰਸੂਲਪੁਰੀ ਜਿਹੜੇ ਖੁਦ ਲੇਖਕ ਨੇ, ਕਹਾਣੀ ਧਾਰਾ ਮੈਗਜ਼ੀਨ ਵੀ ਉਹ ਕੱਢਦੇ ਨੇ, ਉਹਨਾਂ ਨੇ ਇਸ ਨਾਵਲ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਿਆ ਹੈ। ਉਹਨਾਂ ਦਾ ਕਲਿੱਪ ਵੀ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ। ਹਰਵਿੰਦਰ ਪੰਡਾਲ ਦੇ ਨਾਵਲ ਮੈਲੀ ਮਿੱਟੀ ਵਿੱਚ ਅਸੀਂ ਪੰਜਾਬ ਦੀ ਭਰਵੀਂ ਤਸਵੀਰ ਵੇਖ ਅਤੇ ਸਮਝ ਸਕਦੇ ਹਾਂ। ਉਸਨੇ ਇਸ ਨਾਵਲ ਵਿੱਚ ਪੰਜਾਬ ਦੇ ਤਕਰੀਬਨ 4 ਦਹਾਕਿਆਂ ਦੀ ਤਸਵੀਰ ਪੇਸ਼ ਕੀਤੀ ਹੈ। ਲੇਖਕ ਕੋਲ ਇਸ ਨਾਵਲ ਵਿੱਚ ਮਸਲੇ ਬਹੁਤ ਹਨ, ਪਰ ਉਹ ਲਿਖਣ ਲੱਗਾ ਬਹੁਤ ਸੰਕੋਚ ਕਰ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਉਸ ਦੇ ਨਾਵਲ ਦਾ ਜਿਹੜਾ ਬਿਰਤਾਂਤ ਸੰਜਮ ਵਾਲਾ ਹੈ। ਹਰਵਿੰਦਰ ਨੇ ਨਾਵਲ ਦਾ ਜਿਹੜਾ ਦਾਇਰਾ ਬਹੁਤ ਵੱਡਾ ਰੱਖ ਲਿਆ ਹੈ, ਪਰ ਬਿਰਤਾਂਤ ਨੂੰ ਉਹਨੇ ਗੰਢ ਮਾਰ ਲਈ ਹੈ। ਇਸ ਨਾਵਲ ਦੇ ਵਿੱਚ ਹਰੀ ਕ੍ਰਾਂਤੀ ਏ, ਪਿੰਡ ਏ, ਸ਼ਹਿਰ ਏ, ਕਾਰਪੋਰੇਟ ਦਾ ਜਾਲ ਏ, ਰਾਜਨੀਤੀ ਏ, ਧਰਮ ਏ, ਪੰਜਾਬ ਸੰਕਟ ਏ, ਵਿਸ਼ਵੀਕਰਨ ਏ ਤੇ ਹੋਰ ਬੜਾ ਕੁਝ ਏ। ਮੈਨੂੰ ਲੱਗਦਾ ਕਿ ਹਰਵਿੰਦਰ ਇੱਕ ਨਾਵਲ ਵਿੱਚ ਬਹੁਤ ਸਾਰੇ ਮਸਲੇ ਪੇਸ਼ ਕਰਨਾ ਚਾਹੁੰਦਾ ਹੈ। ਹਰਵਿੰਦਰ ਨਾਵਲੀ ਬਿਰਤਾਂਤ 'ਚ ਪਾਠਕ ਕੋਲ ਕੋਈ ਸਪੇਸ ਨਹੀਂ ਰਹਿਣ ਦਿੰਦਾ। ਉਹ ਸਰਬ ਗਿਆਤਾ ਬਣ ਕੇ ਸਹਿਜ ਨਾਵਲੀ ਬਿਰਤਾਂਤ ਨੂੰ ਰੋਕ ਲੈਂਦਾ ਹੈ। ਹਾਂਜੀ, ਕੀ ਕਹਿਣਾ ਚਾਹੋਗੇ? ਇਹਨਾਂ ਨੇ ਗੱਲ ਕੀਤੀ, ਕਹਿੰਦੇ ਕਿ ਹਰਵਿੰਦਰ ਕੋਲ ਮਸਲੇ ਬਹੁਤ ਸਾਰੇ ਨੇ, ਪਰ ਉਹ ਲਿਖਣ ਲੱਗਾ ਸੰਕੋਚ ਕਰ ਜਾਂਦਾ। ਇਸ ਬਾਰੇ ਤੁਹਾਡੀ ਕੀ ਟਿੱਪਣੀ ਹੈ? ਇਹਦੇ ਬਾਰੇ ਮੈਂ ਕੋਈ ਬਹੁਤੀ ਟਿੱਪਣੀ ਨਹੀਂ ਕਰਨਾ ਚਾਹਾਂਗਾ। ਦੋਨੋਂ ਹੀ ਮੇਰੇ ਸਮਕਾਲੀ ਨੇ ਔਰ ਮੇਰੇ ਦੋਸਤ ਵੀ ਨੇ। तो उन्होंने नावल पढ़िया है और ये नावल पढ़ के हरेक पाठक का ही अपना विचार हुंदा है। तो उन्होंने जिहड़े विचार ने उन्होंने मैं जी आया कहना। और जेकर इंज लगदा है उन्होंने तो बिल्कुल अगले जिहड़ी मैं रचना कोई लिखांगा करांगा उस वेले मैं उन्होंने दे विचारां नूं बिल्कुल अपने कोल रख के ते अगली गल करां। हरविंदर जी, जदों हुण मैं थोड़ा नावल रचना बारे भी गल करना चाहुंदी हां। ਇਹ ਤਾਂ ਜਿਹੜੇ ਵਿਸ਼ੇ ਨੇ ਤੁਸੀਂ ਛੂਹੇ ਨੇ, ਇਹਨਾਂ ਨੇ ਭਗਵੰਤ ਰਸੂਲਪੁਰੀ ਹੁਣੇ ਵੀ ਜ਼ਿਕਰ ਕਰ ਗਏ ਆ ਕਾਫੀ ਡਿਟੇਲ ਦੇ ਵਿੱਚ। ਦੇਸ ਰਾਜ ਕਾਲੀ ਉਹਨਾਂ ਨੇ ਦੱਸਿਆ। ਬਾਕੀ ਆਪਾਂ ਵੀ ਤਕਰੀਬਨ 1.5 ਘੰਟੇ ਤੋਂ ਇਸੇ ਚੀਜ਼ ਬਾਰੇ ਹੀ ਡਿਸਕਸ ਕਰਦੇ ਆ ਰਹੇ ਹਾਂ। ਜਿਹੜੀ ਨਾਵਲ ਰਚਨਾ, ਕਿਉਂਕਿ ਤੁਸੀਂ ਇੱਕ ਆਲੋਚਕ ਵੀ ਹੈਗੇ ਹੋ, ਤੁਸੀਂ ਕਵਿਤਾ ਪਹਿਲਾਂ ਹੀ ਲਿਖਦੇ ਰਹੇ ਹੋ, ਤੁਸੀਂ ਬਹੁਤ ਸਾਰੇ ਅਨੁਵਾਦ ਵੀ ਕੀਤੇ ਹੈਗੇ ਆ, ਇਹ ਸਾਰੇ ਕਾਸੇ ਨੇ ਤੁਹਾਡੀ ਇਸ ਰਚਨਾ ਦੇ ਵਿੱਚ ਕਿੱਦਾਂ ਹਿੱਸਾ ਪਾਇਆ? कि एक जिहड़ा आलोचक है वो बेहतर लेखक हो सकता? हमेशा इस तरह हुंदा? नहीं, हमेशा इस तरह नहीं हुंदा, क्योंकि आलोचना जिहड़ी है वो बुनियादी तौर ते तुहाडी बौद्धिकता दा काम हुंदा है। तुहाडे दिमाग नाल संबंधित चीज़ है, तुहाडी बुद्धि नाल संबंधित चीज़ है, जिहदे च तुसीं बहुत सारा अध्ययन करके साहित्य नूं पढ़ के साहित्य दे सिद्धांतां नूं पढ़ के तुसीं अपनी एक समझ बनाउंदे हो और उहदे अनुसार तुसीं मुलांकन करदे हो जिहड़ियां लिखियां जा रही जिहड़ियां रचनावां हुंदियां। लेकिन बुनियादी तौर ते लेखक कोल सिरजनात्मकता की जरूरत, क्रिएटिविटी की जरूरत हुंदी है। जेकर क्रिएटिविटी नहीं है तो फिर तुसीं, जेकर आलोचक कोल क्रिएटिविटी नहीं है तो वो लेखक वधिया नहीं हो सकता। जेकर क्रिएटिविटी है तो फिर वो आलोचना सगों उसनूं अपना ही आप विश्लेषण करन दे भी योग बनाउंदी है। जिथों तक कवि होने का संबंध है, मैनूं लगदा कि क्योंकि मैं कवि सी इस करके मैं बेहतर बरतांत लिख सकिया। क्योंकि कविता तो कहते ये है ना कि कविता वो हुंदी है जदों तुसीं जिहड़ी चीज़ नूं दुनिया सब तो सुंदर तरीके नाल जिस भाषा च कहा जा सकदा होवे वो कविता हुंदी है। ते एक कवि होण करके फिर तुहाडे कोल एक भाषा की एक कुदरती सोझी हुंदी है जिहड़ी कि नावल दे विच चीज़ नूं किवें कहना है वो उहदे विच भी तुहाडे नाल आके बैठ जांदी है और तुहाडी सहायता करदी है। और आम सधारण एक वाक ते एक नावली वाक, एक ਸਾਹਿਤਕ ਵਾਕ ਦੇ ਵਿੱਚ ਜਿਹੜਾ ਫਰਕ ਹੁੰਦਾ ਹੈ ਉਹ ਕਵੀ ਹੋਣ ਕਰਕੇ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਆ ਜਾਂਦਾ। ਮੈਂ ਇਹ ਦੇਖ ਰਹੀ ਹਾਂ ਕਿ ਤੁਸੀਂ ਬਹੁਤ ਕੁਝ ਲਿਖਿਆ। ਜਿਹੜਾ ਜੇ ਮੈਂ ਇਸ ਨਾਵਲ ਨੂੰ ਆਪਾਂ ਕੁਝ ਪਲਾਂ ਦੇ ਲਈ ਪਾਸੇ ਰੱਖ ਦਈਏ, ਤੁਸੀਂ ਇਤਿਹਾਸ ਬਾਰੇ ਕਾਫੀ ਕੁਝ ਲਿਖਿਆ। ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਆਰੰਭ ਤੇ ਮੇਰਠ ਸਾਜ਼ਿਸ਼ ਕੇਸ, ਇਸ ਤੋਂ ਇਲਾਵਾ ਨੌਜਵਾਨ ਭਾਰਤ ਸਭਾ ਤੇ ਭਾਰਤ ਦੀ ਕ੍ਰਾਂਤੀਕਾਰੀ ਲਹਿਰ, ਆਜ਼ਾਦੀ ਦੀਆਂ ਬਰੂਹਾਂ ਤੇ ਆਜ਼ਾਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ, ਰੂਸੀ ਕ੍ਰਾਂਤੀ ਤੇ ਭਾਰਤ ਦਾ ਸੁਤੰਤਰਤਾ ਸੰਗਰਾਮ। ਮੈਂ
ਥੋੜਾ ਜਿਹਾ ਮੇਰੇ ਮਨ 'ਚ ਇਹ ਖਿਆਲ ਆਉਂਦਾ, ਤੁਹਾਨੂੰ ਹੋ ਸਕਦਾ ਕਈਆਂ ਹੋਰਨਾਂ ਨੇ ਵੀ ਪੁੱਛਿਆ ਹੋਵੇ, ਇਤਿਹਾਸ ਬਾਰੇ ਵੀ ਤੁਸੀਂ ਲਿਖਿਆ, ਆਲੋਚਨਾ ਵੀ ਤੁਸੀਂ ਕਰ ਰਹੇ ਹੋ, ਕਵਿਤਾ ਤੁਸੀਂ ਲਿਖ ਰਹੇ ਹੋ, ਨਾਵਲ ਤੁਸੀਂ ਲਿਖ ਰਹੇ ਹੋ, ਇਹ ਸਾਰਾ ਕੁਝ ਪੰਜਾਬੀ ਚੱਲ ਰਿਹਾ, ਪਰ ਪੜ੍ਹਾਉਂਦੇ ਤੁਸੀਂ ਅੰਗਰੇਜ਼ੀ ਦੇ ਵਿੱਚ ਹੋ। ਤੇ ਇਹ ਕਿੱਦਾਂ ਹੁੰਦਾ? ਅਕਸਰ ਇਹ ਚੀਜ਼ ਆਪਾਂ ਕਹਿੰਦੇ ਹਾਂ ਕਿ ਜਿਸ ਭਾਸ਼ਾ ਦੇ ਵਿੱਚ ਆਪਾਂ ਸੋਚ ਰਹੇ ਹੁੰਦੇ ਹਾਂ, ਆਪਾਂ ਲਿਖਦੇ ਵੀ ਉਹਦੇ ਵਿੱਚ ਹੀ ਹੁੰਦੇ ਹਾਂ, ਪਰ ਤੁਹਾਡਾ ਕਾਫੀ ਸਮਾਂ ਤਾਂ ਅੰਗਰੇਜ਼ੀ ਅਧਿਐਨ ਦੇ ਵਿੱਚ ਲੰਘ ਜਾਂਦਾ ਹੋਣਾ। ਹਾਂਜੀ, ਅੰਗਰੇਜ਼ੀ ਦਾ ਅਧਿਐਨ, ਅੰਗਰੇਜ਼ੀ ਸਾਹਿਤ ਪੜ੍ਹਦੇ ਆ, ਬਿਲਕੁਲ ਠੀਕ ਹੈ। ਮੈਂ ਪੜ੍ਹਾਉਣਾ ਵੀ ਇੰਗਲਿਸ਼ ਹੈ, ਠੀਕ ਹੈ, ਲੇਕਿਨ ਮੈਂ ਪੰਜਾਬੀ ਹਾਂ, ਪੰਜਾਬ ਦੇ ਵਿੱਚ ਜੰਮਿਆ, ਮੇਰੀ ਮਾਤ ਭਾਸ਼ਾ ਪੰਜਾਬੀ ਹੈ, ਇਸ ਕਰਕੇ ਮੈਂ ਸੋਚਦਾ ਪੰਜਾਬੀ ਦੇ ਵਿੱਚ, ਪੰਜਾਬੀ ਵਿੱਚ ਹੀ ਸੋਚਦਾ, ਔਰ ਇਸੇ ਲਈ ਸੁਚੇਤ ਹੋ ਕੇ ਇਹ ਸੋਚਿਆ ਸੀ ਕਿ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਲਿਖਣਾ ਹੈ। ਔਰ ਕਵਿਤਾ, ਮੈਨੂੰ ਲੱਗਦਾ, ਕਿਉਂਕਿ ਮੈਂ ਕਵਿਤਾ ਤੋਂ ਸ਼ੁਰੂਆਤ ਕੀਤੀ, ਕਿ ਮੈਨੂੰ ਲੱਗਦਾ ਕਿ ਕਵਿਤਾ ਤੁਸੀਂ ਆਪਣੀ ਮਾਤ ਭਾਸ਼ਾ ਵਿੱਚ ਹੀ ਲਿਖ ਸਕਦੇ ਹੋ। ਜਿਸ ਭਾਸ਼ਾ ਦੇ ਵਿੱਚ ਤੁਸੀਂ ਚੀਜ਼ਾਂ ਮਹਿਸੂਸ ਕਰਦੇ ਹੋ, ਉਸੇ ਭਾਸ਼ਾ ਵਿੱਚ ਹੀ ਕਵਿਤਾ ਲਿਖ ਸਕਦੇ ਹੋ। ਔਰ ਇਸ ਤੋਂ ਬਾਅਦ ਅੱਗੇ ਜਾ ਕੇ ਫਿਰ ਇਹ ਲੱਗਿਆ ਕਿ ਪੰਜਾਬੀ, ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਦਾ ਚਿੰਤਨ, ਪੰਜਾਬੀ ਦਾ ਜਿਹੜਾ ਜੋ ਸਿਧਾਂਤ ਹੈ, ਸਿਧਾਂਤਕ ਚੀਜ਼ਾਂ ਨੇ, ਉਹ ਪੰਜਾਬੀ ਦੇ ਵਿੱਚ ਮੌਲਿਕ ਤੌਰ ਤੇ ਬਹੁਤ ਉੱਚੇ ਪੱਧਰ ਦੀਆਂ ਨਹੀਂ ਰਚੀਆਂ ਗਈਆਂ। ਔਰ ਨਾ ਹੀ, ਔਰ ਭਾਸ਼ਾ ਦੀ ਇੱਕ ਸੰਕਟ ਇਹ ਵੀ ਹੈ ਕਿ ਅੰਗਰੇਜ਼ੀ ਨਾ ਆਉਣ ਕਾਰਨ ਸਾਡੀ ਪੰਜਾਬੀ ਆਲੋਚਨਾ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ, ਉਹ ਉਹਨਾਂ ਚੀਜ਼ਾਂ ਦੇ ਨਾਲ, ਉਹਨਾਂ ਸਿਧਾਂਤਾਂ ਦੇ ਨਾਲ, ਉਹਨਾਂ ਦ੍ਰਿਸ਼ਟੀਆਂ ਦੇ ਨਾਲ ਨਹੀਂ ਜੁੜਦਾ ਜਿਹੜੀਆਂ ਦ੍ਰਿਸ਼ਟੀਆਂ ਪੂਰੇ ਸੰਸਾਰ ਦੇ ਵਿੱਚ ਹੁੰਦੀਆਂ। ਇਸ ਲਈ ਮੈਂ ਸੁਚੇਤ ਹੋ ਕੇ ਫੈਸਲਾ ਕੀਤਾ ਸੀ ਕਿ ਜੇਕਰ ਮੈਂ ਅੰਗਰੇਜ਼ੀ ਪੜ੍ਹ ਸਕਦਾ, ਜੋ ਪੂਰੀ ਦੁਨੀਆ ਵਿੱਚ ਲਿਖਿਆ ਜਾ ਰਿਹਾ ਉਹ ਇੰਗਲਿਸ਼ ਵਿੱਚ ਓਰੀਜਨਲ ਹੋਵੇ, ਚਾਹੇ ਇੰਗਲਿਸ਼ ਅਨੁਵਾਦ ਹੋ ਕੇ ਆ ਜਾਵੇ, ਉਹਨੂੰ ਅਸੀਂ ਪੜ੍ਹ ਕੇ ਜੇਕਰ ਉਹਨਾਂ ਸਾਰੇ ਵਿਚਾਰਾਂ ਨੂੰ ਅੱਗੇ ਅਸੀਂ ਆਪਣੇ ਪੰਜਾਬੀ ਪਾਠਕਾਂ ਸਾਹਮਣੇ, ਪੰਜਾਬ ਦੇ ਲੋਕਾਂ ਦੇ ਤੱਕ ਉਹ ਪਹੁੰਚਾ ਦਈਏ, ਤੇ ਮੈਨੂੰ ਲੱਗਦਾ ਇਹ ਵੱਡੀ ਗੱਲ ਹੁੰਦੀ ਹੈ। ਔਰ ਇਸੇ ਲਈ ਮੈਂ ਬਹੁਤ ਸੁਚੇਤ ਹੋ ਕੇ ਪੰਜਾਬੀ ਨੂੰ ਹੀ ਚੁਣਿਆ ਕਿ ਮੈਂ ਪੰਜਾਬੀ ਦੇ ਵਿੱਚ ਹੀ ਆਪਣਾ ਲਿਖਣ ਕਾਰਜ ਕਰਾਂ। ਅੱਛਾ, ਇੱਕ ਹੋਰ ਗੱਲ ਆ, ਮੈਂ ਜਿੰਨੇ ਲੇਖਕ ਹੁਣ ਤੱਕ ਇੰਟਰਵਿਊ ਕੀਤੇ ਆ, ਬਹੁਤਿਆਂ ਨੂੰ ਇਹ ਗੱਲ ਜ਼ਰੂਰ ਪੁੱਛਦੀ ਹੁੰਦੀ, ਅੱਜ ਤੁਹਾਡੇ ਕੋਲ ਵੀ ਜ਼ਰੂਰ ਇਹ ਚੀਜ਼ ਪੁੱਛੂੰਗੀ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਪੜ੍ਹਦੇ ਹੋ, ਨਾ ਸਿਰਫ ਪੰਜਾਬੀ ਦੀਆਂ ਮੈਂ ਕਿਤਾਬਾਂ ਦੀ ਗੱਲ ਕਰ ਰਹੀ ਹਾਂ, ਤੁਸੀਂ ਹੋਰ ਭਾਸ਼ਾਵਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ, ਤੁਸੀਂ ਅੰਗਰੇਜ਼ੀ ਦਾ ਸਾਹਿਤ ਪੜ੍ਹਿਆ, ਤੁਸੀਂ ਰਸ਼ੀਅਨ ਕਿਤਾਬਾਂ ਪੜ੍ਹ ਰਹੇ ਹੋ, ਨਾਲ ਤੁਸੀਂ ਟਰਾਂਸਲੇਟ ਕਰ ਰਹੇ ਹੋ। ਜਦੋਂ ਲਿਖਣ ਦੀ ਗੱਲ ਆਉਂਦੀ ਹੈ, ਕਈ ਵਾਰ ਜਦੋਂ ਤੁਸੀਂ ਬਹੁਤ ਜ਼ਿਆਦਾ ਪੜ੍ਹ ਲੈਂਦੇ ਹੋ, ਕਈ ਲੇਖਕ ਤਾਂ ਇਹ ਕਹਿੰਦੇ ਆ ਕਿ ਅਸੀਂ ਉਹਨਾਂ ਲਿਖਤਾਂ ਦਾ ਕਿਸੇ ਤਰੀਕੇ ਨਾਲ ਵੀ ਅਸੀਂ ਆਪਣੀਆਂ ਲਿਖਤਾਂ ਦੇ ਉੱਤੇ ਅਸਰ ਨਹੀਂ ਹੋਣ ਦੇਣਾ ਚਾਹੁੰਦੇ ਹੁੰਦੇ, ਤੇ ਕਈ ਉਹਦਾ ਪ੍ਰਭਾਵ ਕਬੂਲਦੇ ਵੀ ਹੈਗੇ ਆ। ਕਈ ਇਸੇ ਕਰਕੇ ਕਹਿੰਦੇ ਕਿ ਅਸੀਂ ਪੜ੍ਹਦੇ ਹੀ ਘੱਟ ਹਾਂ ਤਾਂ ਕਿ ਸਾਨੂੰ ਇਹ ਨਾ ਲੱਗੇ ਕਿ ਉਹਨਾਂ ਲਿਖਤਾਂ ਦਾ ਸਾਡੇ ਉੱਤੇ ਪ੍ਰਭਾਵ ਆ ਜਾਊਗਾ। ਤੁਸੀਂ ਆਪਣੇ ਆਪ ਨੂੰ ਜਦੋਂ ਐਨਾਲਾਈਜ਼ ਕਰਦੇ ਹੋ ਇੱਕ ਲੇਖਕ ਦੇ ਤੌਰ ਤੇ, ਕਈ ਵਾਰ ਆਪਣੇ ਆਪ ਨੂੰ ਇੱਕ ਆਲੋਚਕ ਦੇ ਤੌਰ ਤੇ ਵੀ ਦੇਖਦੇ ਹੋਵੋਗੇ, ਤੁਹਾਨੂੰ ਕੀ ਲੱਗਦਾ ਕਿ ਦੂਜੀਆਂ ਲਿਖਤਾਂ ਦਾ ਤੁਹਾਡੇ ਤੇ ਕਿੰਨਾ ਕੁ ਪ੍ਰਭਾਵ ਪੈ ਜਾਂਦਾ ਹੈ? ਨਵਜੋਤ ਜੀ, ਮੈਨੂੰ ਸਭ ਤੋਂ ਹਾਸੋਹੀਣੀ ਗੱਲ ਉਹਨਾਂ ਲੇਖਕਾਂ ਦੀ ਲੱਗਦੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਲਈ ਨਹੀਂ ਪੜ੍ਹਦੇ ਦੂਸਰੇ ਲੇਖਕਾਂ ਨੂੰ ਕਿ ਕਿਤੇ ਉਹਨਾਂ ਦਾ ਪ੍ਰਭਾਵ ਸਾਡੇ ਉੱਤੇ ਨਾ ਪਏ। ਅੱਛਾ, ਮੈਨੂੰ ਲੱਗਦਾ ਕਿ ਇਸ ਤੋਂ ਹਾਸੋਹੀਣੀ ਗੱਲ ਕੋਈ ਨਹੀਂ ਹੋ ਸਕਦੀ। ਅੱਛਾ, ਕਿਉਂਕਿ ਇੱਕ ਚੰਗੇ ਲੇਖਕ ਨੂੰ ਹੋਰ ਲੇਖਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਤੁਸੀਂ ਜਿੱਥੋਂ ਲਿਖਣਾ ਸ਼ੁਰੂ ਕਰ ਰਹੇ ਹੋ, ਉਸ ਤੋਂ ਪਹਿਲਾਂ ਕੀ ਕੁਝ ਲਿਖਿਆ ਜਾ ਚੁੱਕਿਆ, ਉਸ ਤੋਂ ਪਹਿਲਾਂ ਸਾਹਿਤ ਕਿੱਥੇ ਪਹੁੰਚ ਚੁੱਕਿਆ ਹੈ, ਉਹਦਾ ਪੱਧਰ ਕੀ ਹੈ। ਤੁਹਾਨੂੰ ਤਾਂ ਜੋ ਸਾਡੇ ਕਲਾਸਿਕਸ ਨੇ, ਐਂਟੀਕੁਇਟੀ ਹੈ ਜੋ ਸਾਡੀ, ਉਹ ਵੀ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ। ਉੱਥੋਂ ਸ਼ੁਰੂ ਕਰਕੇ ਤੁਹਾਨੂੰ ਅੱਗੇ ਆਉਣਾ ਪੈਂਦਾ, ਆਪਣੇ ਸਮਕਾਲ ਤੱਕ ਆਉਣਾ ਪੈਂਦਾ ਕਿ ਤੁਹਾਡੇ ਸਮਕਾਲੀ ਕੀ ਲਿਖ ਰਹੇ ਨੇ। ਕਿਉਂਕਿ ਇੱਕ ਜਿਹੜਾ ਸਿਰਜਕ ਹੁੰਦਾ ਹੈ, ਕ੍ਰੀਏਟਿਵ ਰਾਈਟਰ ਹੈ, ਉਹ ਤਾਂ ਹੀ ਕ੍ਰੀਏਟਿਵ ਹੈ ਜੇਕਰ ਉਹ ਲਿਖ ਰਿਹਾ ਜਿਹੜਾ ਕਿ ਬਿਲਕੁਲ ਨਵਾਂ ਹੈ, ਜਿਹੜਾ ਜਿਸ ਤਰੀਕੇ ਨਾਲ ਗੱਲ ਕਹੀ ਨਹੀਂ ਗਈ ਪਹਿਲਾਂ। ਗੱਲਾਂ, ਵਿਸ਼ੇ ਬਹੁਤ ਥੋੜੇ ਜਿਹੇ ਹੁੰਦੇ ਨੇ, ਸਾਰੇ ਸਾਹਿਤ ਦੇ ਵਿਸ਼ੇ ਬਹੁਤ ਥੋੜੇ ਜਿਹੇ ਨੇ, ਤੁਸੀਂ ਉਂਗਲਾਂ ਤੇ ਉਹਨਾਂ ਨੂੰ ਗਿਣ ਸਕਦੇ ਹੁੰਦੇ ਆ। ਲੇਕਿਨ ਹਰ ਲੇਖਕ, ਸਿਰਜਕ ਉਹ ਹੈ ਜਿਹੜਾ ਉਸ ਚੀਜ਼ ਨੂੰ ਕਿਸੇ ਨਵੇਂ ਐਂਗਲ ਤੋਂ ਪੇਸ਼ ਕਰਦਾ ਹੈ, ਕਿਸੇ ਨਵੀਂ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ, ਔਰ ਕਿਸੇ ਨਵੇਂ ਤਰੀਕੇ ਦੇ ਨਾਲ ਕਰਦਾ ਹੈ। ਤੁਸੀਂ ਨਵੇਂ ਤਰੀਕੇ ਨਾਲ ਪੇਸ਼ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਇਹ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜੇਕਰ ਤੁਸੀਂ ਹੋਰਨਾਂ ਨੂੰ ਪੜ੍ਹਿਆ ਹੋਏਗਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਤੁਸੀਂ ਚੰਗੇ ਲੇਖਕ ਬਣਨਾ ਹੈ ਤਾਂ ਤੁਹਾਨੂੰ ਹੋਰ ਚੰਗੇ ਲੇਖਕਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਤੁਹਾਡੇ ਤੇ ਅਸਰ ਪਾਉਣਾ ਹੈ, ਲੇਕਿਨ ਇਸ ਤਰੀਕੇ ਨਾਲ ਅਸਰ ਪਾਉਣਾ ਹੈ ਕਿ ਤੁਸੀਂ ਉਹਨਾਂ ਦੀਆਂ ਜੋ ਵਧੀਆ ਰਵਾਇਤਾਂ ਨੇ, ਵਧੀਆ ਟੈਕਨੀਕਸ ਨੇ, ਉਹਨਾਂ ਤੋਂ ਸਿੱਖ ਕੇ ਤੁਸੀਂ ਉਸਨੂੰ ਅੱਗੇ ਹੋਰ ਕਿਵੇਂ ਵਧਾ ਸਕਦੇ ਹੋ, ਉਸਨੂੰ ਅੱਗੇ ਮੋਡੀਫਾਈ ਕਿਵੇਂ ਕਰ ਸਕਦੇ ਹੋ। ਇਸ ਲਈ ਪੜ੍ਹਨ ਤੋਂ ਜਿਹੜਾ ਕੋਈ ਦੌੜਦਾ ਹੈ ਉਹ ਲੇਖਕ ਬਣ ਹੀ ਨਹੀਂ ਸਕਦਾ। ਅੱਛਾ, ਇਹ ਦੱਸੋ ਕਿ ਜਦੋਂ ਕੁਝ ਲਿਖਿਆ ਜਾਂਦਾ ਕਿ ਉਹਦੇ ਲਈ ਕੋਈ ਟਾਰਗੇਟ ਆਡੀਅנס ਵੀ, ਟਾਰਗੇਟ ਰੀਡਰਸ਼ਿਪ ਵੀ ਡਿਸਾਈਡ ਕੀਤੀ ਜਾਂਦੀ ਹੈ? ਇਹ ਵੀ ਮੈਨੂੰ ਲੱਗਦਾ ਕਿ ਹਰ ਲੇਖਕ ਦਾ ਆਪੋ ਆਪਣਾ ਹੋਏਗਾ ਕਿ ਉਹ
ਟਾਰਗੇਟ ਕਰਦੇ ਨੇ ਕਿ ਨਹੀਂ ਕਰਦੇ। ਮੈਂ ਆਪਣੇ ਵੱਲੋਂ ਇਹ ਦੱਸ ਸਕਦਾ ਕਿ ਜਦੋਂ ਮੈਂ ਲਿਖਦਾ ਤਾਂ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਟਾਰਗੇਟ ਆਡੀਅנס ਜਾਂ ਰੀਡਰਸ਼ਿਪ ਨਹੀਂ ਹੁੰਦੀ। ਮੈਂ ਜੋ ਲਿਖ ਰਿਹਾ ਹੁੰਦਾ ਉਸ ਵੇਲੇ ਮੇਰੇ ਮਨ ਵਿੱਚ ਇਹੀ ਹੁੰਦਾ ਕਿ ਇਹ ਕੋਈ ਇੱਕ ਨਵੀਂ ਚੀਜ਼ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਮੈਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ, ਵੱਖਰੇ ਤਰੀਕੇ ਦੇ ਨਾਲ, ਨਵੇਂ ਤਰੀਕੇ ਦੇ ਨਾਲ ਪੇਸ਼ ਕਰ ਸਕਦਾ, ਤਾਂ ਮੈਂ ਉਹਨੂੰ ਇਹ ਪੇਸ਼ ਕਰ ਦਿੰਦਾ। ਉਸ ਤੋਂ ਬਾਅਦ ਮੈਨੂੰ ਇਹ ਚਿੰਤਾ ਨਹੀਂ ਹੁੰਦੀ ਕਿ ਮੈਨੂੰ ਕਿੰਨੇ ਲੋਕ ਪੜ੍ਹਦੇ। ਜਿਹੜੇ ਬਹੁਤ ਪਾਪੂਲਰ ਲੇਖਕ ਨੇ, ਜ਼ਰੂਰੀ ਨਹੀਂ ਹੈ ਕਿ ਉਹ ਬਹੁਤ ਉੱਚ ਕੁਆਲਿਟੀ ਦੇ ਵੀ ਹੋਣ ਜੀ, ਕਿਉਂਕਿ ਬੈਸਟ ਸੈਲਰਸ ਨੇ ਉਹ ਤਾਂ ਐਵਰੇਜ ਲੋਕ ਪੜ੍ਹਦੇ ਨੇ, ਠੀਕ ਹੈ। ਲੇਕਿਨ ਇੱਕ ਗੱਲ ਹੈ ਕਿ ਜਿਹੜਾ ਚੰਗਾ ਲੇਖਕ ਹੈ ਉਹਦੇ ਚਾਹੇ ਥੋੜੇ ਪਾਠਕ ਹੋਣ, ਲੇਕਿਨ ਉਹਨੂੰ ਹਰ ਵੇਲੇ ਉਹ ਥੋੜੇ ਪਾਠਕ ਮਿਲਦੇ ਰਹਿੰਦੇ ਆ। ਲੇਕਿਨ ਜਿਹੜੇ ਪਾਪੂਲਰ ਕਿਸਮ ਦੇ ਰਾਈਟਰ ਹੁੰਦੇ ਆ ਉਹ ਇੱਕ ਵੇਲੇ ਉਹਨਾਂ ਦੇ ਬਹੁਤ ਵਧੇਰੇ ਪਾਠਕ ਹੋ ਸਕਦੇ ਆ, ਲੇਕਿਨ ਹੋ ਸਕਦਾ ਕੁਝ ਸਮੇਂ ਬਾਅਦ ਉਹਨਾਂ ਨੂੰ ਕੋਈ ਵੀ ਪਾਠਕ ਨਾ ਮਿਲੇ। ਸੋ ਇਸ ਲਈ ਮੇਰੇ ਲਈ ਪਾਪੂਲਰ ਹੋਣਾ ਕੋਈ ਨਹੀਂ ਹੈ। ਮੇਰੇ ਲਈ ਤਾਂ ਆਪਣੀ ਗੱਲ ਨਵੇਂ ਤਰੀਕੇ ਨਾਲ ਕਹਿਣਾ ਉਹ ਜ਼ਿਆਦਾ ਮਹੱਤਵਪੂਰਨ ਹੈ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ, ਤੁਹਾਡੀ ਆਪਣੀ ਸਿਰਜਣ ਪ੍ਰਕਿਰਿਆ ਤੇ ਖਾਸ ਕਰਕੇ ਇਸ ਨਾਵਲ ਮੈਲੀ ਮਿੱਟੀ ਬਾਰੇ ਗੱਲਾਂ ਕਰਕੇ। ਬਹੁਤ ਬਹੁਤ ਧੰਨਵਾਦ। ਪਰ ਜਾਂਦੇ ਜਾਂਦੇ ਮੈਂ 2 ਮਿੰਟ ਤੁਹਾਡੇ ਹੋਰ ਲੈਣਾ ਚਾਹੁੰਦੀ ਹਾਂ। ਅੱਜ ਕੱਲ੍ਹ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਕਈ ਤਰੀਕਿਆਂ ਦੇ ਨਾਲ ਆ ਰਿਹਾ। ਜਦੋਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਹੈ, ਜਦੋਂ ਉਹਨਾਂ ਨੇ ਸਹੁੰ ਚੁੱਕੀ ਹੈ, ਉਦੋਂ ਖਟਕੜ ਕਲਾਂ ਸਹੁੰ ਚੁੱਕੀ ਗਈ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀਆਂ ਫੋਟੋ ਲੱਗਣੀਆਂ ਤੇ ਅੱਜ ਸ਼ਹੀਦ ਭਗਤ ਸਿੰਘ ਇੱਕ ਵਾਰੀ ਫੇਰ ਖਬਰਾਂ ਦੇ ਵਿੱਚ ਨੇ ਕਿ ਏਅਰਪੋਰਟ ਤੇ ਕਹਿੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਉਹਨਾਂ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਇੱਕ ਅੱਤਵਾਦੀ ਸਨ। ਮੈਂ ਚਾਹੁੰਦੀ ਹਾਂ ਕਿ ਤੁਸੀਂ ਕੁਝ ਇਹਦੇ ਬਾਰੇ ਟਿੱਪਣੀ ਕਰ ਸਕੋ, ਕਿਉਂਕਿ ਤੁਸੀਂ ਨੌਜਵਾਨ ਭਾਰਤ ਸਭਾ ਤੇ ਭਾਰਤ ਕ੍ਰਾਂਤੀਕਾਰੀ ਲਹਿਰ ਬਾਰੇ ਵੀ ਲਿਖਿਆ ਹੈ। ਜਦੋਂ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ, ਤੁਸੀਂ ਕਾਫੀ ਕੁਝ ਹੋਰ ਵੀ ਇਤਿਹਾਸ ਦਾ ਲਿਖਿਆ ਪੜ੍ਹਿਆ ਹੈ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਸ਼ਹੀਦ ਭਗਤ ਸਿੰਘ ਅਸਲ ਦੇ ਵਿੱਚ ਇੰਨਾ ਵੱਡਾ ਨਾਮ ਹੈ ਸਾਡੇ ਲਈ, ਸਾਡੇ ਪੰਜਾਬੀਆਂ ਦਾ ਏਡਾ ਵੱਡਾ ਨਾਇਕ ਹੈ ਕਿ ਕਿਸੇ ਇੱਕ ਸਿਮਰਨਜੀਤ ਸਿੰਘ ਮਾਨ ਚਾਹੇ 100 ਸਿਮਰਨਜੀਤ ਸਿੰਘ ਮਾਨ ਉਹਦੇ ਬਾਰੇ ਕੋਈ ਵੀ ਟਿੱਪਣੀ ਕਰਨ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਭਗਤ ਸਿੰਘ ਨੇ ਆਪਣਾ ਨਾਮ, ਆਪਣੀ ਜਗ੍ਹਾ ਜਿਹੜੀ ਹੈ ਉਹ ਇਤਿਹਾਸ ਦੇ ਵਿੱਚੋਂ ਬਣਾਈ ਹੈ। ਇਤਿਹਾਸ ਦੇ ਵਿੱਚੋਂ ਭਗਤ ਸਿੰਘ ਵੱਡਾ ਨਾਮ ਬਣ ਕੇ ਉੱਭਰਿਆ, ਕਿਉਂਕਿ ਭਗਤ ਸਿੰਘ ਜਿਹੜਾ ਹੈ ਉਹ ਸਿਰਫ ਇਕੱਲਾ ਕ੍ਰਾਂਤੀਕਾਰੀ ਨਹੀਂ ਸੀ। ਕ੍ਰਾਂਤੀਕਾਰੀ ਤਾਂ ਹੋਰ ਬਹੁਤ ਸਾਰੇ ਸਨ, ਲੇਕਿਨ ਜੋ ਹਰਮਨ ਪਿਆਰਤਾ, ਜੋ ਪਿਆਰ ਭਗਤ ਸਿੰਘ ਦੇ ਹਿੱਸੇ ਆਇਆ, ਉਹਦਾ ਕਾਰਨ ਇਹ ਸੀ ਕਿ ਭਗਤ ਸਿੰਘ ਇੱਕ ਬਹੁਤ ਵੱਡਾ ਚਿੰਤਕ ਵੀ ਸੀ। ਮੈਂ ਇਹ ਮੰਨਦਾ ਕਿ ਪੰਜਾਬੀ ਦੇ ਵਿੱਚ ਲਾਲਾ ਹਰਦਿਆਲ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਚਿੰਤਕ ਪੰਜਾਬੀ ਦੇ ਵਿੱਚ ਹੈ, ਜਿਹਨੇ ਆਪਣੇ ਸਮਿਆਂ ਦੇ ਵਿੱਚ ਇੰਨੀਆਂ ਉੱਚੀਆਂ ਗੱਲਾਂ ਕੀਤੀਆਂ ਔਰ ਇੰਨਾ ਅਧਿਐਨ ਕੀਤਾ, ਉਹ ਭਗਤ ਸਿੰਘ ਹੈ। ਔਰ ਭਗਤ ਸਿੰਘ ਅੱਤਵਾਦੀ ਸੀ ਜਾਂ ਕੌਣ ਸੀ, ਉਹਦੇ ਲਈ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਖੁਦ ਭਗਤ ਸਿੰਘ ਦੀਆਂ ਲਿਖਤਾਂ ਹੀ ਪੜ੍ਹ ਲੈਣੀਆਂ ਚਾਹੀਦੀਆਂ। ਖੁਦ ਭਗਤ ਸਿੰਘ ਨੇ ਦੱਸਿਆ ਹੋਇਆ ਕਿ ਮੈਂ ਕੌਣ ਹੈ। ਉਹਨੇ ਸਪਸ਼ਟ ਲਿਖਿਆ ਹੋਇਆ ਕਿ ਮੈਂ ਆਪਣੇ ਕ੍ਰਾਂਤੀਕਾਰੀ ਜੀਵਨ ਦੇ ਸਿਰਫ ਸ਼ੁਰੂ ਵਾਲੇ ਪੜਾਅ ਦੇ ਵਿੱਚ ਦਹਿਸ਼ਤਗਰਦੀ ਦੇ ਉੱਤੇ ਵਿਸ਼ਵਾਸ ਕਰਦਾ ਸੀ। ਉਸ ਤੋਂ ਬਾਅਦ ਹੁਣ ਮੈਂ ਇੱਕ ਕ੍ਰਾਂਤੀਕਾਰੀ ਹਾਂ, ਮੈਂ ਇੱਕ ਇਨਕਲਾਬੀ ਹਾਂ, ਮੈਂ ਦਹਿਸ਼ਤਗਰਦ ਨਹੀਂ ਹਾਂ। ਔਰ ਭਗਤ ਸਿੰਘ ਦੇ ਵਿਚਾਰ ਜਿਹੜੇ ਨੇ ਅਸਲ ਦੇ ਵਿੱਚ ਉੱਥੋਂ ਹੀ ਸਾਨੂੰ ਇਹ ਦੇਖਣਾ ਪਏਗਾ, ਇਹ ਮੁਲਾਂਕਣ ਕਰਨਾ ਪਏਗਾ ਕਿ ਭਗਤ ਸਿੰਘ ਕੌਣ ਸੀ। ਮੈਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਬੜੇ ਲੋਕ ਇਹ ਤਰਕ ਦਿੰਦੇ ਨੇ ਜੀ ਕਿ ਸਾਨੂੰ ਭਗਤ ਸਿੰਘ ਨਹੀਂ ਚਾਹੀਦਾ, ਸਾਨੂੰ ਤਾਂ ਕਰਤਾਰ ਸਿੰਘ ਸਰਾਭਾ ਚਾਹੀਦਾ, ਸਾਨੂੰ ਊਧਮ ਸਿੰਘ ਚਾਹੀਦਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਇਹ ਤਾਂ ਇੱਕੋ ਹੀ ਲੜੀ ਹੈ। ਕਰਤਾਰ ਸਿੰਘ ਸਰਾਭਾ ਦੀ ਫੋਟੋ ਹੀ ਸ਼ਹੀਦ ਭਗਤ ਸਿੰਘ ਦੇ ਹਮੇਸ਼ਾ ਜੇਬ ਦੇ ਵਿੱਚ ਹੁੰਦੀ ਸੀ। ਔਰ ਭਗਤ ਸਿੰਘ ਦੇ ਮੁਕੱਦਮੇ ਦੇ ਵਿੱਚ ਇਨ ਬਿਨ ਉਹੀ ਗੱਲਾਂ ਜੱਜ ਨੇ ਸ਼ਹੀਦ ਭਗਤ ਸਿੰਘ ਬਾਰੇ ਕਹੀਆਂ ਜਿਹੜੀਆਂ ਕਿ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਕਰਤਾਰ ਸਿੰਘ ਸਰਾਭਾ ਬਾਰੇ ਕਹੀਆਂ। ਔਰ ਕਰਤਾਰ ਸਿੰਘ ਸਰਾਭੇ ਬਾਰੇ ਲਿਖਿਆ ਸ਼ਹੀਦ ਭਗਤ ਸਿੰਘ ਦਾ ਤੁਸੀਂ ਪੜ੍ਹ ਲਓ। ਤੁਸੀਂ ਕਰਤਾਰ ਸਿੰਘ ਸਰਾਭੇ ਤੇ ਸ਼ਹੀਦ ਭਗਤ ਸਿੰਘ ਨੂੰ ਕਿਵੇਂ ਵੱਖਰਾ ਕਰ ਲਓ? ਸ਼ਹੀਦ ਊਧਮ ਸਿੰਘ ਤਾਂ ਖੁਦ ਇਹਨਾਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕ੍ਰਾਂਤੀਕਾਰੀ ਗਰੁੱਪ ਸੀ ਉਹ ਉਹਨਾਂ ਦੇ ਨਜ਼ਦੀਕ ਰਿਹਾ। ਔਰ ਇਹ ਸਾਰੀ ਮੂਵਮੈਂਟ ਦੇ ਉੱਤੋਂ ਸ਼ਹੀਦ ਊਧਮ ਸਿੰਘ ਨੇ ਵੀ ਆਪਣੀ ਪ੍ਰੇਰਨਾ ਲਈ ਹੈ। ਤੋ ਇਹ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਬੜੀਆਂ ਤੰਗ ਨਜ਼ਰੀ ਵਾਲੀਆਂ ਇਹ ਚੀਜ਼ਾਂ ਨੇ। ਔਰ ਸਾਡਾ ਜਿਹੜਾ ਇੱਕ ਬੜਾ ਵੱਡਾ ਇਤਿਹਾਸ ਹੈ ਸੁਤੰਤਰਤਾ ਸੰਗਰਾਮ ਦੇ ਵਿੱਚ ਕ੍ਰਾਂਤੀਕਾਰੀ ਮੂਵਮੈਂਟ ਦਾ, ਉਸ ਮੂਵਮੈਂਟ ਦੇ ਵਿੱਚੋਂ ਜਿਹੜਾ ਇਤਿਹਾਸ ਸਿਰਜਿਆ ਗਿਆ, ਉਹਦੇ ਵਿੱਚੋਂ ਜਿਹੜੇ ਆਦਰਸ਼ ਸਾਡੇ ਕੋਲ ਪੈਦਾ ਹੋਏ ਆ, ਉਹਨਾਂ ਆਦਰਸ਼ਾਂ ਨੂੰ ਔਰ ਉਹਨਾਂ ਨਾਇਕਾਂ ਨੂੰ ਇਹਨਾਂ ਦੇ ਕਹਿਣ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਣਾ। ਸਾਡੇ ਪੰਜਾਬੀ ਲੋਕ ਜਿਹੜੇ ਨੇ, ਸਾਡਾ ਜੋ ਪੰਜਾਬੀ ਮਨ ਹੈ, ਉਹਦੇ 'ਚ ਜੋ ਸ਼ਹੀਦ ਭਗਤ ਸਿੰਘ ਦੀ ਥਾਂ ਹੈ
ਉਹ ਮੈਨੂੰ ਲੱਗਦਾ ਕਿ ਇਹਨਾਂ ਦੇ ਕੋਈ ਬਿਆਨ ਦੇਣ ਦੇ ਨਾਲ ਉਹ ਥਾਂ ਉੱਥੋਂ ਕਿਤੇ ਨਹੀਂ ਜਾਣ ਲੱਗੀ। ਸ਼ਹੀਦ ਭਗਤ ਸਿੰਘ ਨੇ ਹਮੇਸ਼ਾ ਪੰਜਾਬੀ ਮਨ ਦੇ ਵਿੱਚ ਜਿਉਂਦੇ ਰਹਿਣਾ। ਪਰ ਸ਼ਹੀਦ ਭਗਤ ਸਿੰਘ ਦੀ ਇਸ ਤਰੀਕੇ ਦੇ ਨਾਲ ਧੂਹ ਘੜੀਸ ਕੀਤੀ ਜਾਂਦੀ ਹੈ ਜਿਵੇਂ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਚੱਲ ਰਿਹਾ। ਦੂਜੇ ਪਾਸੇ ਜਿਹੜੀਆਂ ਸਕੂਲਾਂ ਕਾਲਜਿਸ ਜਾਂ ਯੂਨੀਵਰਸਿਟੀ ਦੀਆਂ ਕਿਤਾਬਾਂ ਉਹਨਾਂ ਦੇ ਸਿਲੇਬਸ ਆ ਉਹਨਾਂ ਦੇ ਵਿੱਚ ਉਸ ਹਿਸਾਬ ਦੇ ਨਾਲ ਸ਼ਹੀਦ ਭਗਤ ਸਿੰਘ ਨੂੰ ਜਗ੍ਹਾ ਨਹੀਂ ਦਿੱਤੀ ਜਾ ਰਹੀ। ਜੇ ਸਹੀ ਮਾਇਨੇ 'ਚ ਤੁਸੀਂ ਅੱਜ ਕਹਿਣਾ ਚਾਹੋ ਸ਼ਹੀਦ ਭਗਤ ਸਿੰਘ ਦੇ ਵਾਰਿਸ ਕੌਣ ਹੈਗੇ ਅੱਜ ਜਿਹੜੇ ਇਸ ਚੀਜ਼ ਬਾਰੇ ਫਿਕਰਮੰਦ ਵੀ ਹੋਣ ਜਾਂ ਇਸ ਸਾਰੇ ਕਾਸੇ ਦੇ ਖਿਲਾਫ ਡਟ ਕੇ ਖੜੇ ਵੀ ਹੋ ਸਕਣ? ਦੇਖੋ, ਸ਼ਹੀਦ ਭਗਤ ਸਿੰਘ ਨੇ ਬਹੁਤ ਸਪਸ਼ਟ ਆਪ ਹੀ ਲਿਖਿਆ ਸੀ ਕਿ ਅਸੀਂ ਜਿਹੜੀ ਜੰਗ ਲੜ ਰਹੇ ਹਾਂ ਉਹ ਜੰਗ ਜਿਹੜੀ ਹੈ ਉਹ ਸਿਰਫ ਗੋਰਿਆਂ ਦੇ ਨਾਲ ਨਹੀਂ ਹੈ। ਸਾਡੀ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਸਮਾਜ ਦੇ ਵਿੱਚੋਂ, ਇਸ ਦੁਨੀਆ ਦੇ ਵਿੱਚੋਂ ਇੱਕ ਮਨੁੱਖ ਦੀ ਦੂਸਰੇ ਮਨੁੱਖ ਹੱਥੋਂ ਲੁੱਟ ਖਤਮ ਨਹੀਂ। ਤੋ ਮਨੁੱਖ ਦੀ ਮਨੁੱਖ ਹੱਥੋਂ ਲੁੱਟ-ਖਸੁੱਟ ਕਰਨ ਦੇ ਨਾਲ ਜਿਹੜੇ ਵੀ ਲੋਕ ਪ੍ਰਤੀਬੱਧ ਨੇ, ਜਿਹੜੇ ਵੀ ਇਹਦੇ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਇਹਦੇ ਲਈ ਸੰਘਰਸ਼ ਕਰ ਰਹੇ ਨੇ, ਇਹਨਾਂ ਆਦਰਸ਼ਾਂ ਦੇ ਨਾਲ ਜੁੜੇ ਹੋਏ ਨੇ, ਸ਼ਹੀਦ ਭਗਤ ਸਿੰਘ ਦੇ ਵਾਰਿਸ ਉਹੀ ਲੋਕ ਹੋ ਸਕਦੇ। ਜਿਹੜੇ ਲੋਕ ਇਸੇ ਹੀ ਪ੍ਰਬੰਧ ਵਿੱਚ ਵਿਸ਼ਵਾਸ ਰੱਖਦੇ ਆ ਜਿਹਦੇ ਵਿੱਚ ਵੱਖ-ਵੱਖ ਜਮਾਤਾਂ ਨੇ, ਜਿਹਦੇ ਵਿੱਚ ਦਿਨੋਂ ਦਿਨ ਅਸੀਂ ਦੇਖਦੇ ਹਾਂ ਕਿ ਕੁਝ ਮੁੱਠੀ ਭਰ ਲੋਕ ਜਿਹੜੇ ਨੇ ਉਹ ਸਾਰੇ ਦੇਸ਼ ਦੇ ਸਰੋਤਾਂ ਦੇ ਉੱਤੇ ਕਾਬਜ਼ ਹੋ ਰਹੇ ਨੇ ਔਰ ਗਰੀਬ ਜਿਹੜੇ ਨੇ ਉਹ ਹੋਰ ਗਰੀਬ ਹੋਈ ਜਾ ਰਹੇ ਨੇ। ਜਿਹੜੇ ਇਸੇ ਪ੍ਰਬੰਧ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਸ਼ਹੀਦ ਭਗਤ ਸਿੰਘ ਦੇ ਵਾਰਿਸ ਨਹੀਂ ਹੋ ਸਕਦੇ। ਸੋ ਇਸ ਲਈ ਸ਼ਹੀਦ ਭਗਤ ਸਿੰਘ ਦੇ ਵਾਰਿਸ ਹੋਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਨਾਲ ਸਾਨੂੰ ਖੜਾ ਕਰਨਾ ਹੋਣਾ ਪਏਗਾ। ਉਹਦੇ ਵਿਚਾਰਾਂ ਅਨੁਸਾਰ ਸਾਨੂੰ ਉਸ ਦੇ ਸੁਪਨਿਆਂ ਦੇ ਸੰਸਾਰ ਸਿਰਜਣ ਲਈ ਲੜਨਾ ਪਏਗਾ। ਆਖਰੀ 1 ਮਿੰਟ ਦੇ ਵਿੱਚ ਜੇ ਇੱਕ ਗੱਲ ਪੰਜਾਬੀ ਪਾਠਕਾਂ ਨੂੰ ਕਹਿ ਸਕੋ, ਪੰਜਾਬੀ ਪਾਠਕਾਂ ਬਾਰੇ ਵੱਖ-ਵੱਖ ਖਿਆਲ ਨੇ ਈਵਨ ਲੇਖਕਾਂ ਦੇ। ਕਈ ਤਾਂ ਕਹਿੰਦੇ ਕਿ ਪੜ੍ਹਨ ਵਾਲੇ ਬਹੁਤ ਘੱਟ ਨੇ, ਕਈ ਕਹਿੰਦੇ ਪੜ੍ਹਨ ਵਾਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਵੱਧ ਰਹੇ ਨੇ, ਪਰ ਉਹ ਕੀ ਪੜ੍ਹ ਰਹੇ ਨੇ ਇਹਦੇ ਬਾਰੇ ਵੀ ਕੋਈ ਅੰਦਾਜ਼ਾ ਨਹੀਂ ਹੈਗਾ। ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਮੇਰਾ ਖਿਆਲ ਇਹ ਜੀ ਕਿ ਪੰਜਾਬੀ ਦੇ ਵਿੱਚ ਪਾਠਕ ਬਹੁਤ ਨੇ, ਐਸੀ ਗੱਲ ਨਹੀਂ ਹੈ ਕਿ ਪਾਠਕ ਹੈ ਨਹੀਂ ਜੀ। ਔਰ ਅਗਲੀ ਗੱਲ ਇਹ ਵੀ ਹੈ ਕਿ ਪਾਠਕਾਂ ਦਾ ਵੱਖ-ਵੱਖ ਪੱਧਰ ਵੀ ਹੈ। ਬਹੁਤ ਸਾਰੇ ਉਹ ਨੇ ਜਿਹੜੇ ਅਜੇ ਵੀ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਪੜ੍ਹਦੇ ਨੇ, ਲੇਕਿਨ ਬਹੁਤ ਸਾਰੇ ਪਾਠਕ ਉਹ ਨੇ ਜਿਹੜੇ ਕਿ ਸਮਕਾਲੀ ਸਾਹਿਤ ਨੂੰ ਵੀ ਪੜ੍ਹਦੇ ਨੇ ਔਰ ਬਹੁਤ ਸਾਰੇ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਹੋ ਸਕਦਾ ਹੈ ਪੰਜਾਬੀ ਸਾਹਿਤ ਦਾ ਸਗੋਂ ਸੰਕਟ ਹੋਵੇ ਕਿ ਸਾਹਿਤ ਪੰਜਾਬੀ ਦੇ ਵਿੱਚ ਉਸ ਪੱਧਰ ਦਾ ਸਾਹਿਤ ਨਹੀਂ ਰਚਿਆ ਜਾ ਰਿਹਾ ਕਿ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਗਿਣਤੀ 'ਚ ਕਿਤਾਬਾਂ ਜਿਹੜੀਆਂ ਉਹ ਵਿਕਣੀਆਂ ਸ਼ੁਰੂ ਹੋ ਜਾਣ। ਹਾਲਾਂਕਿ ਹੁਣ ਵੀ ਬਹੁਤ ਕਿਤਾਬਾਂ ਵਿਕਦੀਆਂ ਨੇ। ਪਿਛਲੇ ਸਮੇਂ 'ਚ ਇਹ ਦੇਖਿਆ ਕਿ ਵਿਸ਼ਵ ਦੇ ਕਲਾਸਿਕਸ ਬਹੁਤ ਅਨੁਵਾਦ ਹੋ ਕੇ ਪੰਜਾਬੀ ਵਿੱਚ ਛਪਣ ਲੱਗੇ ਜੀ। ਹੁਣ ਉਹ ਸਾਰੇ ਜਿਹੜੇ ਪਬਲਿਸ਼ਰ ਨੇ ਉਹ ਜਿਹੜੇ ਵਿਸ਼ਵ ਦੇ ਕਲਾਸਿਕਸ ਨੇ ਉਹਨਾਂ ਨੂੰ ਜੇ ਪੰਜਾਬੀ 'ਚ ਅਨੁਵਾਦ ਕਰਕੇ ਛਾਪ ਰਹੇ ਆ ਤਾਂ ਇਹਦਾ ਮਤਲਬ ਸਾਫ਼ ਹੈ ਕਿ ਪੰਜਾਬੀ ਦੇ ਵਿੱਚ ਵਧੀਆ ਸਾਹਿਤ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਹੈ ਔਰ ਇਹ ਗਿਣਤੀ ਹਮੇਸ਼ਾ ਹੀ ਰਹਿਣੀ ਹੈ। ਇਹ ਐਵੇਂ ਅਸੀਂ ਨਿਰਾਸ਼ਾਵਾਦੀ ਹੋ ਜਾਂਦੇ, ਕਈ ਵਾਰ ਪੈਸਿਮਿਸਟ ਹੋ ਜਾਂਦੇ ਆ ਜਦੋਂ ਅਸੀਂ ਕਹਿੰਦੇ ਆ ਕਿ ਪੜ੍ਹਦੇ ਨਹੀਂ ਆ। ਮੈਂ ਤਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਦੇਖ ਰਿਹਾ ਨਵੇਂ ਮੁੰਡੇ ਕੁੜੀਆਂ ਨੌਜਵਾਨ ਜਿਹੜੇ ਨੇ ਉਹ ਬਹੁਤ ਸਾਹਿਤ ਹੁਣ ਪੜ੍ਹ ਰਹੇ ਆ ਔਰ ਜਿਹੜੇ ਗੱਲ ਇਹ ਹੈ ਕਿ ਉਹਨਾਂ ਤੱਕ ਰਸਾਈ ਹੁੰਦੀ ਹੈ ਕਿ ਨਹੀਂ, ਉਹਨਾਂ ਤੱਕ ਅਗਰ ਪੁਸਤਕਾਂ ਪਹੁੰਚਦੀਆਂ ਨੇ ਤਾਂ ਉਹ ਪੜ੍ਹਦੇ ਨੇ। ਪਿਛਲੇ ਸਮੇਂ 'ਚ ਇੰਨੀ ਵੱਡੀ ਗਿਣਤੀ 'ਚ ਪਬਲਿਸ਼ਰ ਨਵੇਂ ਆ ਗਏ ਇਸ ਖੇਤਰ ਦੇ ਵਿੱਚ, ਉਹ ਕਿਉਂ ਆ ਰਹੇ ਆ? ਜੇਕਰ ਪੁਸਤਕ ਵਿਕਦੀ ਨਾ ਹੋਵੇ, ਜੇਕਰ ਉਹਨਾਂ ਨੂੰ ਕੋਈ ਮੁਨਾਫਾ ਨਾ ਹੋਣਾ ਹੋਵੇ ਤਾਂ ਉਹ ਕਿਉਂ ਇਸ ਖੇਤਰ ਦੇ ਵਿੱਚ ਆਉਣ? ਤਾਂ ਇਸ ਲਈ ਸਪਸ਼ਟ ਹੈ ਅਸਲ ਦੇ ਵਿੱਚ ਕਿ ਪਾਠਕ ਹੈਗੇ ਨੇ ਔਰ ਹਮੇਸ਼ਾ ਰਹਿਣਗੇ। ਮੈਨੂੰ ਲੱਗਦਾ ਹੈ ਕਦੇ ਵੀ ਮਰਦਾ ਨਹੀਂ, ਸਾਹਿਤ ਨੇ ਵੀ ਨਹੀਂ ਮਰਨਾ, ਸਾਹਿਤ ਨੂੰ ਪੜ੍ਹਨ ਵਾਲਿਆਂ ਨੇ ਵੀ ਨਹੀਂ ਮਰਨਾ, ਮਨੁੱਖ ਨੇ ਵੀ ਨਹੀਂ ਮਰਨਾ। ਤਾਂ ਮਨੁੱਖ ਜਦੋਂ ਤੱਕ ਜਿਉਂਦਾ ਹੈ ਉਹਦਾ ਜੀਵਨ ਹੈ, ਉਹਦਾ ਮਨ ਹੈ ਤੇ ਸਾਹਿਤ। ਇੱਕ ਕੋਸ਼ਿਸ਼ ਹੈ ਮੇਰੀ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਥੋੜ੍ਹੀ ਜਿਹੀ ਗੱਲਬਾਤ ਸਾਹਿਤ ਬਾਰੇ ਚੱਲਦੀ ਰਹੇ ਤਾਂ ਸਾਡੇ ਸੁਣਨ ਵਾਲਿਆਂ ਨੂੰ ਵੀ ਪਤਾ ਲੱਗਦਾ ਰਹੇ ਕਿ ਕਿਹੋ ਜਿਹਾ ਸਾਹਿਤ ਆ ਰਿਹਾ, ਕਿੱਥੋਂ ਉਹ ਸਾਹਿਤ ਪ੍ਰਾਪਤ ਕਰ ਸਕਦੇ ਆ, ਪੜ੍ਹਨ ਦੀ ਇੱਕ ਰੁਚੀ ਵੀ ਪੈਦਾ ਹੋ ਸਕਦੀ ਹੈ ਨਾ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ। ਅਖੀਰ ਵਿੱਚ ਸਾਡੇ ਇੱਥੇ ਕੈਨੇਡਾ ਬੈਠੇ ਜਿੰਨੇ ਪੰਜਾਬੀ ਉਹਨਾਂ ਨੂੰ ਤੁਸੀਂ ਕੋਈ ਆਪਣੇ ਵੱਲੋਂ ਗੱਲ ਕਹਿਣੀ ਚਾਹੋ, ਤੁਹਾਨੂੰ ਲੱਗਦਾ ਕਿ ਮੈਂ ਨਾ ਪੁੱਛ ਸਕੀ ਹੋਵਾਂ? ਕੈਨੇਡਾ ਵਿੱਚ ਵਸਦੇ ਪੰਜਾਬੀ ਹੀ ਨਹੀਂ ਬਲਕਿ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀ, ਉਹਨਾਂ ਸਾਰਿਆਂ ਲਈ ਮੈਂ ਗੱਲ ਕਹਿਣੀ ਚਾਹੁੰਦਾ ਕਿ ਉਹਨਾਂ ਨੂੰ ਇਹ ਗੱਲ ਹਮੇਸ਼ਾ ਮਨ ਵਿੱਚ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਸਮਾਜ ਕਦੇ ਵੀ ਇੱਕ ਥਾਂ ਤੇ ਖੜਾ ਨਹੀਂ ਹੁੰਦਾ। ਮੇਰੇ ਬਹੁਤ ਸਾਰੇ ਦੋਸਤ ਨੇ, ਰਿਸ਼ਤੇਦਾਰ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਮੈਂ ਉਹਨਾਂ ਨੂੰ ਦੇਖਦਾ ਹਾਂ ਕਿ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹ ਅਜੇ ਵੀ ਉੱਥੇ ਖੜੇ ਹੁੰਦੇ ਆ ਜਿੱਥੇ ਜਦੋਂ ਉਹ ਪੰਜਾਬ ਤੋਂ ਗਏ ਸੀ ਉਦੋਂ ਪੰਜਾਬ ਖੜਾ ਸੀ। ਬਿਲਕੁਲ। ਪੰਜਾਬ ਇਹਨਾਂ ਸਾਲਾਂ ਦੇ ਵਿੱਚ ਅੱਗੇ ਚਲਾ ਗਿਆ। ਪੰਜਾਬ ਨੇ ਆਪਣੇ ਆਪ ਨੂੰ ਖੁੱਲਾ ਕੀਤਾ,
ਉਹ ਲਿਬਰਲ ਕੀਤਾ ਆਪਣੇ ਆਪ ਨੂੰ, ਲੇਕਿਨ ਉਹ ਕਿਤੇ ਜਿਵੇਂ ਕਲਚਰਲ ਸ਼ੌਕ ਦਾ ਇੱਕ ਕਨਸੈਪਟ ਹੁੰਦਾ ਹੈ, ਉਹ ਕਲਚਰਲ ਸ਼ੌਕ ਦੇ ਵਿੱਚ ਆਪਣੇ ਸੱਭਿਆਚਾਰ ਦੇ ਨਾਲ ਜ਼ਿਆਦਾ ਚਿੰਬੜ ਜਾਂਦੇ ਆ, ਔਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਫਿਰ ਉਹ ਆਪਣੇ ਸੋਚਣ ਦਾ ਤਰੀਕਾ, ਆਪਣੇ ਜੀਵਨ ਮੁੱਲ ਵੀ ਤੰਗ ਕਰ ਲੈਂਦੇ ਆ, ਔਰ ਉਹਦੇ ਨਾਲ ਕੀ ਹੁੰਦਾ ਕਿ ਉਹ ਆਪ ਵੀ ਦੁਖੀ ਹੁੰਦੇ ਆ, ਉਹਨਾਂ ਦੇ ਬੱਚੇ ਵੀ ਦੁਖੀ ਹੁੰਦੇ, ਜਿਹੜੇ ਬੱਚੇ ਖਾਸ ਤੌਰ ਤੇ ਉੱਥੇ ਹੀ ਜੰਮੇ ਹੁੰਦੇ ਆ, ਉੱਥੇ ਹੀ ਪਲੇ ਹੁੰਦੇ ਆ। ਇਸ ਲਈ ਮੈਂ ਪੰਜਾਬੀਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿੱਥੇ ਤੁਸੀਂ ਗਏ ਹੋ ਉੱਥੋਂ ਦੇ ਸਮਾਜ ਵੱਲ ਵੀ ਇੱਕ ਖਿੜਕੀ ਆਪਣੀ ਖੋਲ ਕੇ ਰੱਖੋ, ਔਰ ਦੇਖੋ ਕਿ ਇੱਥੋਂ ਦਾ ਸਮਾਜ ਕਿਸ ਤਰ੍ਹਾਂ ਦਾ ਹੈ, ਔਰ ਅਸੀਂ ਇਸ ਸਮਾਜ ਵਿੱਚ ਕਿਵੇਂ ਆਪਣੇ ਆਪ ਨੂੰ ਐਡਜਸਟ ਕਰਨਾ, ਔਰ ਆਪਣੇ ਬੱਚਿਆਂ ਨੂੰ ਕਿਵੇਂ ਅਸੀਂ ਐਡਜਸਟ ਕਰਕੇ ਦੇਖਣਾ। ਬਹੁਤ ਵਧੀਆ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਪੰਡਾਲ ਜੀ ਇਹ ਗੱਲਾਂ ਬਾਤਾਂ ਕਰਨ ਲਈ, ਧੰਨਵਾਦ ਤੁਹਾਡਾ। ਬਹੁਤ ਧੰਨਵਾਦ। ਹਰਵਿੰਦਰ ਪੰਡਾਲ ਹੁਣਾਂ ਦੇ ਨਾਲ ਅੱਜ ਦੀ ਇਹ ਮੁਲਾਕਾਤ ਇੰਨੀ ਹੀ। ਕੋਈ ਫੀਡਬੈਕ ਦੇਣੀ ਹੋਵੇ navjot@sherpunjabradio.ca ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ।